ਅਸੀਂ ਲੜ ਰਹੇ ਹਾਂ ਜੀ। ਔਰ ਤੁਸੀਂ ਬਕਾਇਦਾ ਉਹਨਾਂ ਨੂੰ ਕਾਲ ਦੇ ਕੇ ਬੁਲਾਇਆ ਆ ਪਿੰਡਾਂ ਦੇ ਵਿੱਚੋਂ, ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਡਿਸਕਸ ਕਰਨਾ ਜ਼ਰੂਰੀ ਨਹੀਂ ਸਮਝਿਆ। ਇੱਥੇ ਆ ਕੇ ਜਿਹੜੀ ਆ ਉਹ ਇੱਕ ਬਕਾਇਦਾ, ਔਰ ਉਸ ਤੋਂ ਬਾਅਦ ਜਦੋਂ ਉਹ ਚੜ੍ਹ ਵੀ ਗਏ ਸੀ ਸਟੇਜ ਦੇ ਉੱਪਰ, ਆਪਣੇ ਬੱਚੇ ਸੀ। ਅਸੀਂ ਇਹੀ ਮੋਦੀ ਨੂੰ ਕਹਿ ਰਹੇ ਹਾਂ ਨਾ ਕਿ ਤੇਰੇ ਆਪਣੇ ਕਿਸਾਨ ਆ, ਕਿ ਤੂੰ ਆ ਸਾਡੇ ਨਾਲ ਗੱਲ ਤਾਂ ਕਰ। ਤੇ ਇਹ ਆਪਣੇ ਬੱਚੇ ਸੀ, ਜਥੇਬੰਦੀਆਂ ਨੂੰ ਚਾਹੀਦਾ ਸੀ ਉਸੇ ਵੇਲੇ ਬਿਨਾਂ ਕੋਈ ਸਮਾਂ ਗਵਾਏ ਉਹਨਾਂ ਦੇ ਵਿੱਚ ਜਾਂਦੇ, ਉਹਨਾਂ ਨਾਲ ਗੱਲਾਂ ਕਰਦੇ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਉਹ ਆਪਣੇ ਬੱਚੇ ਐਡੀ ਵੱਡੀ ਜਥੇਬੰਦੀ ਇੱਕ ਦਿਨ ਪਹਿਲਾਂ ਕਹਿ ਰਹੀ ਹੈ ਕਿ ਅਸੀਂ ਜਿਹੜਾ ਰਿੰਗ ਰੋਡ ਤੇ ਜਾਣਾ ਹੈਗਾ, ਸਾਡਾ ਰੂਟ ਰਿੰਗ ਰੋਡ, ਕਿਉਂ ਨਹੀਂ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਗਿਆ? ਜਥੇਬੰਦੀਆਂ ਗਰਮ ਐਕਸ਼ਨ ਦੇ ਚੁੱਕੀਆਂ ਨੇ। 26 ਜਨਵਰੀ ਦੀ ਤਿਆਰੀ ਕਰ ਲਓ ਜਿੰਨੀ ਹੁੰਦੀ ਆ। ਜਿਹੜੇ ਇੱਥੇ ਨਹੀਂ ਪਹੁੰਚੇ, ਸੱਦੇ ਲਾ ਦਿਓ ਪਿੰਡਾਂ ਨੂੰ। ਹਰੇਕ ਪਿੰਡ ਚੋਂ 20 30 ਟਰੈਕਟਰ ਲਿਆਓ, ਲੈ ਕੇ ਪਹੁੰਚੋ। 26 ਤਰੀਕ ਨੂੰ ਦਿੱਲੀ ਦੀ ਹਿੱਕ ਤੇ ਚੜਾਂਗੇ, ਉਹਦੇ ਉੱਤੇ ਨਚਾਵਾਂਗੇ। योगेंद्र यादव कहते ने गणतंत्र के दिन राष्ट्रीय राजधानी में किसान क्यों ना आए। डल्लेवाल साहब वो कहते 26 ਨੂੰ ਪਾਰਲੀਮੈਂਟ ਭਵਨ ਅੱਗੇ ਜਿਹੜਾ ਕਿਸਾਨ ਦਾ ਹਟ ਜਾਊਗਾ, ਉਦੋਂ ਬਾਅਦ ਮੋਦੀ ਅੱਗੇ ਅਪੀਲ ਇਹ ਹੋਊਗੀ ਕਿ ਜਾਂ ਤਾਂ ਰਿਪੀਲ ਕਰ ਦੇ, ਅਗਲੀ ਮੰਗ ਇਹ ਹੋਊਗੀ ਤੂੰ ਦਫਾ ਹੋ। ਔਰ ਉਹਦੇ ਤੇ ਇਹ ਗੱਲਾਂ ਹੋਈਆਂ ਕਿ ਅਸੀਂ ਜਾਣਾ ਵੀ ਉੱਥੇ ਆ ਜੀ, ਅਸੀਂ ਟਰੈਕਟਰ ਦੇ ਨਾਲ ਟਰਾਲੀ ਲੈ ਕੇ ਜਾਣੀ ਹੈ। ਤੁਸੀਂ ਇਹ ਜਿਹੜੀਆਂ ਸਾਰੀਆਂ ਤੁਹਾਡੀਆਂ ਕਾਲਸ ਆ ਨਾ ਜਥੇਬੰਦੀਆਂ ਦੀਆਂ, ਬੜੀਆਂ ਅਨਕੈਲਕੂਲੇਟਡ ਕਾਲ ਸੀਗੀਆਂ ਕਿ ਰੂਟ ਜਿਹੜੇ ਇਸ ਤਰੀਕੇ ਨਾਲ ਬਣਾਏ ਸੀ ਕਿ ਤਿੰਨਾਂ ਪਾਸਿਆਂ ਤੋਂ ਆਉਣਾ ਸੀ, ਫਿਰ ਉਹਨਾਂ ਨੇ ਯੂ ਟਰਨ ਲੈਣਾ ਸੀ। ਯੂ ਟਰਨ ਉਹਨਾਂ ਨੇ ਬੰਦ ਕਰ ਦਿੱਤੇ, ਕਿਉਂਕਿ ਬਹੁਤ ਸਾਰੀ ਇੱਕ ਸੋਸ਼ਲ ਮੀਡੀਆ ਤੇ ਨਾ ਆਪਾਂ ਕਹਿ ਦਈਏ ਕਿ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਮੋਦੀ ਭਗਤ ਹੁੰਦੇ ਆ, ਹਵਾ ਚੱਲ ਪੈਂਦੀ ਹੈ ਨਾ ਜਿਹੜੀ, ਉਸੇ ਤਰੀਕੇ ਦੇ ਨਾਲ ਇੱਥੇ ਵੀ ਬਹੁਤ ਸਾਰੇ ਇਦਾਂ ਦੇ ਭਗਤ ਹੋ ਜਾਂਦੇ ਆ ਜਾਂ ਅਗੇਂਸਟ ਹੋ ਜਾਂਦੇ ਆ। ਉਹਨਾਂ ਨੂੰ ਇਦਾਂ ਲੱਗੇਗਾ ਕਿ ਅਸੀਂ ਕਿਸੇ ਦੇ ਪੱਖ ਦੀ ਗੱਲ ਕਰਦੇ ਹਾਂ, ਉਹ ਛੱਡੇ ਦਾ ਇਹ ਵੀ ਗੱਦਾਰ ਆ, ਇਹ ਵੀ ਗੱਦਾਰ ਆ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਮੈਨੂੰ ਕਹਿਣਾ ਚਾਹਣ ਤੇ ਤੁਹਾਡੀ ਮਰਜ਼ੀ ਆ, ਬਿਕਾਜ਼ ਕੋਈ ਫਰਕ ਨਹੀਂ ਪੈਂਦਾ। ਸਾਡੀ ਲੜਾਈ ਕਿਹਦੇ ਨਾਲ ਆ, ਅਸੀਂ ਇਹ ਸਮਝ ਲਈਏ ਸਾਡਾ ਦੁਸ਼ਮਣ ਕਿਹੜਾ ਹੈ, ਆਰਐਸਐਸ ਜੀ। ਆਰਐਸਐਸ ਜਿਹੜੀ ਹੈ ਨਾ, ਉਹ ਕੋਈ ਐਵੇਂ ਆਰਗੇਨਾਈਜੇਸ਼ਨ ਨਹੀਂ ਹੈਗੀ, ਬੜੇ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਕਰਦੀ। ਉਹਨਾਂ ਦਾ ਜ਼ੋਰ ਹੀ ਜਿਹੜਾ ਉਹ ਲੀਡਰ ਪੈਦਾ ਕਰਨ ਤੇ ਲੱਗਾ ਹੋਇਆ। ਪਹਿਲਾਂ ਉਹਨਾਂ ਨੇ ਟਕੈਤ ਸਾਹਿਬ ਹੋਣਾ ਵਾਲੇ ਪਾਸੇ ਗਾਜ਼ੀਪੁਰ ਬਾਰਡਰ ਤੇ ਗਏ ਜੀ, ਉੱਥੇ ਉਹਨਾਂ ਨੇ ਪੂਰੀ ਫੋਰਸ ਲਾ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਟਕੈਤ ਸਾਹਿਬ ਖੜ ਗਏ, ਉਹਨਾਂ ਨੇ ਕਿਹਾ ਕਿ ਜਿਹੜੇ ਟਰੈਕਟਰ ਆਏ ਉਹ ਮੇਰੇ ਕਹਿਣ ਤੇ ਆਏ ਆ। ਮਤਲਬ ਜ਼ਿੰਮੇਵਾਰੀ ਤਾਂ ਲੈ ਲਈ ਨਾ ਉਹਨਾਂ ਨੇ। ਇਹ ਤਾਂ ਨਹੀਂ ਕਹਿਤਾ ਕਿ ਫਲਾਣੇ ਬੰਦੇ ਦੇ ਕਹਿਣ ਤੇ ਇਹ ਸਾਡੇ ਨਹੀਂ ਆ ਜੀ, ਇਹ ਤਾਂ ਸਰਦਾਰ ਆਏ, ਸਾਡੇ ਨਹੀਂ ਹੈਗੇ, ਕਹਿ ਸਕਦੇ ਸੀ ਉਹ ਜੀ। ਔਰ ਉਹਨਾਂ ਨੇ ਟਕੈਤ ਸਾਹਿਬ ਦੇ ਸਾਹਮਣੇ ਜਦੋਂ ਉਹਨਾਂ ਨੂੰ ਲਾਠੀਆਂ ਮਾਰਨੀਆਂ ਸ਼ੁਰੂ ਕੀਤੀਆਂ, ਉਹ ਸਰਦਾਰਾਂ ਨੂੰ ਵੱਜਣ ਡੀਆਂ ਸੀ। ਟਕੈਤ ਸਾਹਿਬ ਆਰਾਮ ਨਾਲ ਕਹਿੰਦੇ ਵੀ ਇਹ ਸਾਡੇ ਬੰਦੇ ਹੀ ਨਹੀਂ ਹੈ ਨਾ, ਇਹ ਤਾਂ ਜੀ ਇਹ ਸ਼ਰਾਰਤੀ ਅਨਸਰ ਹੈ। ਪਰ ਉਹ ਕਹਿੰਦੇ ਕਿ ਇਹ ਟਰੈਕਟਰ ਮੈਂ ਬੁਲਾਏ ਆ, ਮੇਰੇ ਬੁਲਾਇਆ ਆਏ ਆ, ਤੇ ਜੇ ਤੁਸੀਂ ਇਹਨਾਂ ਨੂੰ ਕੁਝ ਕਹੋਗੇ ਮੈਨੂੰ ਗੋਲੀ ਮਾਰੋ। ਐਂਡ ਦੈਟ ਇਜ਼ ਹਾਊ ਅ ਲੀਡਰ ਸ਼ੁੱਡ ਬੀ। ਲੀਡਰ ਇਦਾਂ ਦਾ ਹੁੰਦਾ ਆ, ਇਹ ਥੋੜੀ ਕਿ ਮਾੜੀ ਜਿੰਨੀ ਕੋਈ ਪਵੇ ਤੇ ਬਾਅਦ ਚ ਭੱਜ ਜਾਓ, ਹੈ ਨਾ। ਮਤਲਬ ਉਹ ਕੱਲੇ ਟਕੈਤ ਸਾਹਿਬ ਤੁਸੀਂ ਕਹਿ ਸਕਦੇ ਕਿ ਬੱਤੀਆਂ ਦੇ ਭਾਰੀ ਪੈ ਗਏ। ਬੱਤੀਆਂ ਤੇ ਬਿਲਕੁਲ ਉਹਨਾਂ ਨੇ ਕੱਲ ਇੱਕ, ਬੇਸ਼ੱਕ ਉਹ ਬਾਅਦ ਚ ਰੋ ਹੀ ਪਏ, ਹੈ ਨਾ, ਭਾਵੁਕ ਹੁੰਦਾ ਹੈ ਬੰਦਾ, ਪਰ ਉਸ ਇੱਕ ਰੋਣ ਦੇ ਨਾਲ ਜੀ ਸਾਡੇ ਵਰਗਿਆਂ ਨੇ ਇੱਥੋਂ ਜਿਹੜੇ ਬੈਠੇ ਆ ਉਹਨਾਂ ਨੂੰ ਬਕਾਇਦਾ ਫੋਨ ਕਰਕੇ ਲੋਕਾਂ ਨੂੰ ਕਿਹਾ ਕਿ ਵਾਪਸ ਚੱਲੋ, ਉੱਥੇ ਚੱਲੋ, ਹੈ ਨਾ। ਬਿਲਕੁਲ ਸਟ੍ਰੈਟਜੀ ਵੀ ਹੁੰਦੀ ਹੈ ਕਈ ਵਾਰ ਕਿ ਕਿੱਦਾਂ, ਮਤਲਬ ਕਿਸੇ ਨਾ ਕਿਸੇ ਅਲੱਗ-ਅਲੱਗ ਆਪਾਂ ਕਹਿ ਲਈ ਕਿ ਪੜਾਵਾਂ ਚੋਂ ਜਿਹੜਾ ਸੰਘਰਸ਼ ਲੰਘਦਾ ਹੈਗਾ ਜਾਂ ਉਸ ਦੇ ਅਲੱਗ-ਅਲੱਗ ਪੜਾਵ ਹੁੰਦੇ ਆ ਜੀ। ਬਿਲਕੁਲ ਜਦੋਂ ਉਹਨਾਂ ਨੇ ਦੇਖ ਲਿਆ ਕਿ ਬੰਦੇ ਵਾਪਸ ਆ ਰਹੇ ਆ, ਇਮੀਡੀਏਟਲੀ ਉੱਥੋਂ ਜਿਹੜੀ ਆ ਫੋਰਸ ਵਾਪਸ ਚਲੇਗੀ ਜੀ। ਹੁਣ ਉਹਦੇ ਹੀ 16 ਬਟਾਲੀਅਨ ਤੋਂ 6 ਹੀ ਰਹਿ ਗਈਆਂ। ਭਾਰਤੀ ਮੀਡੀਆ ਨੇ ਸਿੱਖਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ, ਇਹਨੂੰ ਤੁਸੀਂ ਕਿਸ ਪੱਖ ਤੋਂ ਦੇਖਦੇ? ਦੇਖੋ, ਉਹ ਉਹਨਾਂ ਦਾ ਇੱਕੋ ਇੱਕ ਉਹਨਾਂ ਦਾ ਹਥਿਆਰ ਆ। ਤੁਸੀਂ ਜੋ ਮਰਜ਼ੀ ਕਹੀ ਜਾਓ ਕਿ ਉਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ, ਜਾਂ ਅਸੀਂ ਤਾਂ ਜੀ ਕਾਮਰੇਡ ਆ, ਜਾਂ ਅਸੀਂ ਕਾਮਰੇਡ ਨਹੀਂ ਹੈਗੇ, ਅਸੀਂ ਕੁਝ ਹੋਰ ਆ ਜੀ। ਜਦੋਂ ਉਹਨਾਂ ਤੁਹਾਡੀ ਪੱਗ ਵੇਖਣੀ ਆ ਨਾ, ਤਾਂ ਉਹਨਾਂ ਤੁਹਾਨੂੰ ਸਿੱਖ ਹੀ ਸਮਝਣਾ। ਔਰ ਜਦੋਂ ਤੁਹਾਨੂੰ ਉਹਨਾਂ ਨੇ ਸਿੱਖ ਸਮਝਣਾ, ਤਾਂ ਉਹਨਾਂ ਨੇ ਸਮਝਣਾ ਕਿ ਇਹ ਜਿਹੜਾ ਨਾ, ਇਹ ਇਸੇ ਪਾਰਟਿਕੂਲਰ ਵਿਚਾਰਧਾਰਾ ਦਾ ਬੰਦਾ ਆ। ਹੁਣ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ, ਉਹਨਾਂ ਨੂੰ ਪਤਾ ਨਹੀਂ ਕਿ ਉਹ ਨਿਸ਼ਾਨ ਸਾਹਿਬ ਖਾਲਿਸਤਾਨ ਦਾ ਝੰਡਾ ਨਹੀਂ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਦਾ ਨਾਮ ਆਪਾਂ ਰੱਖਿਆ ਹੋਇਆ ਹੈ ਸਵੈ ਪੜਚੋਲ ਕਿਸਾਨੀ ਇਨਕਲਾਬ, ਕਿਸਾਨ ਇਨਕਲਾਬ। ਤੇ ਇਸ ਦੇ ਵਿੱਚ ਆਪਾਂ ਦੇਖੀਏ ਕਿ ਗੱਲਬਾਤ ਅੱਜ ਆਪਾਂ ਕਰਨੀ ਹੈ, ਵਿਚਾਰ ਚਰਚਾ ਕਰਨੀ ਹੈ ਕਿ ਜੋ ਹੁਣ ਤੱਕ ਦੇ, ਜੇ ਆਪਾਂ ਕਹੀਏ ਕਿ ਦਿੱਲੀ ਦੀਆਂ ਬਰੂਹਾਂ ਤੇ ਜੋ ਮੋਰਚਾ ਹੈ, ਜੋ ਕਿਸਾਨੀ ਮੋਰਚਾ ਹੈ, ਉਹ ਪਹੁੰਚ ਚੁੱਕਿਆ ਹੋਇਆ ਹੈ। ਤਕਰੀਬਨ 3-4 ਮਹੀਨੇ ਦੀ ਜਿਹੜੀ ਮੁਸ਼ੱਕਤ ਪੰਜਾਬ ਦੇ ਵਿੱਚ, ਫਿਰ ਉਸ ਤੋਂ ਬਾਅਦ ਤਕਰੀਬਨ 2 ਮਹੀਨੇ ਤੋਂ ਜ਼ਿਆਦਾ ਜਿਹੜਾ ਸਮਾਂ ਹੈ ਉਹ ਦਿੱਲੀ ਵਿੱਚ ਵੀ ਹੋ ਚੁੱਕਾ ਹੈ। ਤੇ ਜਿਹੜੇ ਇਸ ਟਾਈਮ ਜਿਸ ਆਪਾਂ ਕਹਿ ਲਈਏ ਕਿ ਜਗ੍ਹਾ 'ਤੇ ਮੋਰਚਾ ਪੁੱਜਿਆ ਹੈ, ਸਰਕਾਰ ਵੱਲੋਂ ਵੀ ਬਹੁਤ ਸਾਰੇ ਪ੍ਰੈਸ਼ਰ ਪਾਏ ਜਾ ਰਹੇ ਨੇ,
ਪਿਛਲੇ ਦਿਨ ਜਿਹੜੀਆਂ ਹੈ ਮੋਰਚਾ ਚੁਕਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਸਰਕਾਰੀ ਬੰਦੇ ਵੀ ਆਏ, ਪੱਥਰਾਅ ਵੀ ਹੋਇਆ, ਬਹੁਤ ਕੁਝ ਜਿਹੜਾ ਹੈ ਇਹਨਾਂ ਦਿਨਾਂ ਦੇ ਵਾਪਰਿਆ ਹੈ। ਤੇ ਇੱਥੇ ਅਕਾਲ ਚੈਨਲ ਦਾ ਫਰਜ਼ ਬਣਦਾ ਹੈ ਕਿ ਕੁਝ ਫੈਕਟ ਬੇਸ ਗੱਲ ਕੀਤੀ ਜਾਵੇ, ਜੋ ਅਸਲ ਐਨਾਲਾਈਸਿਸ ਹੈ ਉਹ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ, ਤਾਂ ਕਿ ਦਰਸ਼ਕਾਂ ਨੂੰ ਮਸਲੇ ਦੀ ਜੜ ਦਾ ਪਤਾ ਹੋਵੇ ਕਿ ਇਹ ਕੀ ਕੁਝ ਚੱਲ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈ, ਔਰ ਐਜ਼ ਏ ਇੰਡੀਵਿਜੂਅਲ ਅਸੀਂ ਕਿਸ ਤਰੀਕੇ ਦੇ ਨਾਲ ਇਸ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹਾਂ। ਸਾਡੇ ਨਾਲ ਇਸੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਬੀਬੀ ਕਿਰਨਪ੍ਰੀਤ ਕੌਰ ਜੀ, ਜੋ ਕਿ ਸਿੱਖ ਵਿਦਵਾਨ ਨੇ। ਆਓ ਇਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸ਼ੁਰੂਆਤ ਅੱਜ ਆਪਾਂ ਇੱਥੋਂ ਹੀ ਕਰਨੀ ਹੈ, ਕਿਉਂਕਿ ਇਸ ਮੋਰਚੇ ਦੇ ਵਿੱਚ ਜਿੱਥੇ 26 ਨਵੰਬਰ ਜਾਂ 25 ਨਵੰਬਰ ਦਾ ਪੜਾਅ ਸੀ, ਉੱਥੇ 26 ਜਨਵਰੀ ਦਾ ਜਿਹੜਾ ਦਿਨ ਹੈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਸ ਨੂੰ ਵਰਤਿਆ ਗਿਆ, ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਇੱਕ ਐਂਟੀ ਨੈਸ਼ਨਲ ਦੀ ਕੈਂਪੇਨ ਜਿਹੜੀ ਹੈ ਮੀਡੀਆ ਵੱਲੋਂ ਚਲਾਈ ਗਈ, ਬਹੁਤ ਕੁਝ ਇਸੇ ਤਰੀਕੇ ਦੇ ਨਾਲ ਕੀਤਾ ਗਿਆ ਤੇ ਉਸ ਦੇ ਨਾਲ ਜਿਹੜਾ ਹੈ ਸਿੱਖਾਂ ਦਾ ਅਕਸ ਵਿਗਾੜਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ। ਤੇ ਸ਼ੁਰੂਆਤ ਅੱਜ ਆਪਾਂ ਇੱਥੋਂ ਹੀ ਕਰਨੀ ਹੈਗੀ ਆ। ਤੁਸੀਂ ਕੀ ਸੋਚਦੇ ਆ ਕਿ ਜੋ ਕੁਝ ਹੋਇਆ, ਚਾਹੇ ਜਿੰਨੀਆਂ ਵੀ ਘਟਨਾਵਾਂ ਹੋਈਆਂ, ਉਹ ਸਹੀ ਹੋਇਆ ਜਾਂ ਗਲਤ ਹੋਇਆ, ਜਾਂ ਕਿੱਦਾਂ, ਜੇ ਆਪਾਂ ਸ਼ਾਰਟ ਦੇ ਵਿੱਚ ਥੋੜਾ ਸਮਾਂ ਦੱਸਣਾ ਹੋਵੇ? ਸਭ ਤੋਂ ਪਹਿਲਾਂ ਤਾਂ ਭਾਜੀ ਮੈਂ ਇਹ ਕਹੂੰਗੀ ਕਿ ਜਿਹੜੇ ਆਪਣੇ ਸਵਾਲ ਹੁੰਦੇ ਆ ਨਾ, ਸਾਡੀ ਸਭ ਤੋਂ ਵੱਡੀ ਸਹੀ ਜਾਂ ਗਲਤ ਦੀ ਪਹਿਚਾਣ ਉਹ ਇੱਥੋਂ ਹੀ ਗੜਬੜ ਹੋ ਜਾਂਦੀ ਹੈ ਕਿ ਅਸੀਂ ਬਹੁਤ ਓਪਨ ਐਂਡਡ ਸਵਾਲ ਕਰ ਲੈਂਦੇ ਆ ਔਰ ਉਹ ਬੜੇ ਸਬਜੈਕਟਿਵ ਸਵਾਲ ਹੋ ਜਾਂਦੇ ਆ ਜੀ। ਕਿਸੇ ਲਈ ਇਹ ਚੰਗਾ ਹੋਊਗਾ, ਕਿਸੇ ਲਈ ਇਹ ਮਾੜਾ ਹੋਊਗਾ, ਕਿਸੇ ਨੂੰ ਲੱਗਾ ਇਹ ਠੀਕ ਹੋਇਆ। ਕਿਸੇ ਵੀ ਸਵਾਲ ਦੇ ਉੱਤੇ ਆਪਾਂ ਜਦੋਂ ਟਾਰਗੇਟ ਕਰਦੇ ਹਾਂ ਜਾਂ ਸਵਾਲ ਪੁੱਛਣ ਦਾ ਜਿਹੜਾ ਜੋ ਇੱਕ ਸਵਾਲ ਦਾ ਇੱਕ ਤਰੀਕਾ ਹੁੰਦਾ, ਜੋ ਆਪਾਂ ਆਪਣੇ ਆਪ ਕੋਲੋਂ ਵੀ ਪੁੱਛੀਏ, ਤਾਂ ਆਪਾਂ ਉਹਦੀਆਂ ਲੇਅਰਸ ਨੂੰ ਸਮਝਣਾ ਸ਼ੁਰੂ ਕਰੀਏ, ਕਿਉਂਕਿ ਹਰ ਇੱਕ ਸਵਾਲ ਕਈ ਸਾਰੀਆਂ ਲੇਅਰਸ ਹੁੰਦੀਆਂ। ਚੰਗਾ ਹੋਇਆ ਜਾਂ ਮਾੜਾ ਹੋਇਆ, ਇਹਦੇ ਵਿੱਚ ਕਈ ਲੇਅਰਸ ਨੇ ਜਿਹੜੀਆਂ ਆਪਾਂ ਨੂੰ ਸਲੋਲੀ ਲੇਅਰ ਬਾਈ ਲੇਅਰ ਡੀਕੋਡ ਕਰਨੀਆਂ ਬਹੁਤ ਜ਼ਰੂਰੀ ਹੈ। ਇਹ ਆਮ ਮਰਾ ਦੀ ਜ਼ਿੰਦਗੀ ਵਿੱਚ ਵੀ ਆਪਾਂ ਆਪਣੇ ਵਾਸਤੇ ਇੱਕ ਪੈਰਾਮੀਟਰ ਸੈੱਟ ਕਰ ਲਈਏ ਕਿ ਜਦੋਂ ਅਸੀਂ ਕਿਸੇ ਘਟਨਾ ਦੇ ਬਾਰੇ ਗੱਲ ਕਰੀਏ ਨਾ, ਤਾਂ ਅਸੀਂ ਇਹ ਦੇਖੀਏ ਕਿ ਉਸ ਘਟਨਾ ਦੇ ਵਿੱਚ ਲੇਅਰਸ ਕਿੰਨੀਆਂ ਆ, ਉਹਨਾਂ ਕੱਲੀ ਲੇਅਰ ਨੂੰ ਫੜ ਕੇ ਫਿਰ ਉਹਨੂੰ ਡੀਕੋਡ ਕਰੀਏ ਔਰ ਉਹਦੇ ਸਵਾਲਾਂ ਦੇ ਜਵਾਬ ਲੱਭਣੇ ਸ਼ੁਰੂ ਕਰੀਏ। ਕਦੀ ਵੀ ਜਿਹੜਾ ਜ਼ਿੰਦਗੀ ਵਿੱਚ ਵੀ ਜਿਹੜੇ ਆਪਣੇ ਸਵਾਲ ਹੁੰਦੇ ਆ ਨਾ, ਉਹ ਇਹ ਨਹੀਂ ਹੁੰਦੇ ਕਿ ਕੀ ਠੀਕ ਕੀ ਗਲਤ, ਇਹਦੇ ਵਿੱਚ ਹੁੰਦਾ ਕਿ ਕਿੱਥੇ ਕੀ ਸਹੀ ਕੀ ਗਲਤ। ਤਾਂ ਆਪਾਂ, ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤੇ ਆਪਾਂ ਆਪਣੇ ਜਿਹੜਾ ਸਵਾਲ ਆ ਉਹਨਾਂ ਨੂੰ ਇੱਕ ਲੇਅਰਸ ਦੇ ਵਿੱਚ ਆਪਾਂ ਉਹਨੂੰ ਡੀਕੋਡ ਕਰਨਾ ਸ਼ੁਰੂ ਕਰੀਏ। ਜੀ ਬਿਲਕੁਲ ਜੀ, ਕਿਉਂਕਿ ਜੇ ਆਪਾਂ ਕਹੀਏ ਕਿ ਬਹੁਤ ਕੁਝ ਜਿਹੜਾ ਹੈ ਇਹਨਾਂ ਸਮਿਆਂ ਦੇ ਵਿੱਚ ਜਿਹੜਾ ਵਾਪਰਿਆ ਹੈਗਾ, ਔਰ ਇੱਥੇ ਜਿਸ ਤਰੀਕੇ ਦੇ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਨੂੰ ਕਿਸ ਬੰਨੇ ਨੂੰ ਲੈ ਕੇ ਜਾਇਆ ਗਿਆ, ਇੱਕੋ ਹੀ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਪੁੱਛੇ ਗਏ ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਵਰਤ ਕੇ ਜਿਹੜਾ ਹੈ ਕੁਝ ਲੋਕਾਂ ਨੂੰ ਜਿਹੜਾ ਗੱਦਾਰ ਤੱਕ ਗਰਦਾਨ ਦਿੱਤਾ ਜਾਂਦਾ ਹੈ। ਇਹਨਾਂ ਸਾਰੇ ਸਵਾਲਾਂ 'ਤੇ ਆਪਾਂ ਆਵਾਂਗੇ, ਦੇਖਾਂਗੇ ਕੀ ਹੋਇਆ, ਕਿਉਂ ਹੋਇਆ ਤੇ ਕਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ, ਇਹ ਵੀ ਇਸ ਪ੍ਰੋਗਰਾਮ ਵਿੱਚ ਅੱਜ ਆਪਾਂ ਡਿਸਕਸ ਕਰਨਾ ਹੈਗਾ। ਤੇ ਹੁਣ ਆਪਾਂ ਥੋੜ੍ਹਾ ਜਾਈਏ ਕਿ ਜੋ ਸੀਕੁਐਂਸ ਆਫ ਈਵੈਂਟ ਜਿਹੜੀਆਂ ਹੋਈਆਂ ਹੈਗੀਆਂ, ਆਪਾਂ 25 ਜਨਵਰੀ ਨੂੰ ਹੀ ਦੇਖ ਲਈਏ, ਇਸ ਤੋਂ ਲੈ ਕੇ ਜੋ ਕੁਝ ਵਾਪਰਿਆ ਹੈਗਾ, ਥੋੜ੍ਹਾ ਜਿਹਾ ਉਸ 'ਤੇ ਵੀ ਵਿਚਾਰ ਚਰਚਾ ਪਾਓ ਕਿ ਕਿਵੇਂ ਕੀ ਹੋਇਆ, ਕਿੱਦਾਂ ਇਹ ਲੇਅਰਸ ਬਣੀਆਂ। ਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ 26 ਜਨਵਰੀ ਦੀ ਗੱਲ ਹੀ ਕਰਨੀ ਹੈ ਤਾਂ ਵੈਸੇ ਤਾਂ ਬਹੁਤ ਪਿੱਛੋਂ ਚੱਲ ਪੈਂਦਾ ਕੰਮ ਹੈ ਨਾ, ਪਰ ਆਪਾਂ ਸਿਰਫ 26 ਜਨਵਰੀ ਨੂੰ ਅਗਰ ਆਪਾਂ ਇਸ ਟਾਈਮ ਦੇ ਉੱਪਰ ਇੱਕ ਲੇਅਰ ਨੂੰ ਫੋਕਸ ਕਰੀਏ ਤਾਂ 25 ਤਰੀਕ ਦੀ ਰਾਤ ਨੂੰ ਜਿਹੜੇ ਮੁੰਡੇ ਆ ਉਹ ਸਾਰੇ ਸਟੇਜ ਤੇ ਆ ਜਾਂਦੇ ਆ ਜੀ। ਸਟੇਜ ਤੇ ਆ ਕੇ ਉਹ ਆਪਣੀ ਅਸਹਿਮਤੀ ਜਤਾਉਂਦੇ ਆ ਆਪਣੀਆਂ ਸਾਰੀਆਂ ਜਥੇਬੰਦੀਆਂ ਨਾਲ ਕਿ ਜੋ ਉਹਨਾਂ ਨੇ ਰੂਟ ਦਿੱਤਾ। ਹੁਣ ਉਸ ਤੋਂ ਬਾਅਦ ਹਰ ਕਿਸੇ ਦਾ ਇਹ ਸੀਗਾ ਜਿਹੜਾ ਫਰਜ਼ ਇਹ ਬਣਦਾ ਸੀ ਕਿ ਜਥੇਬੰਦੀਆਂ ਆਪ ਮੂਹਰੇ ਅੱਗੇ ਆਉਂਦੀਆਂ, ਆ ਕੇ ਉਹਨਾਂ ਦੀਆਂ ਗੱਲ ਸੁਣਦੀਆਂ, ਕਿਉਂਕਿ ਸਾਨੂੰ ਇਹ ਸਮਝਣਾ ਪਊਗਾ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਨਾ, ਉਹ ਪ੍ਰੋਟੈਸਟ ਕਿਉਂ ਕਰ ਰਹੇ ਹਾਂ। ਇਸ ਲਈ ਨਹੀਂ ਕਿ ਅਸੀਂ ਐਂਟੀ ਮੋਦੀ ਹਾਂ ਜਾਂ ਅਸੀਂ ਐਂਟੀ ਬੀਜੇਪੀ ਹਾਂ। ਸਾਡੀ ਪ੍ਰੋਬਲਮ ਕੀ ਆ ਕਿ ਇੱਕ ਕੋਈ ਉਹਨਾਂ ਨੇ ਸਾਡੇ ਲਈ ਲਾਅ ਬਣਾਇਆ ਜੋ ਕਿ ਸਾਡੇ ਲਈ ਹੈ, ਪਰ ਸਾਡੇ ਨਾਲ ਡਿਸਕਸ ਨਹੀਂ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਲੱਗਾ ਕਿ ਉਹ ਬੁਰਾ ਆ, ਹੁਣ ਉਹਨਾਂ ਨੂੰ ਲੱਗ ਰਿਹਾ ਕਿ ਉਹ ਠੀਕ ਹੈ, ਸਾਨੂੰ ਲੱਗ ਰਿਹਾ ਉਹ ਮਾੜਾ ਹੈ। ਪਰ ਮੇਨ ਮੁੱਦਾ ਤਾਂ ਇਹ ਆ ਕਿ ਸਾਡੇ ਨਾਲ ਡਿਸਕਸ ਨਹੀਂ ਕੀਤਾ ਗਿਆ ਔਰ ਇਸ ਕਰਕੇ ਉਹ ਅਨਕਨਸਟੀਟਿਊਸ਼ਨਲ ਹੋ ਗਿਆ। ਜਿਹੜੇ ਬੈਨੀਫੀਸ਼ੀਅਰੀਜ਼ ਆ ਤੁਸੀਂ ਉਹਨਾਂ ਨਾਲ ਡਿਸਕਸ ਹੀ ਨਹੀਂ ਕੀਤਾ ਤੇ ਇਸੇ ਕਰਕੇ ਸਾਡਾ ਪ੍ਰੋਟੈਸਟ ਆ। ਜੀ ਹੁਣ ਜਿਹੜੀ ਇਹ ਅਗਰ ਆਪਾਂ ਜਿਹੜਾ ਉਹ ਵਰਤਾਰਾ ਆ ਅਗਰ ਉਹਨੂੰ ਵੀ ਦੇਖੀਏ ਤਾਂ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਦਿੱਲੀ ਪੁਲਿਸ ਨਾਲ ਮਿਲ ਕੇ ਕਿ ਜੋ ਸਾਡੀ ਪਹਿਲੀ ਕਾਲ ਸੀ ਅਸੀਂ ਉਹਨੂੰ ਮਾਈਨਸ ਕਰ ਦਿੰਨੇ ਆ, ਜਿਹੜੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਊਟਰ ਰਿੰਗ ਰੋਡ ਦੇ ਉੱਤੇ ਕਰਾਂਗੇ, ਬਟ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਸ਼ੱਕ ਇਹ ਤੁਸੀਂ ਉਹਨਾਂ ਨੂੰ ਦਿਖਾ ਵੀ ਸਕਦੇ ਆ ਕਿ ਰਿੰਗ ਰੋਡ ਤੇ ਜਿਹੜੇ ਬਾਅਦ ਵਿੱਚ ਉਹਨਾਂ ਨੇ ਪਲਾਨ ਲਏ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਜਿਹੜੇ ਉਹ ਨੌਜਵਾਨ ਆ, ਕਿਉਂਕਿ ਬੈਨੀਫੀਸ਼ੀਅਰੀ ਨੌਜਵਾਨ ਆ, ਤੁਸੀਂ ਉਹਨਾਂ ਨੂੰ ਕਹਿ ਰਹੇ ਤੁਹਾਡੇ ਭਵਿੱਖ ਦੀ ਲੜਾਈ ਅਸੀਂ ਲੜ ਰਹੇ ਹਾਂ ਔਰ ਤੁਸੀਂ ਬਕਾਇਦਾ ਉਹਨਾਂ ਨੂੰ ਕਾਲ ਦੇ ਕੇ ਬੁਲਾਇਆ ਆ ਪਿੰਡਾਂ ਦੇ ਵਿੱਚੋਂ, ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਡਿਸਕਸ ਕਰਨਾ ਹੀ ਜ਼ਰੂਰੀ ਨਹੀਂ ਸਮਝਿਆ। ਇੱਥੇ ਆ ਕੇ ਜਿਹੜੀ ਆ ਉਹ ਇੱਕ
ਬਕਾਇਦਾ, ਔਰ ਉਸ ਤੋਂ ਬਾਅਦ ਜਦੋਂ ਉਹ ਚੜ੍ਹ ਵੀ ਗਏ ਸੀ ਸਟੇਜ ਦੇ ਉੱਪਰ, ਆਪਣੇ ਬੱਚੇ ਸੀ। ਅਸੀਂ ਇਹੀ ਮੋਦੀ ਨੂੰ ਕਹਿ ਰਹੇ ਹਾਂ ਨਾ ਕਿ ਤੇਰੇ ਆਪਣੇ ਕਿਸਾਨ ਆ, ਕਿ ਤੂੰ ਆ ਸਾਡੇ ਨਾਲ ਗਲਤਾਂ ਕਰ, ਤੇ ਇਹ ਆਪਣੇ ਬੱਚੇ ਸੀ। ਜਥੇਬੰਦੀਆਂ ਨੂੰ ਚਾਹੀਦਾ ਸੀ ਉਸੇ ਬਿਨਾਂ ਕੋਈ ਸਮਾਂ ਗਵਾਏ ਉਹਨਾਂ ਦੇ ਵਿੱਚ ਜਾਂਦੇ, ਉਹਨਾਂ ਨਾਲ ਗੱਲਾਂ ਕਰਦੇ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਉਹ ਆਪਣੇ ਬੱਚੇ ਸੀ ਜੀ ਜੀ। ਪਰ ਇੰਜ ਨਹੀਂ ਹੋਇਆ। ਬਕਾਇਦਾ ਅਗਲੇ ਦਿਨ ਤੱਕ ਵੀ ਇਹ ਸਾਰੇ ਜੋ ਵੀ ਹੈ ਉਹਨੂੰ ਹੋਣ ਦਿੱਤਾ ਗਿਆ। ਔਰ ਇਹ ਤਕਰੀਬਨ ਫਿਰ ਸਾਡਾ ਪ੍ਰੋਟੈਸਟ ਜਿਹੜਾ ਆ, ਤੇ ਫਿਰ ਤੇ ਜਥੇਬੰਦੀਆਂ ਵੀ ਉਸੇ ਜਗ੍ਹਾ ਦੇ ਉੱਤੇ ਖੜੀਆਂ ਹੋ ਗਈਆਂ ਜਿੱਥੇ ਮੋਦੀ ਸਾਹਿਬ ਖੜੇ ਨੇ। ਮਤਲਬ ਜੋ ਗਲਤੀ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਨੇ ਕੀਤੀ, ਉਹੀ ਗਲਤੀ ਜਥੇਬੰਦੀਆਂ ਨੇ ਕੀਤੀ ਜਾਂ ਲੀਡਰਸ ਨੇ ਕੀਤੀ। ਬਿਲਕੁਲ, ਜਦੋਂ ਤੁਸੀਂ ਲੋਕਾਂ ਵਾਸਤੇ ਕੋਈ ਫੈਸਲਾ ਲੈਣੇ ਆ ਨਾ, ਤਾਂ ਤੁਹਾਨੂੰ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਬੜਾ ਇੱਕ ਇੰਪੋਰਟੈਂਟ ਪੁਆਇੰਟ ਇੱਥੇ ਹੈਗਾ, ਕਿਉਂਕਿ ਜੇ ਅਸੀਂ ਕਹਿ ਲਈਏ ਕਿ ਇੱਥੇ ਡਿਕਟੇਟਰ ਦੀ ਤਰ੍ਹਾਂ ਚੱਲਿਆ ਜਾਏਗਾ, ਜਾਂ ਆਪਾਂ ਕਹਿ ਲਈਏ ਕਿ ਜੇ ਇੱਕ ਫੈਸਲੇ ਲੈ ਲੇ ਤੇ ਉਹਨੂੰ ਜਿਹੜਾ ਤੁਹਾਨੂੰ ਮੰਨਣਾ ਹੀ ਪਵੇਗਾ, ਤੇ ਫਿਰ ਆਪਾਂ ਮੋਦੀ ਸਾਹਿਬ ਨੂੰ ਗਾਲਾਂ ਨਾ ਕਰੀਏ, ਫਿਰ ਇਦਾਂ ਦੇ ਪ੍ਰੋਟੈਸਟ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਜੇ ਆਪਾਂ ਕਹਿੰਦੇ ਆ ਕਿ ਅਸੀਂ ਕੁਝ ਬੈਟਰ ਦੇਣਾ ਹੈਗਾ, ਕਿ ਅਸੀਂ ਇੱਕ ਚੰਗੀ ਐਗਜ਼ਾਮਪਲ ਸੈੱਟ ਕਰਨੀ ਆ, ਤੇ ਫਿਰ ਤੁਸੀਂ ਇਹ ਤਾਂ ਕਰ ਨਹੀਂ ਨਾ ਸਕਦੇ ਵੀ ਉਹਦੇ ਵਾਲਾ ਜਿਹੜਾ ਹੈਗਾ ਮਾੜਾ ਹੈ ਤੇ ਜਿਹੜਾ ਮੈਂ ਕਰ ਰਿਹਾ ਉਹ ਉਹ ਚੰਗਾ ਹੈ। ਬਿਲਕੁਲ, ਕਿਉਂਕਿ ਚਲੋ ਮੰਨ ਵੀ ਲਈਏ ਕਿ ਹੋ ਸਕਦਾ ਕਿ ਜਿਹੜਾ ਤੁਸੀਂ, ਕਿਉਂਕਿ ਮੰਨ ਲਈਏ ਕਿ ਜਿਹੜੀਆਂ ਜਥੇਬੰਦੀਆਂ ਦੀ ਇਸ ਟਾਈਮ ਤੇ ਸਿਚੁਏਸ਼ਨ ਇਹ ਸੀਗੀ ਕਿ ਪੁਲਿਸ ਨਾਲ ਉਹਨਾਂ ਦਾ ਜੋ ਵੀ ਉਹਨਾਂ ਨੇ ਗੱਲ ਕਰ ਲਈ ਸੀ, ਉਹ ਆਪਣੀ ਗੱਲ ਤੋਂ ਨਹੀਂ ਸੀ ਹਟ ਸਕਦੇ, ਮੰਨ ਲਈਏ। ਪਰ ਜਥੇਬੰਦੀਆਂ ਨੂੰ ਉਸ ਟਾਈਮ ਦੇ ਉੱਤੇ ਉਹਨਾਂ ਨੌਜਵਾਨਾਂ ਦੇ ਵਿੱਚ ਆਉਣਾ ਚਾਹੀਦਾ ਸੀ, ਔਰ ਆ ਕੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਨੀ ਸੀ। ਉਹ ਆਪਣੇ ਬੱਚੇ ਸੀ, ਉਹਨਾਂ ਮੰਨ ਜਾਣਾ ਸੀ, ਔਰ ਇਹ ਇੰਨਾ ਸਾਰਾ ਕੁਝ ਜਿਹੜਾ ਹੈ ਖਿਲਾਰਾ ਨਹੀਂ ਸੀ ਪੈਣਾ। ਬਟ ਜਿਵੇਂ ਜਿਵੇਂ ਆਪਾਂ ਅੱਗੇ ਗੱਲ ਕਰਾਂਗੇ, ਉਹ ਖਿਲਾਰਾ ਸ਼ਾਇਦ ਪਾ ਦਿੱਤਾ ਗਿਆ ਜਾਂ ਪੈਣਾ ਹੀ ਸੀ, ਕਿਉਂਕਿ ਉਹ ਇੱਕ ਟ੍ਰੈਪ ਸੀਗਾ ਜਿਹਦੇ ਵਿੱਚ ਸਾਡੇ ਲੋਕ ਫਸ ਗਏ, ਹੈ ਨਾ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਕਹੂੰਗੀ ਕਿ ਜਥੇਬੰਦੀਆਂ, ਜੋ ਕਿ ਅਜੇ ਤੱਕ ਅਸੀਂ ਸਾਰੇ ਹਿਊਮਨ ਆ, ਸਾਡੇ ਕੋਲ ਗਲਤੀਆਂ ਹੁੰਦੀਆਂ ਆ। ਗਲਤੀ ਦੀ ਸਭ ਤੋਂ ਵੱਡਾ ਜਿਹੜਾ ਮੈਗਨੀਟਿਊਡ ਆ, ਉਹ ਉਦੋਂ ਬਣ ਜਾਂਦਾ ਜਦੋਂ ਅਸੀਂ ਇੱਕ ਦੂਜੇ ਨਾਲ ਸਲਾਹ ਕਰਨੀ ਬੰਦ ਕਰ ਦਿੰਦੇ ਆ, ਹੈ ਨਾ। ਔਰ ਇੱਥੇ ਮੈਨੂੰ ਲੱਗਾ ਕਿ ਖਾਮੀ ਆਈ ਹੈ। ਹੁਣ ਜਦੋਂ ਆਪਾਂ ਸੀਕੁਐਂਸ ਦੇਖਦੇ ਆ, 25 ਤਰੀਕ ਨੂੰ ਜਦੋਂ ਮੁੰਡੇ ਚਗੇ ਸਟੇਜ ਦੇ ਉੱਪਰ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਮਿਲੀ, ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ। ਤੇ ਅਗਲੇ ਦਿਨ ਹੁਣ ਹੁੰਦਾ ਕੀ ਆ, ਇਹਨੂੰ ਧਿਆਨ ਨਾਲ ਜਰਾ ਦੇਖਿਓ। 26 ਤਰੀਕ ਨੂੰ ਜਦੋਂ ਮੁੰਡੇ ਇੱਥੋਂ ਚੱਲਦੇ ਆ, ਹੈ ਨਾ, ਹੁਣ ਜਥੇਬੰਦੀਆਂ ਦਾ ਇਹ ਇਲਜ਼ਾਮ ਆ ਕਿ ਸਾਡਾ ਕਾਲ ਸੀਗੀ 10 ਵਜੇ, ਇਹ 8 ਵਜੇ ਚੱਲ ਪਏ। ਫਾਈਨ, ਫੇਅਰ ਇਨਫ, ਇਹ ਗੱਲ ਠੀਕ ਆ, ਕਿਉਂਕਿ ਆਪਾਂ ਉਹਨਾਂ ਨੂੰ ਕੋਈ ਸੇਧ ਦਿੱਤੀ ਨਹੀਂ ਜਾਂਦੇ। ਉਹ ਤੋਂ ਜਦੋਂ ਰਾਤੀ, ਕਿਉਂਕਿ ਅਸੀਂ ਵੀ ਉਹ ਸਾਰੀ ਫੁਟੇਜ ਦੇਖੀ ਵੀ ਹੈਗੀ ਆ, ਰਾਤ ਨੂੰ ਉਹ ਸਾਰੀ ਫੁਟੇਜ ਦਿਖਾਲੀ ਹੈਗੀ ਆ, ਉਹ ਰਾਤੀ 12 ਵਜੇ ਤੱਕ ਜਿੰਨੇ ਵੀ ਜਾਣੇ ਸਟੇਜ ਤੇ ਸੀ ਉਹ ਕਹਿੰਦੇ ਸੀ ਕਿ ਕੋਈ ਲੀਡਰ ਆਵੇ। ਈਵਨ ਕਿ ਬਹੁਤ ਸਾਰੇ ਉੱਥੇ ਗੁਰਸਿੱਖ ਲੋਕ ਵੀ ਸੀ, ਉਹ ਕੰਟਰੋਲ ਕਰ ਰਹੇ ਸੀ। ਉਹ ਇਦਾਂ ਦਾ ਕੋਈ ਮਾਹੌਲ ਨਹੀਂ ਸੀਗਾ ਕਿ ਉਹਨਾਂ ਨੇ ਕੁੱਟਮਾਰ ਕਰਨੀ ਸੀ ਜਾਂ ਇਸ ਤਰ੍ਹਾਂ ਦਾ ਹੋਣਾ ਸੀ। ਉਹ ਕਹਿੰਦੇ ਸੀ ਕਿ ਆ ਕੇ ਲੀਡਰ ਸਾਨੂੰ ਸੇਧ ਦੇਣ। ਬਕਾਇਦਾ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਸੰਗਤ ਨੇ, ਹੈ ਨਾ, ਜਿਹਦੇ ਵਿੱਚ ਸਾਰੇ ਉਦੋਕੇ ਸਾਹਿਬ ਹੋਣੀ ਵੀ ਸੀਗੇ, ਕਿ ਉਹ ਜਾ ਕੇ ਉਹਨਾਂ ਨਾਲ ਗੱਲ ਕਰਨਗੇ। ਪਰ ਉਹਨਾਂ ਨੂੰ ਮਿਲਿਆ ਨਹੀਂ ਗਿਆ ਜਾਂ ਨਹੀਂ ਗਏ, ਪਤਾ ਨਹੀਂ ਉਹ ਕੀ ਹੋਇਆ। ਉਹਦਾ ਉਹ ਪੂਰਾ ਜਿਹੜਾ ਚੰਕ ਆ ਨਿਊਜ਼ ਚੋਂ ਬਾਹਰ ਹੋ ਗਿਆ ਕਿ ਉਹ 5 ਮੈਂਬਰੀ ਕਮੇਟੀ ਦਾ ਕੀ ਬਣਿਆ। ਅਗਲੇ ਦਿਨ ਸਵੇਰ ਤੱਕ ਉਹ ਜਦੋਂ ਤੁਸੀਂ ਸਾਰੀ ਰਾਤ ਜਿਹੜਾ ਨੌਜਵਾਨੀ ਦਾ ਜੋਸ਼ ਹੁੰਦਾ ਨਾ, ਤੁਸੀਂ ਉਹਨੂੰ ਬੰਨਣਾ ਦੇ ਵਿੱਚ ਬੰਨ ਕੇ ਨਹੀਂ ਰੱਖ ਸਕਦੇ। ਇਹ ਪੋਸੀਬਿਲਿਟੀ ਨਹੀਂ ਆ, ਤੁਹਾਨੂੰ ਉਹਨਾਂ ਨੂੰ ਸੇਧ ਦੇਣੀ ਪਊਗੀ। ਜਿੱਥੇ ਤੁਸੀਂ ਉਹਨਾਂ ਨੂੰ ਫਿਰ ਅਗਲੇ ਦਿਨ ਜਦੋਂ ਆਪ ਮੁਹਰੇ ਚਾਲੇ ਪਾਏ। ਹੁਣ ਅਗਲੀ ਗੱਲ ਆਉਂਦੀ ਆ ਕਿ ਉਹ ਲਾਲ ਕਿਲੇ ਕਿਉਂ ਗਏ। ਇਹਦੇ ਵਿੱਚ ਦੇਖਣਾ ਇਹ ਜ਼ਰੂਰੀ ਆ ਕਿ ਕੱਲ ਮੈਂ ਗਲਵ ਵੜੈਚ, ਸ਼ਾਇਦ ਕੋਈ ਸਿੰਗਰ ਨੇ, ਤੇ ਉਹਨਾਂ ਦੀ ਮੈਂ ਕੱਲ ਇੱਕ ਵੀਡੀਓ ਕਿਸੇ ਨੇ ਮੈਨੂੰ ਭੇਜੀ, ਮੈਂ ਸੁਣਦੀ ਪਈ ਸੀ। ਉਹ ਵੀ ਦੱਸਦੇ ਪਏ ਆ ਕਿ ਜਿਹੜਾ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਰੂਟ, ਅਗਰੀਡ ਰੂਟ ਸੀਗਾ, ਉਹਦੇ ਪਾਸ ਇੱਕ ਪਾਸੇ ਜਾਣ ਲੱਗਿਆ ਉਹਨਾਂ ਨੇ ਖੋਲ ਦਿੱਤਾ, ਜਿੱਥੋਂ ਉਹਨਾਂ ਨੇ ਯੂ ਟਰਨ ਲੈਣਾ ਸੀ ਉਹ ਬੰਦ ਕਰ ਦਿੱਤਾ। ਸੋ ਉਹ ਯੂ ਟਰਨ ਨਹੀਂ ਲੈ ਸਕਦੇ ਸੀਗੇ, ਤੇ ਉੱਥੇ ਹੀ ਉਹਨਾਂ ਦੇ ਲੋਕ ਸੀ, ਮਤਲਬ ਜੋ RSS ਦੇ ਜਾਂ BJP ਦੇ ਜੋ ਲੋਕ ਹੋਣਗੇ, ਜਿਹੜੇ ਕਹਿ ਰਹੇ ਸੀਗੇ ਅੱਗੇ ਚਲੋ ਰਿੰਗ ਰੋਡ। ਔਰ ਗਲਵ ਵੜੈਚ, ਕਨਵਰ ਗਰੇਵਾਲ, ਹਰਫ ਚੀਮਾ, ਜੋ ਉਹਨਾਂ ਨੇ ਨਾਮ ਲਏ ਆ, ਉਹ ਕਹਿੰਦੇ ਅਸੀਂ ਸਾਰੇ ਇੱਕੋ ਗੱਡੀ ਵਿੱਚ ਸੀਗੇ ਔਰ ਅਸੀਂ ਸਾਰੇ ਉਸ ਪਾਸੇ ਚੱਲ ਪਏ ਜਿੱਧਰ ਉਹ ਕਹਿ ਰਹੇ ਸੀ, ਰਿੰਗ ਰੋਡ ਵਾਲੇ ਪਾਸੇ। ਅੱਗੇ ਜਾ ਕੇ ਜਦੋਂ ਉਹਨਾਂ ਨੇ ਕਿਹਾ ਲਾਲ ਕਿਲਾ, ਤੇ ਸ਼ਾਇਦ ਕਨਵਰ ਗਰੇਵਾਲ ਉਹਨਾਂ ਕਿਹਾ ਕਿ ਨਹੀਂ, ਜਥੇਬੰਦੀਆਂ ਨੂੰ ਪੁੱਛ ਲਈਏ। ਹੁਣ ਕਨਵਰ ਗਰੇਵਾਲ ਸਾਹਿਬ ਇੱਕ ਸਿਆਣਾ ਬੰਦਾ ਉਹਨਾਂ ਦੇ ਵਿੱਚ ਸੀਗਾ, ਉਹਨੇ ਕਹਿਤਾ ਜਥੇਬੰਦੀਆਂ ਨੂੰ ਪੁੱਛ ਲਈਏ। ਫਾਈਨ, ਜਿਹੜੇ ਮੁੰਡਿਆਂ ਨੂੰ ਤੁਸੀਂ ਇੱਕ ਰਾਤ ਪਹਿਲਾਂ ਤੱਕ ਉਹਨਾਂ ਨੂੰ ਇਗਨੋਰ ਹੀ ਕਰ ਦਿੱਤਾ, ਉਹਨਾਂ ਨੂੰ ਇਹ ਗੱਲ ਕਹੀ ਨਹੀਂ, ਉਹਨਾਂ ਨੂੰ ਇਹ ਕਨਫਰਮ ਹੀ ਨਹੀਂ ਕੀਤਾ ਕਿ ਜੇ ਤੁਸੀਂ ਰਿੰਗ ਰੋਡ ਵੀ ਜਾਣਾ ਹੈਗਾ ਤੇ ਤੁਸੀਂ। ਪਰ ਇਹਦੇ 'ਚ ਇੱਕ ਗੱਲ ਹੋਰ ਵੀ ਆਉਂਦੀ ਹੈ ਨਾ, ਇਸ ਤੋਂ ਇੱਕ ਰਾਤ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਵੀ ਪ੍ਰੈਸ ਕਾਨਫਰੰਸ ਹੁੰਦੀ ਆ, ਪੁਲਿਸ ਨਾਲ ਮੀਟਿੰਗਾਂ ਹੁੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈਗੀ ਆ ਪੰਧੇਰਪੁਰਾ ਵਾਲੀ। ਔਰ ਇਹ ਨਹੀਂ ਹੈਗਾ ਕਿ ਕੋਈ 100 ਬੰਦਿਆਂ ਵਾਲੀ ਜਾਂ 50 ਬੰਦਿਆਂ ਵਾਲੀ ਜਿਹੜੀ ਜਥੇਬੰਦੀ ਆ, ਇੱਕ ਵੱਡੀ ਮਾਝੇ ਦੀ ਜਿਹੜੀ ਜਥੇਬੰਦੀ ਹੈਗੀ ਆ, ਜਿਹੜੀ ਕਿ ਆਪਾਂ ਕਹਿ ਲਈਏ ਕਿ ਪੰਜਾਬ 'ਚ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ, ਭਾਵੇਂ 32 ਜਥੇਬੰਦੀਆਂ ਨੇ, ਪਰ ਤਕਰੀਬਨ ਜਿਹੜੀਆਂ 15 ਜਾਂ 16 ਜਥੇਬੰਦੀਆਂ ਇੱਦਾਂ ਦੀਆਂ ਵੀ ਨੇ ਜਿਹੜੀਆਂ ਬਹੁਤ ਛੋਟੀਆਂ ਨੇ, ਉਹਨਾਂ ਦੇ ਕੋਲ ਮਤਲਬ
ਮਤਲਬ 100-200 ਤੋਂ ਵੱਧ ਬੰਦੇ ਦਾ ਕੇਡਰ ਵੀ ਨਹੀਂ ਹੋਵੇਗਾ। ਤੇ ਉਹ ਜਿਹੜੀ ਐਡੀ ਵੱਡੀ ਜਥੇਬੰਦੀ ਇੱਕ ਦਿਨ ਪਹਿਲਾਂ ਕਹਿ ਰਹੀ ਹੈ ਕਿ ਅਸੀਂ ਜਿਹੜਾ ਰਿੰਗ ਰੋਡ ਤੇ ਜਾਣਾ ਹੈਗਾ, ਸਾਡਾ ਰੂਟ ਰਿੰਗ ਰੋਡ, ਇੱਥੋਂ ਲੈ ਕੇ ਵੀ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਕਿਉਂ ਨਹੀਂ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਗਿਆ? ਕਿਉਂ ਨਹੀਂ ਕੌਨਫੀਡੈਂਸ ਵਿੱਚ ਲਿਆ ਗਿਆ? ਔਰ ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਜੇ ਤੁਸੀਂ ਇੱਕ ਸੂਝਵਾਨ ਲੋਕ ਹੋ ਕੇ ਵੀ ਤੁਸੀਂ ਇਸ ਗੱਲ ਦੇ ਵਿੱਚ ਆ ਗਏ ਕਿ ਯੂ ਟਰਨ ਤਾਂ ਬੰਦ ਆ ਜੀ, ਜਿੱਥੋਂ ਤੁਸੀਂ ਮੁੜਨਾ, ਕਿਉਂਕਿ ਪੁਲਿਸ ਦਾ ਅਗਰੀਡ ਰੂਟ ਸੀਗਾ, ਉਹ ਉਹਨਾਂ ਨੇ ਬੰਦ ਕੀਤਾ ਹੋਇਆ ਸੀ, ਤੁਹਾਨੂੰ ਮੁੜਨ ਨਹੀਂ ਦੇ ਰਹੇ, ਪੁਲਿਸ ਵਾਲੇ ਹੀ ਤੁਹਾਨੂੰ ਮੁੜਨ ਨਹੀਂ ਦੇ ਰਹੇ, ਔਰ ਉਹ ਤੁਹਾਨੂੰ ਕਹਿ ਰਹੇ ਰਿੰਗ ਰੋਡ ਹੈ ਨਾ, ਤੇ ਤੁਸੀਂ ਉਧਰ ਨੂੰ ਚੱਲ ਪਏ ਆ। ਤੇ ਜਿਹੜੇ 18-19 ਸਾਲ ਦੇ ਬੱਚੇ ਗਏ ਆ, ਜਾਂ ਜਿਹੜਾ ਨਵਾਂ ਖੂਨ ਆ, ਜਾਂ ਜਿਹੜੇ ਪਿੰਡਾਂ ਦੇ ਵਿੱਚੋਂ ਸਾਡੇ ਬੱਚੇ ਗਏ ਆ, ਉਹਨਾਂ ਨੂੰ ਕੀ ਪਤਾ ਕਿ ਅਸੀਂ ਕੀ ਕਰਨਾ ਆ? ਜਦੋਂ ਉਹਨਾਂ ਨੂੰ ਕਿਹਾ ਗਿਆ ਰਿੰਗ ਰੋਡ, ਤਾਂ ਫਿਰ ਉਹ ਰਿੰਗ ਰੋਡ ਵੱਲ ਨੂੰ ਹੋ ਤੁਰੇ। ਉੱਥੇ ਲਾਲ ਕਿਲਾ ਬਕਾਇਦਾ ਉਹਨਾਂ ਨੂੰ ਹਿੱਕ ਕੇ ਉੱਥੋਂ ਤੱਕ ਲੈ ਕੇ ਜਾਇਆ ਗਿਆ ਆ। ਮੈਂ ਇਸ ਨੂੰ ਇਦਾਂ ਸਮਝਦੀ ਹਾਂ। ਔਰ ਦੋ ਮੇਨ ਜਿਹੜੀਆਂ ਵੀਡੀਓਜ਼ ਦੇਖੀਆਂ ਜੋ ਫਰਸਟ ਹੈਂਡ ਐਕਸਪੀਰੀਐਂਸਿਸ ਦੀਆਂ ਆ, ਕਿਸੇ ਨਿਊਜ਼ ਚੈਨਲ ਦੀ ਕਵਰੇਜ ਨਹੀਂ ਜੀ। ਇੱਕ ਤਾਂ ਗਲਵ ਵੜੈਚ ਦੀ, ਇੱਕ ਜਿਹੜਾ ਕੋਈ ਮੁੰਡਾ ਜਿਹੜਾ ਮੈਨੂੰ ਉਹਦਾ ਨਾਮ ਨਹੀਂ ਪਤਾ, ਬਟ ਉਹ ਵੀ ਕੋਈ ਯੰਗ ਬਲੱਡ ਆ, ਜਿਹੜੀ ਤੁਸੀਂ ਹੁਣੇ ਕਿਸਾਨ ਸੰਘਰਸ਼ ਕਮੇਟੀ ਦੀ ਗੱਲ ਕੀਤੀ, ਉਹ ਉਹਨਾਂ ਦਾ ਕੋਈ, ਔਰ ਉਹ ਵੀ ਇਹੀ ਦੱਸ ਰਿਹਾ ਕਿ ਜਦੋਂ ਅਸੀਂ ਚੱਲੇ ਆ ਤੇ ਸਾਨੂੰ ਉਹ ਬੈਰੀਕੇਡਿੰਗ ਕੀਤੀ ਹੋਈ ਸੀ ਬਹੁਤ ਹਲਕੀ। ਇਹ ਤਾਂ ਜਿਹੜੀ ਅਗਲੇ ਦਿਨ ਜਿਹੜੀ ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ ਸਪੀਚ ਆ, ਉਹਦੇ 'ਚ ਵੀ ਉਹਨਾਂ ਨੇ ਇਹ ਗੱਲ ਬਿਲਕੁਲ ਕਨਫਰਮ ਕੀਤੀ ਹੈ ਕਿ ਸਰਕਾਰ ਨੇ ਜਿਹੜਾ ਰੂਟ ਦਿੱਤਾ ਹੋਇਆ ਸੀ ਉਹਦੇ ਤੇ ਵੀ ਸਾਨੂੰ ਨਹੀਂ ਜਾਣ ਦਿੱਤਾ, ਮਤਲਬ ਉਹਦੇ ਤੇ ਵੀ ਜਾਣ ਤੋਂ ਬੈਰੀਕੇਡਿੰਗ ਕੀਤੀ ਗਈ। ਤੇ ਇਹਦੇ 'ਚ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਰਕਾਰ ਇਹ ਚਾਹੁੰਦੀ ਸੀ ਜਾਂ ਇੱਕ ਟਰੈਪ ਸੀਗਾ ਕਿ ਉਹਨਾਂ ਨੂੰ ਉੱਧਰ ਨੂੰ ਧੱਕਿਆ ਜਾਵੇ, ਇਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਜੀ। ਉਸ ਤੋਂ ਬਾਅਦ ਜਦੋਂ ਉੱਥੋਂ ਤੱਕ ਉਹ ਪਹੁੰਚ ਜਾਂਦੇ ਆ, ਹੁਣ ਨਾ ਇੱਕ ਗੱਲ ਅਸੀਂ ਇਹ ਵੀ ਦੇਖੀਏ ਕਿ ਇੱਕ ਇਮੋਸ਼ਨਲ ਜਿਹੜਾ ਐਟੀਟਿਊਡ ਵੀ ਹੁੰਦਾ ਆ ਜੀ। ਲਾਲ ਕਿਲੇ ਨਾਲ ਸਾਡਾ ਕੋਈ ਪੁਰਾਣਾ ਵਾਸਤਾ ਆ, ਅੱਜ ਦਾ ਨਹੀਂ, ਸਦੀਆਂ ਪੁਰਾਣਾ ਵਾਸਤਾ ਆ। ਸਟੇਜਾਂ ਦੇ ਉੱਤੋਂ ਤੁਸੀਂ ਉਦੋਂ ਦਾ ਸਾਡਾ ਇਤਿਹਾਸ ਬਾਬੇ ਬਘੇਲ ਸਿੰਘ ਹੋਣਾ ਦਾ ਸੁਣਾ ਰਹੇ ਹੋ, ਬਿਲਕੁਲ, ਔਰ ਬਕਾਇਦਾ ਅਸੀਂ ਕਹਿ ਰਹੇ ਹਾਂ ਕਿ ਅਸੀਂ ਦਿੱਲੀ ਜਿੱਤ ਕੇ ਛੱਡੀ ਹੋਈ ਆ, ਅਸੀਂ ਲਾਲ ਕਿਲੇ ਦੇ ਉੱਤੇ ਸਾਡਾ ਝੰਡਾ ਝੂਲਦਾ ਸੀ, ਆਪਾਂ ਸਾਰਾ ਕੁਝ ਕਹਿ ਰਹੇ ਹਾਂ। ਇਹਦੇ ਤੁਹਾਡੇ ਕੋਲ ਕੋਈ ਐਗਜ਼ਾਮਪਲ ਹੈਗੀ? ਮੇਰੇ ਕੋਲ ਐਗਜ਼ਾਮਪਲਸ ਹੈਗੀਆਂ, ਮੈਂ ਬਿਲਕੁਲ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਜਦੋਂ ਆਪਾਂ ਇਹ ਗੱਲਾਂ ਕਰ ਰਹੇ ਹਾਂ ਸਾਰੇ, ਹੈ ਨਾ, ਤੇ ਉਸ ਟਾਈਮ ਦੇ ਉੱਤੇ ਜਦੋਂ ਸਾਰੇ ਇੱਕ ਪਾਸੇ ਨੂੰ ਹੋ ਗਏ, ਉੱਥੇ ਮੁੰਡੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਲੱਭਾ, ਉੱਥੇ ਕੋਈ ਉਹਨਾਂ ਕੋਲੇ ਨਾ ਤਾਂ ਕੋਈ ਜਥੇਬੰਦੀ ਦਾ ਲੀਡਰ ਆ, ਨਾ ਕੋਈ ਉਹਨਾਂ ਕੋਲੇ ਕੋਈ ਐਸਾ ਫੇਸ ਜਿਹੜਾ ਉਹਨਾਂ ਨੂੰ ਸੇਧ ਦੇ ਸਕਦਾ। ਆਪ ਮੁਹਾਰੇ ਉਧਰ ਨੂੰ ਗਏ ਆ, ਜਾਂ ਕਹੋ ਕਿ ਭੇਜ ਦਿੱਤੇ ਗਏ ਆ। ਔਰ ਜਦੋਂ ਉੱਥੇ ਗਏ, ਉਹਨਾਂ ਨੇ ਦੇਖਿਆ ਕਿ ਹੁਣ ਸਾਡੇ ਹੱਥ ਪੱਲੇ ਕੀ ਆ, ਉਹ ਬੈਠੇ ਸੀ, ਖਾਲੀ ਸੀ, ਤੇ ਉਹਨਾਂ ਨੇ ਪਹਿਲਾਂ ਲਾਲ ਕਿਲੇ ਤੇ ਚੜੇ, ਫਿਰ ਉਹਨਾਂ ਨੇ ਉਹ ਜਿਹੜਾ ਕਿਸਾਨੀ ਦਾ ਝੰਡਾ ਚਲਾਇਆ, ਤੇ ਉਹਨਾਂ ਨੂੰ ਲੱਗਾ ਕਿ ਇਮੋਸ਼ਨਲੀ ਆ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ, ਜੋ ਕਿ ਮੈਨੂੰ ਨਹੀਂ ਲੱਗਦਾ ਕੋਈ ਬ੍ਰੀਚ ਆਫ ਸਿਕਿਉਰਿਟੀ ਆ। ਇਹ ਵੀ ਗੱਲ ਇੰਪੋਰਟੈਂਟ ਆ, ਕਿਉਂਕਿ ਇੰਡੀਅਨ ਜਿਹੜਾ ਫਲੈਗ ਕੋਡ ਆ, ਉਹਦੇ ਵਿੱਚ ਵੀ ਜੇ ਤੁਸੀਂ ਤਿਰੰਗਾ ਉਤਾਰਦੇ ਨਹੀਂ ਆ, ਤੇ ਤਿਰੰਗੇ ਦੀ ਬੇਅਦਬੀ ਸਿਰਫ ਉਦੋਂ ਹੁੰਦੀ ਆ ਜਾਂ ਜਦੋਂ ਤੁਸੀਂ ਉਹਨੂੰ ਉਤਾਰ ਦਿੰਦੇ ਆ ਔਰ ਉਹਨੂੰ ਪੈਰਾਂ 'ਚ ਰੋਲਦੇ ਆ, ਜਾਂ ਤੁਸੀਂ ਉਸ ਤੋਂ ਉੱਪਰ ਕੁਝ ਚੜਾ ਦਿੰਦੇ ਆ। ਇੰਡੀਅਨ ਫਲੈਗ ਕੋਡ ਦੇ ਅਕੋਰਡਿੰਗ ਉਹਦੇ 'ਚ ਮਤਲਬ ਇਹ ਚੀਜ਼ ਲਿਖੀ ਹੋਈ ਹੈ। ਜੀ ਬਿਲਕੁਲ। ਉਸ ਤੋਂ ਬਿਨਾ ਤੁਸੀਂ ਕੁਝ ਵੀ ਕਰਦੇ ਆ ਤਾਂ ਕੋਈ ਏਡੀ ਵੱਡੀ ਖਾਸ ਪ੍ਰੋਬਲਮ ਨਹੀਂ ਹੈਗੀ, ਤਿਰੰਗੇ ਦੀ ਬੇਅਦਬੀ ਕਿਤੇ ਨਹੀਂ ਹੁੰਦੀ। ਇਹ ਸਵਾਲ ਆਪਣਾ ਮੀਡੀਆ ਵਾਲਾ ਅੱਗੇ ਆਉਣਾ ਸੀ, ਪਰ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ, ਇੱਥੇ ਗੱਲ ਜੁੜਦੀ ਹੈ ਤੇ ਕਰ ਲਈਏ। ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖੀਆਂ ਹੋਣਗੀਆਂ, ਈਵਨ ਕਿ ਆਨਲਾਈਨ ਆਪਾਂ ਕਹਿ ਲਈਏ ਕਿ ਦੇਖੀਆਂ ਹੋਣਗੀਆਂ, ਜਿਸ ਦੇ ਵਿੱਚ ਤਿਰੰਗੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੱਗਾ ਹੋਇਆ ਹੈ, ਤਿਰੰਗੇ ਦੇ ਉੱਤੇ ਭਗਵਾਂ ਝੰਡਾ ਲੱਗਾ ਹੋਇਆ ਹੈ, ਤੇ ਉਦੋਂ ਤਿਰੰਗੇ ਦੀ ਕੋਈ ਬੇਅਦਬੀ ਨਹੀਂ ਹੁੰਦੀ, ਤੇ ਹੁਣ ਜਿਹੜੀ ਹੈ ਤੁਹਾਨੂੰ ਤਿਰੰਗੇ ਦੀ ਬੇਅਦਬੀ ਚੇਤੇ ਆ ਗਈ ਹੈ। ਔਰ ਜਿਵੇਂ ਕਿ ਬੀਬੀ ਜੀ ਹੁਣਾਂ ਨੇ ਦੱਸਿਆ ਹੀ ਹੈਗਾ ਕਿ ਜਦ ਤੱਕ ਉਹਨੂੰ ਉਤਾਰ ਕੇ ਪੈਰਾਂ 'ਚ ਰੋਲਿਆ ਨਹੀਂ ਜਾਂਦਾ, ਤੇ ਉਹਦੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਨੇ ਉਹਦੀ ਬੇਅਦਬੀ ਕੀਤੀ ਹੈ ਜਾਂ ਕਿਸੇ ਨੇ ਉੱਤੇ ਕੁਝ ਗਲਤ ਕੀਤਾ ਹੈਗਾ। ਇਹ ਬੜਾ ਪੁਆਇੰਟ ਜਿਹੜਾ ਹੈਗਾ ਬੜਾ ਅੱਗੇ ਰੱਖਣ ਵਾਲਾ ਹੈਗਾ, ਕਿਉਂਕਿ ਜਿੰਨੇ ਵੀ ਮੇਨ ਸਟ੍ਰੀਮ ਚੈਨਲਸ ਨੇ ਉਹਨਾਂ ਨੇ ਸਿਰਫ ਉਹਨਾਂ ਹੀ ਦਿਖਾਇਆ ਜਿੱਥੇ ਤਿਰੰਗਾ ਉੱਪਰ ਜਿਹੜਾ ਨਹੀਂ ਛੇੜਛਾੜ ਕੀਤੀ ਗਈ, ਉਹ ਚੀਜ਼ ਨਹੀਂ ਦਿਖਾਲੀ ਗਈ, ਔਰ ਇਹ ਬਿਲਕੁਲ ਹੋਇਆ ਵੀ ਨਹੀਂ ਹੈਗਾ ਇਸੇ ਤਰੀਕੇ ਦੇ ਨਾਲ। ਔਰ ਦੂਸਰੇ ਬੰਨੇ ਇੱਥੇ ਇੱਕ 2014 ਦੀ ਜਦੋਂ ਦਿੱਲੀ ਫਤਿਹ ਦਿਵਸ ਮਨਾਇਆ ਗਿਆ, ਉਸੇ ਹੀ ਤਰੀਕੇ ਦੇ ਨਾਲ ਉੱਥੇ 3 ਨਿਸ਼ਾਨ ਸਾਹਿਬ ਝੂਲ ਰਹੇ ਨੇ, ਸਕਰੀਨ ਤੇ ਤੁਹਾਨੂੰ ਉਹ ਵੀ ਤਸਵੀਰ ਦਿਖਾਵਾਂਗੇ। 2014 ਦੇ ਵਿੱਚ ਵੀ ਇਹੋ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਹੋ ਹੀ ਲਾਲ ਕਿਲਾ ਹੈ, ਔਰ ਉੱਥੇ ਹੀ ਜਿਹੜੇ 3 ਨਿਸ਼ਾਨ ਸਾਹਿਬ ਨੇ ਤੁਹਾਨੂੰ ਦਿਖ ਰਹੇ ਨੇ ਸਕਰੀਨ ਦੇ ਉੱਤੇ। ਉਦੋਂ ਕੋਈ ਰੌਲਾ ਨਹੀਂ ਤੇ ਹੁਣ ਰੌਲਾ ਪੈ ਗਿਆ, ਬਾਕੀ ਤੁਸੀਂ ਹੁਣ ਆਪ ਹੀ ਸਮਝ ਲਓ ਵੀ ਕੀ ਹੈਗਾ। ਬਿਲਕੁਲ। ਔਰ ਇਹ ਜਿਹੜੀ ਗੱਲ ਤੁਹਾਡੀ ਹੈ ਨਾ ਕਿ ਪ੍ਰਚਾਰਨ ਦੀ ਜਿਹੜੀ ਗੱਲ ਹੋਈ ਆ, ਬੇਸਿਕਲੀ ਆਪਾਂ ਮੀਡੀਆ ਦੀ ਵਾਕਈ ਗੱਲ ਸ਼ਾਇਦ ਬਾਅਦ 'ਚ ਕਰਦੇ, ਬਟ ਮੀਡੀਆ ਨੇ, ਕਿਉਂਕਿ ਇੱਕ ਤਾਂ ਸਾਰਾ ਮੀਡੀਆ ਉਹਦੇ ਵਿੱਚ ਗੋਦੀ ਮੀਡੀਆ, ਔਰ ਮੈਨੂੰ ਬੜੀ
ਮੈਂ ਬੜੇ ਬੁਝੇ ਮਨ ਦੇ ਨਾਲ ਇਹ ਕਹਿੰਦੀ ਆ ਕਿ ਪੰਜਾਬੀ ਮੀਡੀਆ ਨੇ ਵੀ ਮੈਨੂੰ ਤਾਂ ਘੱਟੋ ਘੱਟ ਬਹੁਤ ਨਿਰਾਸ਼ ਕੀਤਾ ਜੀ, ਕਿਉਂਕਿ ਪੰਜਾਬੀ ਮੀਡੀਆ ਨੇ ਬਿਨਾਂ ਕੁਝ ਸੋਚੇ, ਬਿਨਾਂ ਪ੍ਰੋਪਰ ਨੌਲੇਜ ਲਏ, ਉਹਨਾਂ ਨੇ ਜੋ ਉਹਨਾਂ ਨੂੰ ਲੱਗਾ ਕਿ ਇਹ ਫੈਂਸੀ ਚੀਜ਼ ਆ, ਇਹਦੇ ਉੱਤੇ ਲਾਈਕਸ ਵੱਧ ਆਉਣਗੇ ਜਾਂ ਇਹਦੇ ਉੱਤੇ ਵਿਊਜ਼ ਵੱਧ ਆਉਣਗੇ, ਉਹਨਾਂ ਨੇ ਸਿਰਫ ਉਹਦੇ ਤੇ ਰੱਖਿਆ। ਸਾਡੇ ਕੋਲ, ਮੈਂ ਗੱਲ ਪਹਿਲਾਂ ਵੀ ਕਹੀ ਸੀ ਕਿ ਜਦੋਂ ਇਹ ਚੱਲੇ ਵੀ ਹੈ ਨਾ, ਜਦੋਂ ਆਪਣੇ ਕੋਲ ਪ੍ਰੋਟੈਸਟ ਸ਼ੁਰੂ ਵੀ ਹੋਇਆ, ਉਦੋਂ ਵੀ ਪੰਜਾਬੀ ਮੀਡੀਆ ਨੇ ਹੀ ਪ੍ਰੋਟੈਸਟ ਦੀਆਂ ਵੀਡੀਓ ਸਾਨੂੰ ਦਿੱਤੀਆਂ, ਨਹੀਂ ਤੇ ਨੈਸ਼ਨਲ ਮੀਡੀਆ ਨੇ ਉਹਨੂੰ ਕਵਰ ਨਹੀਂ ਸੀ ਕੀਤਾ ਜੀ। ਹੁਣ ਇਸ ਵਾਰੀ ਅਸੀਂ ਕਿੱਥੇ ਲੈਕ ਕਰਦੇ ਹਾਂ ਕਿ ਸਾਡੇ ਕੋਲੇ ਵੀਡੀਓਜ਼ ਹੀ ਸਿਰਫ ਨਿਸ਼ਾਨ ਸਾਹਿਬ ਚੜਾਉਂਦਿਆਂ ਦੀਆਂ ਆ ਰਹੀਆਂ, ਸਾਨੂੰ ਪਤਾ ਹੀ ਨਹੀਂ ਕਿ ਦੂਸਰੇ ਪਾਸੇ ਕੀ ਹੋਇਆ ਸੀ, ਜਦ ਕਿ ਪੁਲਿਸ ਨੇ ਇਹਨਾਂ ਦੇ ਟਰੈਕਟਰਾਂ ਦੀਆਂ ਹਵਾ ਕੱਢੀਆਂ, ਇਹਨਾਂ ਦੇ ਸ਼ੀਸ਼ੇ ਤੋੜੇ। ਜੇ ਉੱਥੇ ਪੰਜਾਬੀ ਮੀਡੀਆ ਸਾਰਾ ਉੱਥੇ ਵੀ ਹੁੰਦਾ, ਉਹਨਾਂ ਨੂੰ ਕਵਰ ਕਰ ਰਿਹਾ ਹੁੰਦਾ, ਬੜਾ ਕੁਝ ਕਲੀਅਰ ਹੋਣਾ ਸੀਗਾ। ਇਹ ਕਿਓਸ ਨਹੀਂ ਸੀ ਹੋਣਾ, ਬੇਸਿਕਲੀ ਕਿਓਸ ਹੋ ਗਿਆ ਕਿਉਂਕਿ ਆਪਾਂ ਸਾਰੇ ਇੱਕ ਪਾਸੇ ਨੂੰ ਹੋ ਤੁਰੇ ਐਂਡ ਅਸੀਂ ਸਾਰੇ ਮਟੀਰੀਅਲਿਸਟਿਕ ਹੋ ਗਏ। ਉਸ ਦਿਨ ਮੈਨੂੰ ਲੱਗਦਾ ਸੀਗਾ ਕਿ ਗੋਦੀ ਮੀਡੀਆ ਦੀ ਲੋੜ ਨਹੀਂ, ਸਾਡਾ ਆਪਣਾ ਹੀ ਮੀਡੀਆ ਜਿਹੜਾ ਉਹ ਗੋਦੀ ਮੀਡੀਆ ਹੋਇਆ ਪਿਆ ਸੀਗਾ। ਇਸ ਕਰਕੇ ਜਿਹੜਾ ਇਹ ਪ੍ਰਚਾਰਿਆ ਗਿਆ, ਮੈਨੂੰ ਲੱਗਦਾ ਕਿ ਅਨਨੌਲੇਜੇਬਲ ਐਕਟ ਸੀਗਾ, ਅਨਇਨਫੋਰਮਡ ਐਕਟ। ਬਿਲਕੁਲ, ਉਹਦੇ ਥੋੜਾ ਜਿਹਾ ਆਪਾਂ ਇਹ ਵੀ ਪੁਆਇੰਟ ਲੈ ਲੈਂਦੇ ਆ ਕਿ ਜਿਸ ਤਰੀਕੇ ਦੇ ਨਾਲ ਥੋੜਾ ਤੁਸੀਂ ਕਿਹਾ ਕਿ ਉਧਰਲੇ ਬੰਨੇ, ਕਿਉਂਕਿ ਅਸੀਂ ਵੀ ਮੀਡੀਆ ਨਾਲ ਇਨਵੋਲਵ ਹੈਗੇ ਆ, ਤੇ ਕਿਉਂਕਿ ਜਿਹੜੇ ਇਦਾਂ ਦੇ ਮੀਡੀਆਜ਼ ਹੁੰਦੇ ਆ, ਇਹਨਾਂ ਨੂੰ ਕੋਈ ਸਰਕਾਰੀ ਸਪੋਰਟ ਜਾਂ ਸਰਕਾਰੀ ਮਦਦ ਨਹੀਂ ਹੁੰਦੀ। ਮੇਰੇ ਖਿਆਲ ਨਾਲ ਇੱਕ ਦੋ ਟੀਮਾਂ ਹੀ ਜਿੰਨੇ ਵੀ ਹੋਣਗੇ ਇਹਨਾਂ ਦੇ ਕੋਲ ਹੋਣਗੀਆਂ, ਅੰਟਿਲ ਅਨਲੈਸ ਕੋਈ ਸਟੇਟ ਸਪਾਂਸਰਡ ਮੀਡੀਆ ਹੋਵੇ ਜਾਂ ਕੋਈ ਵੱਡੇ ਚੈਨਲ ਹੋਣ, ਉਹਨਾਂ ਦੇ ਕੋਲ ਤਾਂ ਹੋ ਸਕਦਾ ਕਿ ਘੱਟੋ ਘੱਟ 10 ਜਾਂ 20 ਟੀਮਾਂ ਹੋਣ। ਪਰ ਜਿਹੜੇ ਇਦਾਂ ਦੇ ਛੋਟੇ ਚੈਨਲ ਹੁੰਦੇ, ਉਹਨਾਂ ਕੋਲ 1 ਜਾਂ 2, ਹੱਦ ਤੋਂ ਹੱਦ 3 ਟੀਮਾਂ ਹੋਣਗੀਆਂ, ਤੇ ਉਹ ਜਿਹੜੇ ਇੰਨੇ ਵੱਡੇ ਮਾਰਚ ਨੂੰ, ਫਿਰ ਉਹ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਕਿ ਪੁਆਇੰਟ ਆਫ ਜਜ਼ਬਾਤ, ਜਿੱਥੇ ਆਪਾਂ ਕਹਿ ਲਈਏ ਨਾ ਕਿ ਲੋਕਾਂ ਦੇ ਜਜ਼ਬਾਤ, ਕੁਛ ਮੀਡੀਆ ਦੇ ਜਿਹੜੇ ਉੱਥੇ ਹੀ ਜਜ਼ਬਾਤ ਉੱਥੇ ਵੀ ਜੁੜੇ ਹੋਏ ਸੀ। ਜਿਹੜੀ ਆਪਾਂ ਮੀਡੀਆ ਦੀ ਗੱਲ ਖੈਰ ਬਾਹਰ ਆਉਣੀ ਸੀ, ਥੋੜੀ ਜਿਹੀ ਹੋਰ ਆਪਾਂ ਕਰ ਲੈਂਦੇ ਹਾਂ ਕਿ ਜਿਵੇਂ ਕਿ ਹਿੰਦੀ ਚੈਨਲ ਜਿਹੜੇ ਨੇ ਉਹ ਮੋਦੀ ਦੇ ਉੱਤੇ ਕੋਈ ਸਵਾਲ ਨਹੀਂ ਕਰਦੇ, ਕੋਈ ਕੁਐਸਚਨ ਮਾਰਕ ਨਹੀਂ ਕਰਦੇ। ਜੇ ਆਪਾਂ ਅਸਲੀ ਗੱਲ ਕਰੀਏ ਤੇ ਕਿਸਾਨ ਲੀਡਰਾਂ ਨੂੰ ਵੀ ਇਹੋ ਜਿਹੇ ਕੋਈ ਸਵਾਲ ਮੀਡੀਆ ਵੱਲੋਂ ਨਹੀਂ ਕੀਤੇ ਗਏ। ਇਸ ਵਿਚਾਰਧਾਰਾ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੈਗੇ ਆ? ਹਾਂ, ਐਗਜ਼ੈਕਟਲੀ ਉਹੀ ਗੱਲ ਹੈ ਨਾ, ਕਿਉਂਕਿ ਮੈਂ ਜਿੱਦਾਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਕਿਉਂਕਿ ਇਹ ਆਪ ਸੈਲਫ ਸਪਾਂਸਰਡ ਸਾਰੇ ਮੀਡੀਆ ਹਾਊਸਿਸ ਆ। ਪਰ ਫਿਰ ਵੀ ਭਾਜੀ, ਜਦੋਂ ਆਪਾਂ ਕੋਈ ਇੱਕ ਜ਼ਿੰਮੇਵਾਰੀ ਲੈ ਕੇ ਚੱਲਦੇ ਆ ਨਾ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਉਹਨਾਂ ਕੋਲੇ ਟੀਮਸ ਘੱਟ ਆ, ਜਿੱਦਾਂ ਵੀ ਆ, ਪਰ ਸਾਨੂੰ ਇੱਕ ਕੋਆਰਡੀਨੇਸ਼ਨ ਨਾਲ ਚੱਲਣਾ ਬਹੁਤ ਜ਼ਰੂਰੀ ਆ। ਕਿਉਂ ਨਾ ਇਦਾਂ ਹੁੰਦਾ ਕਿ ਸਾਰੇ ਜਿੰਨੇ ਵੀ ਛੋਟੇ ਮੀਡੀਆ ਹਾਊਸਿਸ ਵੀ ਆ, ਉਹਨਾਂ ਦੀ ਹੀ ਡਿਊਟੀ ਲੱਗ ਜਾਂਦੀ, ਜਾਂ ਤੁਸੀਂ ਸਾਰੇ ਇੱਕ ਦਿਨ ਦੀ ਚਾਹੇ ਪੇ ਵਾਸਤੇ ਉਹਨਾਂ ਨੂੰ ਕਹਿ ਦਿੰਦੇ ਕਿ ਇੱਕ ਦਿਨ ਦੀ ਪੇਮੈਂਟ ਤੁਹਾਨੂੰ ਅਸੀਂ ਦੇਵਾਂਗੇ, ਵੱਖਰੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਪਹਿਲਾਂ ਹੀ ਸਪੌਟ ਕਰਕੇ ਰੱਖਦੇ ਇੱਕ ਪ੍ਰੋਪਰ ਤਰੀਕੇ ਦੇ ਨਾਲ, ਤਾਂ ਕਿ ਕਲੀਅਰ ਹੁੰਦਾ ਕਿ ਜਿਹੜੇ ਜਥੇਬੰਦੀਆਂ ਦੇ ਲੀਡਰਸ ਨੇ ਉਹ ਕੀ ਕਰ ਰਹੇ ਨੇ, ਗਵਰਨਮੈਂਟ ਕੀ ਕਰ ਰਹੀ ਆ। ਹੁਣ ਅੱਧੇ ਤੋਂ ਵੱਧ ਲੋਕਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਨੇ ਜਿਹੜਾ ਰਸਤਾ ਦਿੱਤਾ ਉੱਤੇ ਕੋਈ ਗਏ ਵੀ ਹੈ ਕਿ ਨਹੀਂ ਗਏ। ਹਾਂ, ਜਿਹੜਾ ਰਸਤਾ ਦਿੱਤਾ ਉਹ ਬਿਲਕੁਲ ਛੋਟਾ ਜਿਹਾ, ਉਹਨਾਂ ਨੇ ਥੋੜੀ ਜੀ ਬੈਰੀਕੇਡਿੰਗ ਹਟਾਈ ਜਿੱਚੋਂ ਸਿਰਫ ਇੱਕ ਟਰੈਕਟਰ ਨਿਕਲ ਸਕਦਾ ਸੀ, ਔਰ ਅੱਗੋਂ ਦੀ ਜਿੱਥੋਂ ਉਹਨਾਂ ਨੇ ਯੂ ਟਰਨ ਕਰਨਾ ਸੀਗਾ, ਤੁਸੀਂ ਸਕਰੀਨ ਦੇ ਉੱਤੇ ਜ਼ਰੂਰ ਦਿਖਾ ਦਿਓ, ਕਿਉਂਕਿ ਜਿਹੜੇ ਆਪਣੇ ਆਹ 3 ਰੂਟ ਸੀਗੇ ਉਹਨਾਂ ਕੋਲੇ, ਇੱਕ ਸੀਗਾ ਸਿੰਘੂ ਦਾ, ਇੱਕ ਟਿਕਰੀ ਦਾ, ਇੱਕ ਗਾਜ਼ੀਪੁਰ ਦਾ। ਇਹ 3 ਵੱਖਰੀਆਂ ਪਰੇਡਸ ਹੋਣੀਆਂ ਸੀਗੀਆਂ, ਔਰ ਤਿੰਨਾਂ ਦੇ ਵਿੱਚ ਹੀ ਜਿਹੜਾ ਹੈ ਯੂ ਟਰਨ ਹੈ, ਪਰ ਉਹਨਾਂ ਨੇ ਯੂ ਟਰਨ ਬੰਦ ਕਰ ਦਿੱਤਾ। ਮਤਲਬ ਉਹ ਜਾ ਤੇ ਸਕਦੇ ਆ, ਵਾਪਸ ਨਹੀਂ ਆ ਸਕਦੇ, ਯੂ ਟਰਨ ਨਹੀਂ ਮਾਰ ਸਕਦੇ। ਮੇਰੇ ਖਿਆਲ ਆ ਗੱਲ ਕਿਤੇ ਹੋਈ ਨਹੀਂ ਹੋਣੀ ਪਹਿਲਾਂ, ਜਾਂ ਕਿਸੇ ਨੇ ਦੱਸੀ ਨਹੀਂ। ਹੁਣ ਜਦੋਂ ਯੂ ਟਰਨ ਨਹੀਂ ਮਾਰ ਸਕਦੇ, ਤੁਸੀਂ ਸਕਰੀਨ ਦੇ ਉੱਤੇ ਦੇਖੋ, ਜਿਹੜੀਆਂ ਗ੍ਰੀਨ ਕਲਰ ਦੀ ਬੈਲਟ ਹੈ ਉਹ ਆਪਣੇ ਕੋਲੇ ਹੈਗੀ ਆ ਸਿੰਘੂ ਬਾਰਡਰ, ਸਿੰਘੂ ਵਾਲੀ ਪਰੇਡ ਦੀ। ਜਿਹੜੀ ਪਰਪਲ ਕਲਰ ਵਾਲੀ ਆ ਉਹ ਟਿਕਰੀ ਦੀ, ਔਰ ਜਿਹੜੀ ਦੂਸਰੀ ਇੱਕ ਹੋਰ ਆ ਉਹ ਰੈੱਡ ਕਲਰ ਵਾਲੀ ਆ, ਔਰੇਂਜ ਕਲਰ, ਉਹ ਗਾਜ਼ੀਪੁਰ ਦੀ ਆ। ਔਰ ਸਾਰੇ ਰੂਟਸ ਵਿੱਚ ਅਗਰ ਤੁਸੀਂ ਦੇਖੋ ਤਾਂ ਯੂ ਟਰਨ ਹੈ। ਹੁਣ ਜੇ ਯੂ ਟਰਨ ਬੰਦ ਹੋ ਜਾਊਗਾ ਤੇ ਸਾਰੇ ਕਿੱਥੇ ਜਾਣਗੇ? ਆਬਵੀਅਸਲੀ ਇਨਰ ਦਿੱਲੀ। ਔਰ ਉਹ ਸਾਰੇ ਅਗਰ ਇਨਰ ਦਿੱਲੀ ਆਉਣਗੇ, ਆਪਣੇ ਆਪ ਕਿਓਸ ਹੋਣਾ ਆ। ਔਰ ਇਹ ਗੱਲ ਕਿਸੇ ਨੇ ਪ੍ਰਚਾਰੀ ਨਹੀਂ, ਇਹ ਗੱਲ ਦਿਖਾਈ ਵੀ ਨਹੀਂ ਗਈ, ਔਰ ਇਹ ਮੀਡੀਆ ਦੀ ਕਮੀ ਸੀ। ਹੁਣ ਆਈਏ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਕਿ ਜਿਹੜੇ ਆਪਣੇ ਯੂਨੀਅਨ ਲੀਡਰਸ, ਉਹਨਾਂ ਨੂੰ ਸਵਾਲ ਨਹੀਂ ਪੁੱਛੇ ਗਏ। ਦੇਖੋ, ਵੈਸੇ ਉਹ ਸਾਰੇ ਆਪਣੇ ਯੂਨੀਅਨ ਲੀਡਰਸ ਸਿਆਣੇ ਆ, ਬਹੁਤ ਸਿਆਣੇ ਆ, ਸਾਡੇ ਤੋਂ ਤੇ ਬਹੁਤ ਸਿਆਣੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਇੰਝ ਲੱਗਦਾ ਹੈ, ਮੇਰਾ ਵਿਅਕਤੀਗਤ ਰਾਏ ਆ, ਕਿ ਇੱਕ ਜਿਹੜਾ ਈਗੋ ਪ੍ਰੋਬਲਮ ਸਾਰਿਆਂ ਦੇ ਵਿੱਚ ਹੈਗੀ ਆ। ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਮੈਂ ਨਾ ਫਸ ਜਾ, ਜਾਂ ਮੇਰੀ ਗੱਲ ਨਾ ਆ ਜੇ, ਔਰ ਇੱਕ ਈਗੋ ਆ ਕਿ ਮੈਂ ਮੂਰੇ ਹੋ ਜਾ, ਮੈਂ ਸਾਹਮਣੇ ਹੋ ਜਾ। ਇੰਝ ਨਹੀਂ ਹੁੰਦਾ। ਜਦੋਂ ਤੁਸੀਂ ਕਿਸੇ ਨੂੰ ਕਾਲ ਦਿੱਤੀ ਆ ਤੇ ਰਿਸਪੌਂਸਿਬਿਲਿਟੀ ਤੁਹਾਡੀ ਆ। ਜਿਹੜੇ ਉਹ ਲੋਕ ਆਏ ਆ ਉਹ ਕਿਸੇ ਇੱਕ ਬੰਦੇ ਦੇ ਕਹਿੰਦੇ ਨਹੀਂ ਆਏ, ਬਕਾਇਦਾ ਕਿਸਾਨ ਮੋਰਚੇ, ਜਿਹੜਾ ਕਿਸਾਨ ਏਕਤਾ ਮੋਰਚਾ, ਉਹਦੇ ਤੋਂ ਤੁਹਾਡੀਆਂ ਵੀਡੀਓਜ਼ ਆ, ਤੁਸੀਂ ਸਟੇਜ ਤੋਂ ਬੋਲੇ ਹੋ ਕਿ ਲੋਕੀ ਆਉਣ, ਹੈ ਨਾ, 20 ਟਰਾਲੀਆਂ ਲੈ ਕੇ ਆਉਣ, ਟਰੈਕਟਰ ਲੈ ਕੇ ਆਉਣ,
ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਸੀ। ਮੀਡੀਆ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਹਨਾਂ ਨੂੰ ਸਵਾਲ ਪੁੱਛੇ ਜੀ, ਉਹੀ ਜਿਹੜੀ ਤੁਹਾਡੀ ਗੱਲ ਹੈ ਕਿ ਕਿਉਂਕਿ ਉਹ ਸੈਲਫ ਸਪਾਂਸਰਡ ਹੈਗੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਪਣੀ ਫੁਟੇਜ ਸਾਡੇ ਸਵਾਲਾਂ ਦੇ ਜਵਾਬ ਮਿਲ ਜੇ, ਤਾਂ ਫਿਰ ਉਹ ਉਹਨਾਂ ਦੇ ਨਾਲ ਅਲਾਈਨ ਹੋ ਕੇ ਕੰਮ ਕਰਦੇ ਆ। ਐਂਡ ਇਹ ਖਤਰਨਾਕ ਆ। ਆਪਾਂ ਕਿਸੇ ਇੱਕ ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਕਰੈਕਟਰ ਅਸੈਸੀਨੇਟ ਕਰ ਦਿੱਤਾ ਸਿਰਫ ਇਸ ਕਰਕੇ ਕਿ ਜਿਹੜੇ ਸਾਡੇ ਜਥੇਬੰਦੀਆਂ ਦੇ ਲੀਡਰਸ ਆ। ਔਰ ਬੜੀ ਥੋੜੀ ਜਿਹੀ ਆਪਾਂ ਇੱਥੇ ਜੇ ਦੇਖੀਏ ਨਾ, ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਪਹਿਲਾਂ ਤੇ ਆਪਾਂ ਕਹਿ ਲਈਏ ਕਿ 26 ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਜੇ ਜ਼ਿਕਰ ਕਰ ਲਈਏ ਕਿ 6 ਨੂੰ ਜਿਹੜਾ ਮੇਰਾ ਖਿਆਲ ਹੁੰਦਾ ਹੈਗਾ ਮਿਨੀ ਟਰੈਕਟਰ ਮਾਰਚ, ਜਿਹੜਾ ਆਪਾਂ ਕਹਿ ਲਈਏ ਕਿ KMP ਦੇ ਲਾਗੇ ਜਾਗੇ ਹੁੰਦਾ, 6 ਤੋਂ ਲੈ ਕੇ ਜਿਹੜਾ 26 ਨੂੰ ਹੈਗਾ ਬਹੁਤ ਸਾਰੇ ਟਰੈਕਟਰ ਦਿਖਾਏ ਜਾਂਦੇ ਆ ਕਿ ਟਰੈਕਟਰ ਦੇਖੋ ਜੀ ਇੰਨੇ ਤਾਕਤਵਰ ਹੈਗੇ ਆ, ਇਹਨਾਂ ਨੇ ਆਹ ਚੀਜ਼ਾਂ ਲਾਈਆਂ, ਤੋਪਨੁਮਾ ਵਾ, ਮਤਲਬ ਇਸ ਤਰੀਕੇ ਦਾ ਹੁੰਦਾ। ਸਟੇਜ ਤੋਂ ਵੀ ਬੜਾ ਵੱਡੇ ਪੱਧਰ ਤੇ ਪ੍ਰਚਾਰ ਹੁੰਦਾ। ਹੁਣ ਗੱਲਾਂ ਹੁੰਦੀਆਂ ਨੇ ਬਾਬਾ ਬਘੇਲ ਸਿੰਘ ਦੀਆਂ, ਗੱਲਾਂ ਹੁੰਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਤੇ ਫਿਰ ਅਸੀਂ ਚਾਹੁੰਦੇ ਆ ਕਿ ਉੱਥੇ ਜਾ ਕੇ ਗਾਂਧੀਵਾਦੀ ਹੋ ਜਾਈਏ। ਇਹ ਪੋਸੀਬਲ ਨਹੀਂ ਹੈਗਾ। ਜਿਹੜਾ ਤੁਹਾਡਾ ਜੋਸ਼, ਤੁਹਾਡੇ ਅੰਦਰ ਜਿਹੜਾ ਜਜ਼ਬਾ ਹੈ, ਉਹ ਜਿਹੜਾ ਭਰਿਆ, ਉਹ 25 ਤਰੀਕ ਨੂੰ ਰਾਤ ਨੂੰ ਜਿਹੜਾ ਜਜ਼ਬਾ ਭਰਿਆ ਤੁਹਾਨੂੰ ਸਟੇਜ ਦੇ ਉੱਪਰ ਦਿਖ ਰਿਹਾ ਸੀ, ਉਹ ਲੋਕਾਂ ਦਾ ਆਪਾਂ ਕਹਿ ਲਈ ਕਿ ਇੱਕ ਤਰ੍ਹਾਂ ਦਾ ਉਹ ਪੂਰਾ ਜਾਹੋ ਜਲਾਲ ਸੀਗਾ ਜਿਹੜਾ ਕਿ ਫੁੱਟਿਆ ਅਗਲੇ ਦਿਨ ਜਾ ਕੇ। ਤੇ ਉਹਨੂੰ ਜੇ ਕੰਟਰੋਲ ਕਰਨਾ ਹੈ, ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਦੋ ਬੰਦਿਆਂ ਦੇ ਨਾਂ ਤੇ ਤੁਸੀਂ ਲਾ ਕੇ ਸਾਰਾ ਕੁਝ ਤੇ ਬਾਅਦ ਚੋਂ ਕਹੋ ਵੀ ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਸੀ। ਉਸ ਸਵਾਲ ਤੇ ਵੀ ਆਪਾਂ ਆਉਣਾ ਹੈਗਾ। ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਦੀਪ ਸਿੰਘ ਸਿੱਧੂ ਨੂੰ ਜਿਹੜਾ ਹੈ ਉਹਨੂੰ ਐਜ਼ ਇੱਕ ਗੱਦਾਰ ਤੱਕ ਐਲਾਨ ਦਿੱਤਾ ਗਿਆ ਸਟੇਜ ਤੋਂ, ਉਹਦੇ ਖਿਲਾਫ ਨਾਅਰੇ ਲੱਗੇ। ਲੱਖਾ ਸਿੰਘ ਸਿਧਾਣਾ ਨੂੰ ਵੀ ਇਸੇ ਤਰੀਕੇ ਦੇ ਨਾਲ ਹੀ ਪਾਸੇ ਕਰ ਦਿੱਤਾ ਗਿਆ, ਉਹਨੂੰ ਵੀ ਗੱਦਾਰ ਐਲਾਨਿਆ ਗਿਆ। ਕੀ ਕਹੋਗੇ ਇਹਨਾਂ ਦੋਨਾਂ ਬਾਰੇ? ਮੈਂ ਇਹ ਆਪਣੇ ਸਵਾਲ ਤੇ ਆਉਣ ਤੋਂ ਪਹਿਲਾਂ ਮੈਂ ਕੁਝ ਜਿਹੜੀਆਂ ਕੋਟੇਸ਼ਨਸ ਆ ਉਹ ਪੜ੍ਹਨੀਆਂ ਚਾਹੂੰਗੀ। ਔਰ ਇਹ ਕੋਟੇਸ਼ਨਸ ਮੇਰੀਆਂ ਆਪਣੀਆਂ ਨਹੀਂ, ਇਹ ਬਕਾਇਦਾ ਜਿਹੜੀਆਂ ਸਟੇਜ ਦੇ ਉੱਪਰ ਬੋਲੀਆਂ ਗਈਆਂ। ਮੈਂ ਨਾਮ ਲੈ ਕੇ ਬੋਲੂੰਗੀ ਕਿੰਨੇ ਕੀ ਬੋਲਿਆ ਸੀ। ਰਾਜੇਵਾਲ ਸਾਹਿਬ ਉਹਨਾਂ ਦੀ ਜਥੇਬੰਦੀ ਦੇ ਮੀਤ ਪ੍ਰਧਾਨ ਦਾ ਜਿਹੜਾ ਉਹਨਾਂ ਨੇ ਸਟੇਜ ਤੋਂ ਬੋਲਿਆ, ਉਹਨਾਂ ਨੇ ਬੋਲਿਆ ਸੀ, ਜਥੇਬੰਦੀਆਂ ਗਰਮ ਐਕਸ਼ਨ ਦੇ ਚੁੱਕੀਆਂ ਨੇ। 26 ਜਨਵਰੀ ਦੀ ਤਿਆਰੀ ਕਰ ਲਓ ਜਿੰਨੀ ਹੁੰਦੀ ਆ। ਜਿਹੜੇ ਇੱਥੇ ਨਹੀਂ ਪਹੁੰਚੇ ਸੱਦੇ ਲਾ ਦਿਓ ਪਿੰਡਾਂ ਨੂੰ। ਹਰੇਕ ਪਿੰਡ ਚੋਂ 20-30 ਟਰੈਕਟਰ ਲੈ ਕੇ ਪਹੁੰਚੋ। 26 ਤਰੀਕ ਨੂੰ ਦਿੱਲੀ ਦੀ ਹਿੱਕ ਤੇ ਚੜਾਂਗੇ, ਉਹਦੇ ਉੱਤੇ ਨਚਾਵਾਂਗੇ। 26 ਤਰੀਕ ਨੂੰ ਲਾਲ ਕਿਲੇ ਤੇ ਝੰਡਾ ਕਿਸਾਨ ਚੜਾਊਗਾ, ਪ੍ਰਧਾਨ ਮੰਤਰੀ ਨਹੀਂ। ਇਹ ਗੱਲ ਮਤਲਬ ਉਹਨਾਂ ਨੇ ਔਨ ਰਿਕਾਰਡ ਕਹੀ ਹੋਈ ਹੈ। ਮੈਂ ਤੁਹਾਨੂੰ ਵੀਡੀਓਜ਼ ਦੇ ਦੂੰਗੀ, ਬੇਸ਼ੱਕ ਜ਼ਰੂਰ ਤੁਸੀਂ ਦਿਓ ਤਾਂ ਕਿ ਅਸੀਂ ਦਰਸ਼ਕਾਂ ਨੂੰ ਦਿਖਾਈਏ, ਕਿਉਂਕਿ ਜਿਹੜਾ ਇਹ ਵਾਲਾ ਪੱਖ ਹੈ ਬਹੁਤ ਜ਼ਿਆਦਾ ਅਣਗੌਲਿਆ ਗਿਆ। ਔਰ ਅੱਜ ਦਾ ਪ੍ਰੋਗਰਾਮ ਅਸੀਂ ਫੈਕਟ ਬੇਸ ਕਰ ਰਹੇ ਹਾਂ। ਇਹਦੇ 'ਚ ਕੋਈ ਵੀ ਗੱਲ ਜਿਹੜੀ ਇੱਧਰ ਉੱਧਰਲੀ ਨਹੀਂ ਹੋਏਗੀ, ਕੋਈ ਫੋਕੀਆਂ ਫੜਾ ਨਹੀਂ ਹੋਣਗੀਆਂ। ਜਿਹੜੀ ਗੱਲ ਹੈ ਫੈਕਟ ਬੇਸ ਹੋਏਗੀ ਤਾਂ ਕਿ ਜੋ ਗੱਲ ਦਾ ਤੱਤ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਜਾ ਸਕੇ। ਜੀ ਕਿਰਨ ਜੀ। ਉਸ ਤੋਂ ਬਾਅਦ ਯੋਗਿੰਦਰ ਯਾਦਵ ਹੋਣਾ ਨੇ ਕਿਸਾਨ ਏਕਤਾ ਮੋਰਚਾ ਦੇ ਉੱਤੇ ਆਪਣੀ ਜਿਹੜੀ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਆ ਉਹਦੇ ਉੱਤੇ ਉਹਨਾਂ ਨੇ ਵੀਡੀਓ ਪਾਈ ਸੀ। ਉਹ ਕਹਿੰਦੇ ਨੇ, गणतंत्र के दिन राष्ट्रीय राजधानी में किसान क्यों ना आए? वैसे भी 2 महीने हो गए दिल्ली के बॉर्डर पर बैठे हुए, अब दिल्ली के अंदर झांक के भी तो देखेंगे ना। फिर थोड़ा जा कुछ उन्होंने होर बोलिया। उस तो बाद बोले, पुलिस कहती है रिंग रोड का तो आप सोचो ही नहीं। पुलिस कहती है एक्सप्रेस वे पर कर लो। एक्सप्रेस वे पे कौन देखेगा? सब लोगों ने मन बना रखा है। हमारी तरफ से भी स्पष्ट निर्णय है, उस दिन हम दिल्ली के अंदर जाएंगे। मतलब ये योगेंद्र यादव होना दी वीडियो आ। उस तो बाद आउंदे जे डल्लेवाल साहब, वो कहंदे 26 ਨੂੰ ਪਾਰਲੀਮੈਂਟ ਭਵਨ ਅੱਗੇ, ਇੰਡੀਆ ਗੇਟ ਅੱਗੇ ਜੇ ਜਿਹੜਾ ਕਿਸਾਨ ਦਾ ਹਟ ਜਾਊਗਾ, ਉਦੋਂ ਬਾਅਦ ਮੋਦੀ ਅੱਗੇ ਅਪੀਲ ਇਹ ਹੋਊਗੀ ਕਿ ਜਾਂ ਤਾਂ ਰਿਪੀਲ ਕਰ ਦੇ, ਅਗਲੀ ਮੰਗ ਇਹ ਹੋਊਗੀ ਕਿ ਤੂੰ ਦਫਾ ਹੋ, ਕੁਰਸੀ ਛੱਡ। ਮਤਲਬ ਇਹ ਉਹਨਾਂ ਦਾ ਔਨ ਰਿਕਾਰਡ ਬਿਆਨ ਆ। ਮੈਂ ਕੋਈ ਵੀ ਆਪਣੇ ਵੱਲੋਂ ਇੱਕ ਅੱਖਰ ਵੀ ਨਹੀਂ ਬੋਲ ਰਹੀ। ਕੁਝ ਮਾਈਨਸ ਤਾਂ ਕਰ ਰਹੀ ਹੋਊਂਗੀ ਕਿਉਂਕਿ ਬਹੁਤ ਲੰਬੇ ਬਿਆਨ ਆ, ਤਾਂ ਪਰ ਮੈਂ ਐਡ ਕੁਝ ਨਹੀਂ ਕਰ ਰਹੀ। ਇਹ ਉਹਨਾਂ ਦੇ ਆਪਣੇ ਬਿਆਨ ਆ। ਇਹਨੂੰ ਮੋਦੀ ਦੀਆਂ ਗੋਡਰੀਆਂ ਲਵਾਊਗਾ ਤੇ ਜੇ ਉਹਨੇ 26 ਤੱਕ ਨਾ ਕੀਤਾ, 26 ਨੂੰ ਹਰ ਹਾਲ ਪਾਰਲੀਮੈਂਟ ਭਵਨ ਅੱਗੇ, ਇੰਡੀਆ ਗੇਟ ਅੱਗੇ ਜਿਹੜਾ ਕਿਸਾਨਾਂ ਦਾ ਹੜ ਜਾਊਗਾ, ਤੇ ਉਦੋਂ ਬਾਅਦ ਫਿਰ ਮੋਦੀ ਅੱਗੇ ਮੰਗ ਇਹ ਨਹੀਂ ਹੋਊਗੀ ਵੀ ਤੂੰ ਕਰ ਦੇ, ਤੂੰ ਰਿਪੀਲ ਕਰ ਦੇ। ਉਦੋਂ ਅੱਗੇ ਹੋ ਵੀ ਤੂੰ ਦਫਾ ਹੋ, ਤੂੰ ਇੱਥੋਂ ਕੁਰਸੀ ਛੱਡ, ਤੂੰ ਫੈਸਲਾ ਕਰਨ ਦੇ ਯੋਗ ਨਹੀਂ, ਤੂੰ ਕਿਸਾਨਾਂ ਦਾ ਫੈਸਲਾ ਕਰ ਨਹੀਂ ਸਕਿਆ, ਤੈਨੂੰ ਇੱਥੋਂ ਦਫਾ ਹੋਣਾ ਚਾਹੀਦਾ, ਤੈਨੂੰ ਕੁਰਸੀ ਛੱਡਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ 26 ਤਰੀਕ ਸਾਡੇ ਨੌਜਵਾਨਾਂ ਨੇ 26 ਤਰੀਕ ਦੀ ਤੇ ਸਾਡੇ ਨੌਜਵਾਨਾਂ ਨੇ ਤਿਆਰੀ ਕਰ ਲਈ, ਟਰੈਕਟਰ ਸਵਾਰ ਲਏ। ਅਜੇ ਵਿਉਂਤ ਬਣੀ ਨਹੀਂ ਕਿ ਦਿੱਲੀ ਢਾਉਣੀ ਆ। ਅਜੇ ਵਿਉਂਤ ਬਣੀ ਨਹੀਂ ਕਿ ਲਾਲ ਕਿਲਾ ਢਾਉਣਾ ਆ।
ਅਜੇ ਰਾਏ ਬਣੀ ਨਹੀਂ ਕਿ ਪਾਰਲੀਮੈਂਟ ਹੋਣੀ ਆ, ਅਜੇ ਸਿਰਫ ਟਰੈਕਟਰ ਦਿਖਾ ਕੇ ਦਿੱਲੀ ਡਰਾਉਣੀ ਆ। ਰੁਲਦੂ ਸਿੰਘ ਰੁਲਦੂ ਸਿੰਘ ਮਾਨਸਾ ਜੀ ਜੀ। ਉਸ ਤੋਂ ਅਗਲੀ ਜਿਹੜੀ ਹੈਗੀ ਆ ਉਹ ਮੈਂ ਮੇਰੀ ਹੈਂਡ ਰਾਈਟਿੰਗ ਵੀ ਥੋੜੀ ਉਦਾਂ ਦੀ ਲਿਖੀ ਹੋਈ। ਸੋ ਇਸ ਤਰ੍ਹਾਂ ਦੇ ਮੇਰੇ ਕੋਲ ਬਹੁਤ ਸਾਰੇ ਜਿਹੜੇ ਉਹਨਾਂ ਦੇ ਆਪਣੇ ਬਿਆਨ ਆ। ਹੁਣ ਜੇ ਮੈਂ ਸਾਰੇ ਬਿਆਨ ਪੜ੍ਹਨ ਲੱਗੀ ਤਾਂ ਇੱਕ ਪੂਰਾ ਦਾ ਪੂਰਾ ਮੈਨੂੰ ਪ੍ਰੋਗਰਾਮ ਕਰਨਾ ਪਊਗਾ। ਹੁਣ ਇਹਨਾਂ ਵਿੱਚ ਬੜੀ ਕਲੀਅਰ ਆ ਕਿ ਤੁਸੀਂ ਕਾਲ ਕੀ ਦਿੱਤੀ ਸੀ, ਕਿਸਾਨਾਂ ਨੂੰ ਕਾਲ ਕੀ ਦਿੱਤੀ ਸੀ, ਤੁਸੀਂ ਬੱਚਿਆਂ ਨੂੰ ਕਾਲ ਕੀ ਦਿੱਤੀ ਸੀ। ਬਿਲਕੁਲ ਇਹੀ ਗੱਲ ਸਰਵਣ ਸਿੰਘ ਬੰਦੇਰ ਹੋਣੀ ਜਦੋਂ ਉਹਨਾਂ ਦੀ ਆਪਾਂ ਪਹਿਲੀ ਪ੍ਰੈਸ ਕਾਨਫਰੰਸ ਦੇਖੀ ਹੈਗੀ ਹੈ ਨਾ, ਉਸ ਦਿਨ ਵੀ ਉਹਨਾਂ ਨੇ ਕਿਹਾ ਔਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਸਾਡਾ ਰੂਟ ਰਿੰਗ ਰੋਡ, ਕਿਉਂਕਿ ਅਸੀਂ ਆਹ ਗੱਲਾਂ ਕਹਿ ਕੇ ਉੱਥੋਂ ਜਿਹੜਾ ਹੈ ਬੰਦਿਆਂ ਨੂੰ ਲੈ ਕੇ ਆਏ ਹਾਂ ਤੇ ਇਹ ਹੋ ਹੀ ਨਹੀਂ ਸਕਦਾ ਕਿ ਜਿਹੜੀ ਜ਼ਬਾਨ ਕਰਕੇ ਅਸੀਂ ਉੱਥੋਂ ਇੰਨੇ ਬੰਦੇ ਲੈ ਕੇ ਆਏ ਹਾਂ ਤੇ ਉਹਨਾਂ ਨੂੰ ਜਿਹੜਾ ਅਸੀਂ ਕਿਸੇ ਹੋਰ ਪਾਸੇ ਜਾਂ ਸਰਕਾਰੀ ਰੂਟ ਤੇ ਲੈ ਚਲੀਏ। ਬਾਰ-ਬਾਰ ਅਸੀਂ ਇਹ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਵੱਡੀ ਜਥੇਬੰਦੀ ਤੁਹਾਡੇ ਤੋਂ ਵੱਖ ਹੋ ਰਹੀ ਹੈ, ਉਹ ਤੁਹਾਨੂੰ ਇੱਕ ਦਿਨ ਪਹਿਲਾਂ ਤੁਹਾਡੇ ਤੋਂ ਬਾਗੀ ਹੋ ਜਾਂਦੀ ਹੈ ਸੰਯੁਕਤ ਕਿਸਾਨ ਮੋਰਚੇ ਤੋਂ, ਤੇ ਫਿਰ ਤੁਸੀਂ ਉਹਦੀ ਕੋਈ ਕੇਅਰ ਵੀ ਨਹੀਂ ਕਰਦੇ, ਉਹਦੇ ਨਾਲ ਕੋਈ ਸੰਬੰਧ ਵੀ ਨਹੀਂ ਬਣਾਉਂਦੇ, ਸਿਰਫ ਸਪੀਚਾਂ ਦੇ ਵਿੱਚ ਹੀ ਇਦਾਂ ਕਹਿ ਰਹੇ ਸੀ। ਉੱਥੇ ਉਸ ਦਿਨ ਗੁਰਨਾਮ ਸਿੰਘ ਚਡੂਨੀ ਹੋਣਾ ਨੇ ਵੀ ਕਿਹਾ ਸੀ ਕਿ ਸਾਡੀ ਉਹਨਾਂ ਨਾਲ ਵੀ ਗੱਲ ਹੋ ਗਈ ਹੋਈ ਆ, ਉਹਨਾਂ ਦੇ ਵੀ ਜਿਹੜੀ ਔਨ ਰਿਕਾਰਡ ਬਹੁਤ ਸਾਰੇ ਟੀਵੀ ਚੈਨਲ ਨਾਲ ਗੱਲ ਹੋਈ ਸੀ, ਉੱਥੇ ਉਹਨਾਂ ਨੇ ਕਿਹਾ ਕਿ ਉਹ ਵੀ ਜਿਹੜਾ ਇਹ ਸਾਡੇ ਵਾਲੇ ਰੂਟ ਤੇ ਹੀ ਚੱਲਣਗੇ। ਜੇ ਉਹਨਾਂ ਨੇ ਤੁਹਾਨੂੰ ਕਨਫਰਮ ਕੀਤਾ ਸੀ ਤੇ ਫਿਰ ਉਹ ਪ੍ਰੈਸ ਕਾਨਫਰੰਸ ਕਰਕੇ ਕਿਉਂ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੀ ਗੱਲ ਤੇ ਅਸੀਂ ਕਹਿ ਕੇ ਆਏ ਹਾਂ ਉਤੋਂ ਅਸੀਂ ਨਹੀਂ ਮੁਨਕਰ ਹੋ ਸਕਦੇ, ਕਿ ਸਾਡੇ ਹਜ਼ਾਰਾਂ ਦੇ ਹਿਸਾਬ ਨਾਲ ਕੇਡਰ ਆਇਆ ਹੋਇਆ ਤੇ ਉਹ ਅਸੀਂ ਜਿੱਥੇ ਗਿਆ ਸੀ ਉੱਥੇ ਹੀ ਲੈ ਕੇ ਜਾਵਾਂਗੇ। ਜੀ ਹੁਣ ਇਹੀ ਗੱਲ ਹੈ ਨਾ ਕਿ ਜਦੋਂ ਤੁਸੀਂ ਇੱਕ ਕਿਓਸ ਬਣ ਗਿਆ ਸੀ, ਔਰ ਚੜੂਨੀ ਸਾਹਿਬ ਦਾ ਇੱਕ ਬਿਆਨ ਹੈ ਕਿ ਅਜੇ ਤੱਕ ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਅਸੀਂ ਕੀ ਕਰਨਾ। ਇਹ ਚੜੂਨੀ ਸਾਹਿਬ ਦਾ ਹੀ ਬਿਆਨ ਹੈ, ਹੂਬਹੂ ਵਰਡਸ ਨਹੀਂ, ਕਿਉਂਕਿ ਮੈਂ ਉਹਨੂੰ ਪੈਰਾਫਰੇਜ਼ ਕਰ ਰਹੀ ਹਾਂ, ਪਰ ਉਹਨਾਂ ਨੇ ਇਹ ਗੱਲ ਕਹੀ ਸੀ ਔਰ ਇਹ ਗੱਲ ਬਿਲਕੁਲ ਸੱਚ ਆ। 25 ਤਰੀਕ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਕਰਨਾ ਆ, ਕਿ ਤੁਸੀਂ ਕਿੱਧਰ ਜਾਣਾ ਆ। 25 ਤਰੀਕ ਨੂੰ ਤੁਸੀਂ ਅਚਾਨਕ ਆ ਕੇ, ਔਰ 25 ਤਰੀਕ ਤੱਕ ਗੱਲ ਇਹੀ ਚੱਲ ਰਹੀ ਹੈ ਕਿ ਅਸੀਂ ਅੰਦਰ ਜਾਵਾਂਗੇ ਔਰ ਇਹ ਮੈਂ ਬਕਾਇਦਾ ਤੁਹਾਨੂੰ ਸਾਰੇ ਬਿਆਨ ਪੜ੍ਹ ਕੇ ਸੁਣਾਏ ਆ ਉਹਨਾਂ ਦੇ। ਉਦੋਂ ਤੁਸੀਂ ਦਿੱਲੀ ਢਾਉਣ ਦੀਆਂ ਵੀ ਗੱਲਾਂ ਕਰ ਰਹੇ ਆ, ਲਾਲ ਕਿਲੇ ਦੇ ਉੱਤੇ ਤੁਸੀਂ ਝੰਡੇ ਚੜਾਉਣ ਦੀਆਂ ਗੱਲਾਂ ਕਰ ਰਹੇ ਆ, ਜੇ ਚੜਾਤੇ ਤੇ ਹੁਣ ਰੌਲਾ ਪੈ ਗਿਆ। ਅੱਛਾ, ਅੱਜ ਸਵੇਰ ਦੀ ਹੀ ਗੱਲ ਆ, ਕਿਸੇ ਨੇ ਕੁਝ ਜਿਹੜਾ ਕੱਲ ਰਕੇਸ਼ ਟਕੈਤ ਸਾਹਿਬ ਹੋਣਾ ਨਾਲ ਹੋਇਆ, ਉਸ ਤੋਂ ਬਾਅਦ ਫਿਰ ਕਿਸੇ ਨੇ ਜਫਰਨਾਮੇ ਦੀ ਉਹ ਸ਼ਮਸ਼ੀਰ ਅਸਤ ਵਾਲੀ ਗੱਲ ਕੀਤੀ ਆ ਜੀ, ਚੂੰਕਾ ਰਾਜ਼ਾ ਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਵਾਲੀ ਗੱਲ ਉਹਨਾਂ ਨੇ ਕੀਤੀ ਆ। ਹੁਣ ਗੱਲ ਇਹ ਆ ਕਿ ਜੇ ਕੱਲ ਨੂੰ ਕੋਈ ਜਿਹੜਾ ਨੌਜਵਾਨ ਆ ਉਹ ਸ਼ਮਸ਼ੀਰ ਲੈ ਲੈਂਦਾ ਆ, ਫਿਰ ਤੁਸੀਂ ਕੀ ਕਰੋਗੇ? ਫਿਰ ਤੁਸੀਂ ਕਹਿ ਦੇਣਾ ਇਹ ਗੱਦਾਰ ਹੋ ਗਿਆ। ਸੋ ਜਿਹੜਾ ਜਥੇਬੰਦੀਆਂ ਹੁੰਦੀਆਂ ਨਾ, ਜਿਹੜੇ ਤੁਸੀਂ ਲੀਡਰ ਹੁੰਦੇ ਆ, ਲੀਡਰ ਦਾ ਮਤਲਬ ਇੱਕ ਜਿਹੜਾ ਜਿੰਨਾ ਕੁ ਮੈਂ ਪੜ੍ਹਿਆ ਸਮਝਿਆ ਆ, ਲੀਡਰ ਜਿਹੜਾ ਹੁੰਦਾ ਆਪਣੇ ਲੋਕਾਂ ਦੀ ਨਬਜ਼ ਪਛਾਣਦਾ ਹੁੰਦਾ ਆ। ਲੀਡਰ ਨੂੰ ਆਪਣੇ ਲੋਕਾਂ ਦੀ ਜਿਹੜੀ ਉਹਦੀ ਸੀਰਤ ਹੁੰਦੀ ਨਾ ਉਹ ਪਤਾ ਹੁੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਇਹ ਕੀ ਕਰ ਸਕਦੇ ਆ। ਜਿਸ ਦਿਨ ਤੁਸੀਂ ਜਾਂ ਤਾਂ ਤੁਸੀਂ ਪਹਿਲਾਂ ਹੀ ਬੜਾ ਕਿਓਟਿਕ ਜਿਹਾ ਤੁਸੀਂ ਪ੍ਰੋਗਰਾਮ ਦਿੱਤਾ ਆ, ਜਾਂ ਤਾਂ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਵੀ ਹਜੇ ਸਾਡਾ ਫੈਸਲਾ ਹੋਊਗਾ, ਜੋ ਸਾਨੂੰ ਦਿੱਲੀ ਪੁਲਿਸ ਕਹੂਗੀ ਅਸੀਂ ਉਵੇਂ ਕਰਾਂਗੇ, ਜਾਂ ਅਸੀਂ 26 ਦੀ ਪਰੇਡ ਕਰਾਂਗੇ ਹੀ ਨਹੀਂ। ਤੁਸੀਂ ਇਸ ਤਰੀਕੇ ਦਾ ਕੁਝ ਕਰ ਦਿੰਦੇ। ਜੇ ਤੁਸੀਂ ਕਿਹਾ ਕਿ ਅਸੀਂ 26 ਦੀ ਪਰੇਡ ਕਰਾਂਗੇ, ਪਹਿਲਾਂ ਤੁਸੀਂ ਕਿਹਾ ਸੀ ਰਾਜਪਥ ਤੇ ਕਰਾਂਗੇ, ਫਿਰ ਤੁਸੀਂ ਰਾਜਪਥ ਤੋਂ ਪਿੱਛੇ ਹੋ ਗਏ, ਤੁਸੀਂ ਕਿਹਾ ਅਸੀਂ ਰਿੰਗ ਰੋਡ ਤੇ ਕਰਾਂਗੇ। ਚਲੋ ਇੱਥੋਂ ਤੱਕ ਵੀ ਗੱਲ ਹਜ਼ਮ ਹੁੰਦੀ ਸੀ ਕਿਉਂਕਿ ਕਾਫੀ ਦਿਨ ਪਹਿਲਾਂ ਕਹਿ ਦਿੱਤਾ ਸੀਗਾ। ਹੁਣ ਤੁਸੀਂ ਅਗਲੇ ਦਿਨ ਪਰੇਡ ਆ, ਤੁਸੀਂ ਇੱਕ ਦਿਨ ਪਹਿਲਾਂ ਆਪਣਾ ਸਾਰਾ ਪ੍ਰੋਗਰਾਮ ਬਦਲ ਦਿੰਦੇ ਆ, ਔਰ ਫਿਰ ਤੁਹਾਨੂੰ ਪਤਾ ਤੁਹਾਡੇ ਲੋਕਾਂ ਦੀ ਤਾਸੀਰ ਕਿਹੋ ਜੀ ਆ, ਤੁਹਾਨੂੰ ਪਤਾ ਉਹ ਕੀ ਕਰਨਗੇ। ਤੁਸੀਂ ਉਹਨਾਂ ਨੂੰ ਪੂਰਾ 1.5 ਮਹੀਨਾ ਹੋ ਗਿਆ, ਤੁਸੀਂ ਉਹਨਾਂ ਨੂੰ ਇਹ ਗੱਲ ਸਮਝਾ ਰਹੇ ਆ ਕਿ ਅਸੀਂ ਉੱਧਰ ਨੂੰ ਜਾਣਾ ਆ, ਅਸੀਂ ਟਰੈਕਟਰ ਲੈ ਕੇ ਦਿੱਲੀ ਦੀ ਹਿੱਕ ਤੇ ਨੱਚਾਂਗੇ। ਇਹੋ ਜਿਹੇ ਬਿਆਨ ਦੀਪ ਸਿੱਧੂ ਨੇ ਨਹੀਂ ਸੀ ਦਿੱਤੇ, ਤੁਸੀਂ ਦਿੱਤੇ ਸੀ। ਸੋ ਔਰ ਜਿਹੜੇ ਮੁੰਡੇ ਵੀ ਆਏ ਆ ਉਹ ਦੀਪ ਸਿੱਧੂ ਨਹੀਂ ਸੀ ਲੈ ਕੇ ਆਇਆ, ਤੁਹਾਡੀ ਕਾਲ ਤੇ ਆਏ ਆ, ਤੁਹਾਡਾ ਫਰਜ਼ ਬਣਦਾ ਸੀਗਾ। ਇਹ ਸਾਡੇ ਨਾ ਜਦੋਂ ਅਸੀਂ ਕਾਲਜ ਵਿੱਚ ਜਾਂ ਸਕੂਲ ਦੇ ਵਿੱਚ ਵੀ ਜਦੋਂ ਕੁਝ ਖੇਡਦੇ ਹੁੰਦੇ ਸੀਗੇ, ਖਾਸ ਤੌਰ ਤੇ ਕਿਉਂਕਿ ਮੈਂ ਬਾਸਕਟਬਾਲ ਖੇਡਦੀ ਰਹੀ ਆ, ਤਾਂ ਉਹ ਕੀ ਕਰਦੇ ਹੁੰਦੇ ਸੀਗੇ ਕਿ ਜਿਹੜਾ ਕੋਈ ਇੱਕ ਜਣਾ ਜ਼ਰੂਰ ਹੁੰਦਾ ਵਿੱਚ ਇਹੋ ਜਿਹਾ, ਪਹਿਲਾਂ ਉਹਨੇ ਕਹਿਣਾ ਹੁੰਦਾ ਕਿ ਉਧਰ ਨੂੰ ਸਿੱਟ ਦੇ, ਜਦੋਂ ਉਹ ਸਿੱਟ ਦਿੱਤਾ ਤੇ ਉਹ ਕਿਸੇ ਹੋਰ ਨੇ ਫੜ ਲਿਆ, ਉਹਨੇ ਕਹਿਣਾ ਫਿਰ ਤੂੰ ਸਿੱਟਿਆ ਕਿਉਂ, ਤੇਰੀ ਗਲਤੀ। ਸੋ ਮੈਨੂੰ ਇੱਥੇ ਉਹੋ ਜਿਹਾ ਕ੍ਰਾਈ ਬੇਬੀ ਐਟਮੋਸਫੇਅਰ ਲੱਗਾ। ਖਿੱਚਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਕਿਤੇ ਨਾ ਕਿਤੇ ਇਹਦੇ ਨਾਲ ਮਿਲਦੀ ਜੁਲਦੀ ਹੈ। ਜੇ ਤਾਂ ਹੋ ਜੇ ਸਹੀ, ਫਿਰ ਤੇ ਇਹਨਾਂ ਨੇ ਕਹਿਣਾ ਸੀਗਾ ਬੱਲੇ ਬੱਲੇ ਸਾਡੀ ਹੋ ਗਈ। ਜੇ ਹੁਣ ਗਲਤ ਜਾਂ ਮੈਂ ਇਹਨੂੰ ਨਹੀਂ ਕਹਿੰਦੀ, ਪਰ ਜੋ ਵੀ ਹੋਇਆ ਉਹਦੀ ਰਿਸਪੌਂਸਿਬਿਲਿਟੀ ਵੀ ਲੀਡਰ ਦੀ ਹੀ ਬਣਦੀ ਆ। ਬਿਲਕੁਲ। ਥੋੜਾ ਜਿਹਾ ਆਪਾਂ ਇਹਨੂੰ ਥੋੜਾ ਜਿਹਾ ਘਟਨਾਵਾਂ ਨੂੰ ਪਿੱਛੇ ਲੈ ਕੇ ਇੱਕ ਵਾਰੀ ਚੱਲਦੇ ਹੈਗੇ ਆ। 26 ਜਨਵਰੀ ਤੋਂ ਪਹਿਲਾਂ ਜੇ ਆਪਾਂ 26 ਨਵੰਬਰ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਜਿੱਥੇ ਸਾਨੂੰ ਸਰਕਾਰ ਰੋਕੇਗੀ ਅਸੀਂ ਉੱਥੇ ਰੁਕ ਜਾਵਾਂਗੇ, ਬੈਠ ਜਾਵਾਂਗੇ।
ਜੋਗਿੰਦਰ ਸਿੰਘ ਉਗਰਾਹਾਂ ਹੋਣਾ ਨੇ ਤਾਂ ਇੱਥੋਂ ਤੱਕ ਕਿ ਉਹਨਾਂ ਨੇ ਸਪੀਚਸ ਦਾ, ਸਟੇਜ ਦਾ, ਆਪਣਾ ਟੈਂਟ ਦਾ ਪ੍ਰਬੰਧ ਵੀ ਕਰ ਲਿਆ ਸੀ, ਔਰ ਇਹ ਅਸੀਂ ਔਨ ਰਿਕਾਰਡ ਕਹਿ ਰਹੇ ਹੈਗੇ ਆ, ਸਾਡੇ ਕੋਲ ਪੂਰੇ ਦੇ ਪੁਖਤਾ ਸਬੂਤ ਹੈਗੇ ਨੇ। ਟਿਕਰੀ ਵਾਲੇ ਬਾਰਡਰ ਤੇ ਜੇ ਆਪਾਂ ਕਹਿ ਲਈਏ, ਉਸ ਤੋਂ ਪਿੱਛੇ ਖਨੌਰੀ ਵਾਲਾ ਜਿਹੜਾ ਬਾਰਡਰ ਹੈਗਾ, ਉੱਥੇ ਇਹ ਗੱਲਾਂ ਹੋ ਗਈਆਂ ਸੀ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਕਹਿ ਲਈਏ ਕਿ ਨੌਜਵਾਨਾਂ ਦੇ ਵਿੱਚ ਜੋਸ਼ ਸੀ, ਜਜ਼ਬਾ ਸੀ, ਤੇ ਉਹਨਾਂ ਨੇ ਜੇ ਉੱਥੋਂ ਬੈਰੀਕੇਡ ਤੋੜ ਕੇ ਉਹ ਆਪਾਂ ਕਹਿ ਲਈਏ ਕਿ ਦਿੱਲੀ ਦੇ ਵਿੱਚ ਆ ਗਏ, ਦਿੱਲੀ ਦੇ ਬਾਹਰ ਆ ਗਏ, ਜੇ ਆਪਾਂ ਕਹਿ ਲਈਏ ਕਿ ਸਿੰਘੂ ਬਾਰਡਰ ਤੱਕ ਪਹੁੰਚ ਗਏ, ਟਿਕਰੀ ਬਾਰਡਰ ਤੱਕ ਜਦੋਂ ਪਹੁੰਚ ਗਏ ਦੋਨਾਂ ਪਾਸਿਓਂ ਲੋਕ, ਤੇ ਫਿਰ ਜਿਹੜਾ ਹੈਗਾ ਇੱਕ ਵਾਰੀ ਦੁਬਾਰਾ ਸਰਕਾਰ ਨੇ ਚਾਲ ਚੱਲੀ, ਉਹਨਾਂ ਨੇ ਕਿਹਾ ਕਿ ਸਾਰੇ ਜਾਣੇ ਤੁਸੀਂ ਬਰਾੜੀ ਮੈਦਾਨ ਦੇ ਵਿੱਚ ਆ ਜਾਵੋ। ਇਹ ਦੂਜੀ ਘਟਨਾ ਹੈ। ਬਰਾੜੀ ਮੈਦਾਨ ਦੇ ਵਿੱਚ ਵੀ ਕਿਸੇ ਲੀਡਰਸ਼ਿਪ ਨੇ ਨਹੀਂ ਕਿਹਾ ਕਿ ਅਸੀਂ ਨਹੀਂ ਜਾਣਾ, ਉਹ ਲੋਕਾਂ ਦਾ ਆਪਣਾ ਫੈਸਲਾ ਸੀ ਕਿ ਅਸੀਂ ਇੱਥੇ ਬੈਠਾਂਗੇ। ਬਿਲਕੁਲ ਬਿਲਕੁਲ। ਆਹ ਦੋ ਫੈਸਲੇ ਜਿਹੜੇ ਹਿੱਟ ਹੋ ਗਏ, ਸੰਗਤ ਵੱਲੋਂ ਲਏ ਗਏ ਸੀ, ਤੇ ਉਹ ਲੀਡਰਾਂ ਨੇ ਉੱਤੇ ਫੁੱਲ ਚੜਾ ਦਿੱਤੇ। ਜਿਹੜਾ ਤੀਸਰਾ ਫੈਸਲਾ ਸੀ, ਹੁਣ ਜਿਹੜਾ ਹੈ ਇੰਨਾ ਹਜੂਮ ਆਇਆ ਹੋਇਆ, ਤੁਸੀਂ 2 ਮਹੀਨੇ ਤੋਂ ਕੰਟਰੋਲ ਕਰ ਰਹੇ ਹੋ, ਤੁਸੀਂ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਚੰਗੇ ਲੀਡਰ ਦੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਮੈਨੇਜ ਹੈ, ਤੇ ਫਿਰ ਜੇ ਫੈਸਲਾ ਸੰਗਤ ਵਾਲਾ ਤੀਸਰਾ ਸੀ, ਉਹਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਨਹੀਂ ਸੰਭਾਲਿਆ, ਉਸ ਜੋਸ਼ ਨੂੰ ਯੂਟਿਲਾਈਜ਼ ਨਹੀਂ ਕੀਤਾ, ਨਬਜ ਨਹੀਂ ਪਛਾਣੀ, ਤੇ ਆਹ ਸਾਰੀ ਸਿਚੁਏਸ਼ਨ ਸਾਡੇ ਸਾਹਮਣੇ ਆ। ਐਗਜ਼ੈਕਟਲੀ ਇਹੀ ਗੱਲ ਆਪਾਂ ਕਰ ਰਹੇ ਹਾਂ ਨਾ ਕਿ ਜਦੋਂ ਤੱਕ ਕੋਈ ਜਿੱਤ ਜੇ ਜਾਂ ਠੀਕ ਹੋ ਜਾਏ, ਉਹ ਜਿਹੜਾ ਸਟੇਜ ਆ ਉਹ ਮੁੰਡਿਆਂ ਨੇ ਲਾਇਆ ਸੀ ਉੱਥੇ ਜਾ ਕੇ ਜੀ, ਹੈ ਨਾ। ਔਰ ਜਥੇਬੰਦੀਆਂ ਉਦੋਂ ਬਹੁਤ ਪਿੱਛੇ ਸੀ, ਚੜੂਨੀ ਸਾਹਿਬ ਹੋਣੀ ਨਾਲ ਸੀਗੇ ਬੇਸ਼ੱਕ, ਪਰ ਉਦੋਂ ਉਹਨਾਂ ਨੇ ਜਾ ਕੇ ਸਟੇਜ ਲਾ ਦਿੱਤਾ ਸੀਗਾ। ਉਹ ਸਟੇਜ ਦੇ ਉੱਤੇ ਤੇ ਆਪਾਂ ਫਿਰ ਫੈਸਲੇ ਵੀ ਇਹ ਲਏ ਕਿ ਮੈਂ ਕਿਹਨੂੰ ਬੋਲਣ ਦੇਣਾ ਤੇ ਕਿਹਨੂੰ ਨਹੀਂ ਬੋਲਣ ਦੇਣਾ, ਉਹ ਵੀ ਫੈਸਲੇ ਸਾਡੇ ਸੀ ਜੀ, ਹੈ ਨਾ। 2 ਮਹੀਨੇ ਤੋਂ ਸਟੇਜ ਤੁਹਾਡੇ ਕੋਲ ਹੈ, ਕਾਲ ਤੁਸੀਂ ਦੇ ਰਹੇ ਆ, ਬੋਲ ਤੁਸੀਂ ਰਹੇ ਆ, ਔਰ ਜਦੋਂ ਕੁਝ ਵੀ ਗੜਬੜ ਹੋ ਗਈ ਆ ਤੇ ਫਿਰ ਤੁਸੀਂ ਇੱਕ ਰਾਤ ਦੇ ਵਿੱਚ ਕੋਈ ਬੰਦਾ, ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਉਹਨੂੰ ਅਸੀਂ ਕਿਸੇ ਵੀ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਲੱਖਾ ਸੰਧਨਾ ਹੋਵੇ, ਚਾਹੇ ਉਦੋਂ ਕੇ ਸਾਹਿਬ ਹੋਣ, ਚਾਹੇ ਜਿਹੜਾ ਮਰਜ਼ੀ ਹੋਵੇ, ਤੁਸੀਂ ਉਹਨਾਂ ਨੂੰ ਇੱਕਦਮ ਸਾਈਡਲਾਈਨ ਕਰ ਦਿੱਤਾ। 2 ਮਹੀਨੇ ਤੋਂ ਜੇ ਤੁਸੀਂ ਪੂਰੀ ਹਜੂਮ ਨੂੰ, ਪੂਰੀ ਆਪਣੀ ਆਵਾਮ ਨੂੰ ਆਪਣੇ ਕੰਟਰੋਲ 'ਚ ਨਹੀਂ ਕਰ ਸਕੇ, ਤੇ ਇੱਕ ਦਿਨ ਦੇ ਵਿੱਚ ਇੱਕ ਬੰਦਾ ਉੱਠ ਕੇ ਸਾਰਾ ਕੁਝ ਗੜਬੜ ਕਰ ਦਿੰਦਾ ਆ, ਇਹਦਾ ਮਤਲਬ ਹੈ ਤੁਹਾਡੇ 'ਚ ਬਹੁਤ ਵੱਡੀ ਕਮੀ ਹੈ ਲੀਡਰਸ਼ਿਪ ਦੀ। ਸੋ ਤੁਸੀਂ ਲੀਡਰ ਨਹੀਂ ਹੈਗੇ ਫਿਰ। ਤੇ ਇਹਦੇ 'ਚ ਤੁਸੀਂ ਜੇ ਆਪਾਂ ਕਹੀਏ ਕਿ ਜਿਸ ਤਰੀਕੇ ਦੇ ਨਾਲ 2 ਜਣਿਆਂ ਨੂੰ ਗੱਦਾਰ ਐਲਾਨਿਆ ਗਿਆ, ਤੁਸੀਂ ਇਹਦੇ ਨਾਲ ਕਿੰਨੇ ਕੁ ਸਹਿਮਤ ਆ? ਉਹਨਾਂ ਦੀ ਕਿੰਨੀ ਕੁ ਗਲਤੀ ਤੁਹਾਡੇ ਐਨਾਲਾਈਸਿਸ ਦੇ ਹਿਸਾਬ ਨਾਲ ਕਿੰਨੀ ਕੁ ਬਣਦੀ, ਜੇ ਆਪਾਂ ਫੈਕਟ ਚੈੱਕ ਕਰੀਏ? ਉੱਦਾਂ ਆਪਾਂ ਕੱਲੀਆਂ ਮੀਡੀਆ ਦੀ ਰਿਪੋਰਟਸ ਤੇ ਨਾ ਜਾਈਏ, ਜਾਂ ਜੋ ਇਲਜ਼ਾਮਬਾਜ਼ੀ ਹੋ ਰਹੀ ਹੈ ਉਹਦੇ ਦੇ ਨਾ ਜਾਈਏ, ਕੀ ਸੋਚਦੇ ਹੋ ਤੁਸੀਂ? ਹੁਣ ਫੈਕਟ ਚੈੱਕ ਦੇ ਉੱਤੇ ਪਹਿਲਾਂ ਸਾਨੂੰ ਕੁਝ ਫੈਕਟ ਦੇ ਉੱਤੇ ਹੀ ਗੱਲ ਕਰਨੀ ਪਊਗੀ। ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਕਿ 2 ਮੈਂ ਵੀਡੀਓਜ਼ ਦੇ ਉੱਤੇ ਦੇਖਿਆ, ਜਿਹੜੇ ਦੋਨੋਂ ਹੀ ਲੋਕ ਕਹਿੰਦੇ ਅਸੀਂ ਉੱਥੇ ਸੀਗੇ, ਇੱਕ ਗਲਬ ਵੜੈਚ ਹੋਣੀ ਤੇ ਇੱਕ ਜਿਹੜਾ ਉਹ ਦੂਸਰਾ ਮੁੰਡਾ, ਉਹਨਾਂ ਨੇ ਦੱਸਿਆ ਕਿ ਅਸੀਂ ਦੋਨੋਂ ਹੀ ਉੱਥੇ ਸੀ। ਹੁਣ ਉਹਨਾਂ ਦੀ ਕਹਿਣਾ ਕੀ ਆ ਕਿ ਜਦੋਂ ਬੈਰੀਕੇਡਿੰਗ ਹਟਾਈ ਗਈ ਆ ਤੇ ਇੱਕ ਟਰੈਕਟਰ ਨਿਕਲਣ ਦੀ ਜਗ੍ਹਾ ਹੈਗੀ ਜੀ। ਬੇਸ਼ੱਕ ਮੇਰੀ ਅੱਜ ਦੀ ਗੱਲ ਜਿਹੜੀ ਸਭ ਨੂੰ ਲੱਗ ਰਹੀ ਹੋਊਗੀ ਕਿ ਮੈਂ ਜਥੇਬੰਦੀਆਂ ਦੇ ਬਹੁਤ ਅਗੇਂਸਟ ਭੁਗਤ ਰਹੀ ਆ, ਪਰ ਮੇਰਾ ਕੰਮ ਹੀ ਇਹ ਆ ਕਿ ਜੋ ਸੱਚ ਆ ਜੀ ਉਹਨੂੰ, ਬਿਲਕੁਲ ਅੱਜ ਦਾ ਪ੍ਰੋਗਰਾਮ ਅਸੀਂ ਕਿਸੇ ਨੂੰ ਖੁਸ਼ ਕਰਨ ਦੇ ਲਈ ਨਹੀਂ ਕਰ ਰਹੇ, ਚਾਹੇ ਕਿਸੇ ਦੇ ਜਿੱਥੇ ਮਰਜ਼ੀ ਲੱਗੇ, ਸਾਨੂੰ ਉਹਦੇ ਨਾਲ ਜੋ ਵੀ ਸਮਝਣਾ ਹੋਵੇ ਸਮਝ ਸਕਦੇ ਹੋ। ਮੈਨੂੰ ਵੀ ਤੁਸੀਂ ਕਹਿ ਸਕਦੇ ਹੋ ਇਹ ਵੀ ਆਰਐਸਐਸ ਦੀ ਏਜੰਟ ਹੋਗੀ, ਇਹ ਵੀ ਗੱਦਾਰ ਹੋਗੀ, whatever you want to say you can say, I don't mind that, ਪਰ ਜੋ ਸੱਚ ਆ ਉਹ ਬੋਲਣਾ ਬਹੁਤ ਜ਼ਰੂਰੀ ਆ। ਤੁਸੀਂ ਜਾਂ ਤਾਂ ਤੁਹਾਡੀ, ਫਿਰ ਮੈਂ ਗੱਲ ਦੁਬਾਰਾ ਉੱਥੇ ਆਉਂਗੀ, ਤੁਹਾਡੀ ਜਿਹੜਾ ਲੀਡਰ ਹੁੰਦਾ ਨਾ, ਉਹਨੇ ਸਿਰਫ ਇੱਕ ਖੜਾ ਹੋ ਕੇ ਭਾਸ਼ਣ ਨਹੀਂ ਦੇਣੇ ਹੁੰਦੇ, ਉਹਨੇ ਇਹ ਨਹੀਂ ਕਹਿਣਾ ਹੁੰਦਾ ਕਿ ਐਂ ਚੱਕ ਦਿਓ, ਮਾਰ ਦਿਓ, ਕੱਟ ਦਿਓ, ਬਾਅਦ ਚ ਕਹਦੇ ਕਿ ਨਹੀਂ ਜੀ ਅਸੀਂ ਕੁਝ ਨਹੀਂ ਕਰਨਾ, ਇਹ ਨਹੀਂ ਕਰਨਾ ਹੁੰਦਾ। ਉਹਨੇ ਕੱਲੀ ਚੀਜ਼ ਨੂੰ ਕੈਲਕੂਲੇਟ ਕਰਨਾ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕੈਲਕੂਲੇਸ਼ਨ ਦਿੰਨੀ ਆ, ਪੂਰੀ ਆਪਣੀ ਜਿਹੜੀ ਸੰਗਤ ਉਹਦੇ ਸਾਹਮਣੇ ਮੈਂ ਰੱਖਦੀ ਆ। ਤੁਸੀਂ ਬਕਾਇਦਾ ਇਹ ਕਿਹਾ ਕਿ ਹਰ ਇੱਕ ਪਿੰਡ ਦੇ ਵਿੱਚੋਂ 20 ਟਰੈਕਟਰ ਆ ਜਾਣ। ਹੁਣ ਪੰਜਾਬ ਦੇ ਵਿੱਚ 12,000 ਤੋਂ ਵੱਧ, ਵੈਸੇ ਭਾਜੀ ਨੇ ਮੈਨੂੰ ਦੱਸਿਆ, ਪਰ 12,000 ਆਪਾਂ ਲਾ ਕੇ ਚੱਲੀਏ ਕਿ ਪਿੰਡ ਆ, ਹਰ ਪਿੰਡ ਦੇ ਵਿੱਚੋਂ ਅਗਰ 20 ਟਰੈਕਟਰ ਆਉਂਦੇ ਆ ਤਾਂ 2,40,000 ਟਰੈਕਟਰ ਆ ਜਾਂਦੇ ਆ। ਉਹ ਜਿਹੜਾ ਇੱਕ ਐਂਟਰੈਂਸ ਉਹਨਾਂ ਦਿੱਤੀ ਜਿਹਦੇ ਵਿੱਚੋਂ ਇੱਕੋ ਟਰੈਕਟਰ ਨਿਕਲ ਸਕਦਾ, ਘੱਟੋ ਘੱਟ 30 ਸੈਕਿੰਡ ਦੇ ਵਿੱਚ ਤਾਂ ਟਰੈਕਟਰ ਨਿਕਲੂਗਾ। ਔਰ ਕਿਉਂਕਿ ਉਸ ਤੋਂ ਅੱਗੇ ਜਿਹੜੀ ਚੱਲ ਰਹੀ ਆ ਜਿਹੜੀ ਪਾਇਲਟ ਜਿਪਸੀ, ਜਿਹਦੇ ਵਿੱਚ ਸਾਰੇ ਸਾਡੀਆਂ ਜਥੇਬੰਦੀਆਂ ਦੇ ਪ੍ਰਧਾਨ ਬੈਠੇ ਹੋਏ ਸੀਗੇ, ਔਰ ਉਹਨਾਂ ਦੇ ਆਸ-ਪਾਸ ਜਿਹੜੇ ਸੀਗੇ ਉਹ ਇੱਕ ਚੇਨ ਬਣਾ ਕੇ ਉਹ ਹੱਥ ਫੜ ਕੇ ਜਿਹੜੇ ਵਲੰਟੀਅਰਸ ਆ ਉਹ ਚੱਲਦੇ ਪਏ ਸੀਗੇ ਉਹਨਾਂ ਦੀ ਪ੍ਰੋਟੈਕਸ਼ਨ ਲਈ। ਹੁਣ ਉਹ ਕਿੰਨੀ ਕੁ ਹੌਲੀ ਚੱਲ ਰਹੇ ਹੋਣਗੇ ਜਿਹੜੇ ਕਿ ਪੈਦਲ ਲੋਕ ਜਿਹੜੇ ਚੱਲ ਰਹੇ ਉਹਨਾਂ ਦੇ ਨਾਲ ਚੱਲ ਰਹੇ ਆ। ਸੋ ਫਿਰ ਵੀ ਮੈਂ 30 ਸੈਕਿੰਡ ਲੈ ਕੇ ਚੱਲਦੀ ਆ, ਦਾ ਮਤਲਬ ਹੈ 2 ਟਰੈਕਟਰ 1 ਮਿੰਟ ਵਿੱਚ ਨਿਕਲਦੇ ਆ। ਹੁਣ ਇਹਦੇ ਤੋਂ ਇਹ ਹਿਸਾਬ ਲਾ ਲਈਏ ਕਿ 1,20,000 ਮਿੰਟਾਂ ਦੇ ਵਿੱਚ ਤੁਸੀਂ ਪੂਰੇ ਦੇ ਪੂਰੇ ਟਰੈਕਟਰ ਕੱਢ ਸਕਦੇ ਜਿੰਨੇ ਤੁਸੀਂ ਬੁਲਾ ਲੇ। ਠੀਕ ਹੈ, ਇਹਨੂੰ ਜੇ ਤੁਸੀਂ ਘੰਟਿਆਂ ਦੇ ਵਿੱਚ ਡਿਵਾਈਡ, ਮਤਲਬ ਇਹਨੂੰ ਤੁਸੀਂ 60 ਨਾਲ ਡਿਵਾਈਡ ਕਰ ਲਓ ਤਾਂ 2000 ਘੰਟੇ ਬਣਦੇ ਆ। 2000 ਘੰਟਿਆਂ ਨੂੰ ਜੇ ਤੁਸੀਂ 24 ਨਾਲ ਡਿਵਾਈਡ ਕਰ ਲਓ, ਜੋ ਕਿ ਇੱਕ ਦਿਨ ਦੇ ਵਿੱਚ ਘੰਟੇ ਹੁੰਦੇ ਆ, ਤਾਂ ਤਕਰੀਬਨ 83 ਦਿਨ ਬਣਦੇ ਆ। ਤੁਹਾਡੀ ਪਰੇਡ 83 ਡੇਜ਼ ਚਲਾਉਣੀ ਸੀ ਤੁਸੀਂ,
ਇਹ ਕੈਲਕੂਲੇਸ਼ਨ, ਔਰ ਇਹਦੇ 'ਚ ਆਪਾਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ, ਸਿਰਫ ਪੰਜਾਬ ਦੀ, ਇਹਦੇ 'ਚ ਨਾ ਹਰਿਆਣੇ ਦੀ ਗੱਲ ਕਰ ਰਹੇ ਹਾਂ, ਨਾ ਯੂਪੀ ਦੀ ਗੱਲ ਕਰ ਰਹੇ ਹਾਂ, ਉੱਤਰਾਖੰਡ ਦੀ ਗੱਲ ਕਰ ਰਹੇ ਹਾਂ ਜੀ, ਜੋ ਇਹਨਾਂ ਨੇ ਕਾਲ ਦਿੱਤੀ ਸੀਗੀ। ਇਹਦਾ ਮਤਲਬ ਤੁਸੀਂ ਕੈਲਕੂਲੇਟ ਹੀ ਨਹੀਂ ਕੀਤਾ ਕਿ ਤੁਹਾਨੂੰ ਕਿੰਨੇ ਟਰੈਕਟਰ ਚਾਹੀਦੇ ਆ ਔਰ ਤੁਸੀਂ ਕਿੰਨਿਆਂ ਲੋਕਾਂ ਨੂੰ ਵਿੱਚੋਂ ਕਢਾ ਸਕਦੇ ਆ, ਕਿੰਨੀ ਪਰੇਡ ਲੈ ਕੇ ਚੱਲ ਸਕਦੇ ਆ ਤੁਸੀਂ। ਇੱਕ ਬਸ ਔਰ ਇਹਨਾਂ ਪੁਆਇੰਟਸ ਤੇ ਪੁਲਿਸ ਦੇ ਨਾਲ ਕੋਈ ਡਿਸਕਸ਼ਨ ਵੀ ਨਹੀਂ ਹੋਈ ਹੋਊਗੀ ਜਾਂ ਹੋਈ ਵੀ ਹੋਊਗੀ, ਆਈ ਡੋਨਟ ਨੋ, ਕਿਉਂਕਿ ਉਹ ਵਿਚਲੀਆਂ ਗੱਲਾਂ ਆ। ਪਰ ਇਹ ਜਿਹੜੀ ਕੈਲਕੂਲੇਸ਼ਨ ਹੈ ਤੁਹਾਨੂੰ ਆਪ ਕਰਨੀ ਚਾਹੀਦੀ ਸੀਗੀ ਤੇ ਫਿਰ ਕਾਲ ਦੇਣੀ ਚਾਹੀਦੀ ਸੀਗੀ ਕਿ ਸਾਡੇ ਕੋਲ ਜਿਹੜੇ ਆਲਰੇਡੀ ਉੱਥੇ ਟਰੈਕਟਰ ਖਲੋਤੇ ਆ, ਕਿਆ ਉਹਨਾਂ ਦੇ ਨਾਲ ਸਾਡੀ ਗੱਲ ਪੂਰੀ ਹੋ ਜਾਊਗੀ? ਜੇ ਨਹੀਂ ਤਾਂ ਫਿਰ ਤੁਸੀਂ ਇਹ ਕੈਲਕੂਲੇਸ਼ਨ ਦੇ ਨਾਲ ਕਿਆ ਤੁਸੀਂ 83 ਚਲੋ 83 ਦਿਨ ਛੱਡ ਦਿਓ, 30 ਦਿਨ ਪਰੇਡ ਚਲਾ ਸਕਦੇ ਸੀ ਤੁਸੀਂ। ਔਰ ਤੁਸੀਂ ਇੱਕ ਦਿਨ ਪਹਿਲਾਂ ਕਹਿ ਰਹੇ 24 ਘੰਟੇ ਦਾ ਰਾਸ਼ਨ ਨਾਲ ਲੈ ਲਓ ਜੀ, ਹੈ ਨਾ। ਇਹ ਸਾਰੀਆਂ ਮਿਸ ਕੈਲਕੂਲੇਸ਼ਨਸ ਆ। ਔਰ 24 ਘੰਟੇ ਦਾ ਰਾਸ਼ਨ ਰੱਖਿਆ ਕਿੱਥੇ ਜਾਣਾ, ਸੌਣਾ ਕਿੱਥੇ ਆ ਬੰਦਿਆਂ ਨੇ? 4-4 5-5 ਜਣੇ ਇੱਕ ਟਰੈਕਟਰ ਤੇ ਬੈਠੇ ਆ, ਸਿਰਫ ਟਰੈਕਟਰ ਹੀ ਲੈ ਕੇ ਜਾਣਾ, ਟਰਾਲੀ ਨਾਲ ਲੈ ਕੇ ਜਾਣੀ ਕੋਈ ਨਹੀਂ। ਸੋ ਇਹ ਬੜੀਆਂ ਮਿਸ ਔਰ ਇਹ ਚੀਜ਼ਾਂ ਜਿਹੜੀਆਂ ਨਾ ਉਦੋਂ ਸਟੇਜ ਤੇ ਆ ਗੱਲਾਂ ਹੋਈਆਂ ਸੀ, ਜਿਹੜੀ ਆ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਇਕੱਲੇ ਟਰੈਕਟਰ ਹੀ ਜਾਣੇ ਜਾਂ ਟਰਾਲੀਆਂ ਜਾਣੀਆਂ, ਕਿਉਂਕਿ ਅਸੀਂ ਸਾਰੀ ਫੁਟੇਜ ਜਿਹੜੀ ਉਹ ਦੇਖੀ ਵੀ ਹੈਗੀ ਆ, ਦਿਖਾਈ ਵੀ ਹੈਗੀ ਆ, ਔਰ ਉਹਦੇ ਤੇ ਇਹ ਗੱਲਾਂ ਹੋਈਆਂ ਕਿ ਅਸੀਂ ਜਾਣਾ ਵੀ ਉੱਥੇ ਆ, ਅਸੀਂ ਟਰੈਕਟਰ ਦੇ ਨਾਲ ਟਰਾਲੀ ਲੈ ਕੇ ਜਾਣੀ ਆ। ਬਿਲਕੁਲ, ਕਿਉਂਕਿ ਤੁਸੀਂ ਪ੍ਰੈਕਟੀਕਲ ਗੱਲ ਆ। ਤੁਸੀਂ ਇਹ ਜਿਹੜੀਆਂ ਸਾਰੀਆਂ ਤੁਹਾਡੀਆਂ ਕਾਲਸ ਆ ਨਾ ਜਥੇਬੰਦੀਆਂ ਦੀਆਂ, ਬੜੀਆਂ ਅਨਕੈਲਕੂਲੇਟਡ ਕਾਲ ਸੀਗੀਆਂ, ਜਿਨ੍ਹਾਂ ਦਾ ਨਾ ਕੋਈ ਸਿਰ ਨਾ ਕੋਈ ਪੈਰ, ਜਿੰਨੇ ਜੋ ਕਿਹਾ ਤੁਸੀਂ ਉਹ ਬੋਲਦੇ ਗਏ। ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਟ ਇਜ਼ ਮਿਸਕੈਲਕੂਲੇਟਡ ਇਵੈਂਟ ਔਰ ਇਹ ਫੇਲ ਹੋ ਜਾਣਾ ਆ ਕਿਸੇ ਵੀ ਤਰੀਕੇ ਨਾਲ, ਹੈ ਨਾ। ਦੈਟ ਇਜ਼ ਹਾਊ ਤੁਸੀਂ ਇੱਕ ਬੰਦੇ ਜਾਂ ਦੋ ਬੰਦਿਆਂ ਨੂੰ ਕਰੈਕਟਰ ਅਸੈਸੀਨੇਟ ਕਰਤਾ, ਕਿਉਂਕਿ ਉਹਨਾਂ ਦੇ ਉੱਤੇ ਗੱਲ ਕਰਨੀ ਸੌਖੀ ਸੀ। ਦੀਪ ਸਿੱਧੂ ਤੇ ਥੋੜੀ ਜਿਹੀ ਜ਼ਿਆਦਾ ਸੌਖੀ ਸੀਗੀ, ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹੋ RSS ਦਾ ਬੰਦਾ ਆ, ਔਰ ਉਹਦੀ ਕਸੂਰ ਸਿਰਫ ਇੰਨਾ ਆ ਕਿਉਂਕਿ ਮੈਨੂੰ ਜਿੱਥੋਂ ਮੈਨੂੰ ਨਜ਼ਰ ਆ ਰਿਹਾ, ਮੈਂ ਕੋਈ ਦੀਪ ਸਿੱਧੂ ਦੀ ਕੋਈ ਸਕੀ ਨਹੀਂ ਹੈ, ਪਰ ਜਿੱਥੋਂ ਮੈਨੂੰ ਨਜ਼ਰ ਆ ਰਿਹਾ ਤੁਹਾਨੂੰ ਇੰਝ ਲੱਗਦਾ ਆ ਕਿ ਉਸ ਇੱਕ ਬੰਦੇ ਨੂੰ ਆਪਾਂ ਉਹਦੀ ਕਿਉਂਕਿ ਉਹਦੀਆਂ ਫੋਟੋਗ੍ਰਾਫਸ ਜਿਹੜੀਆਂ ਮੋਦੀ ਸਾਹਿਬ ਨਾਲ ਹੈਗੀਆਂ, ਸਨੀ ਦਿਓਲ ਨਾਲ, ਔਰ ਬਕਾਇਦਾ ਉਹ ਕਿਹੜਾ ਲੁੱਕ ਕੇ ਉਹਨੇ ਮੈਂ ਗੁਰਦਾਸਪੁਰ ਦੀ ਹੋਈ ਆ, ਬਟਾਲੇ ਦੀ ਆ, ਮੈਨੂੰ ਪਤਾ ਆ, ਉਹ ਬਕਾਇਦਾ ਸਾਡੇ ਉੱਥੇ ਜਦੋਂ ਸਨੀ ਦਿਓਲ ਆਇਆ ਸੀ ਉਹਦੇ ਨਾਲ ਕੰਪੇਨ ਕਰਦਾ ਸੀਗਾ, ਤਾਂ ਉਹ ਬਕਾਇਦਾ ਉਹਨਾਂ ਦਾ ਬੰਦਾ ਸੀਗਾ। ਹੁਣ ਤੁਸੀਂ ਫਟਾਫਟ ਤੁਸੀਂ ਸਾਰਾ ਕੁਝ ਉਹਦੇ ਉੱਤੇ ਇਲਜ਼ਾਮ ਸਿੱਟ ਦਿੱਤੇ ਕਿ ਉਹ ਉੱਥੇ ਗਿਆ, ਉਹ ਬੰਦੇ ਫੋਟੋਆਂ ਦੇ ਹਿਸਾਬ ਨਾਲ ਤੇ ਹੁਣ ਕਿਸਾਨ ਲੀਡਰਾਂ ਦੀਆਂ ਫੋਟੋਆਂ ਬਾਦਲ ਸਾਹਿਬ ਦੇ ਨਾਲ ਹੈਗੀਆਂ, ਰਾਜੇਵਾਲ ਸਾਹਿਬ ਦੀ ਹੈਗੀ ਆ, ਹੈ ਨਾ। ਪਰ ਤੁਸੀਂ ਉਹ ਇੱਕ ਬੰਦੇ ਦਾ ਕਰੈਕਟਰ ਅਸੈਸੀਨੇਟ ਕਰਤਾ। ਇਸ ਸਵਾਲ ਇਹ ਹੋਣਾ ਚਾਹੀਦਾ ਸੀ ਜੀ, ਸਵਾਲ ਇਹ ਨਹੀਂ ਸੀ ਹੋਣਾ ਚਾਹੀਦਾ ਕਿ ਦੀਪ ਸਿੱਧੂ ਲਾਲ ਕਿਲੇ ਕਿਵੇਂ ਪਹੁੰਚ ਗਿਆ। ਸਵਾਲ ਇਹ ਹੋਣਾ ਚਾਹੀਦਾ ਸੀਗਾ ਕਿ ਸਾਡੀਆਂ ਜਥੇਬੰਦੀਆਂ ਇੰਨੇ ਸਾਰੇ ਹਜੂਮ ਦੇ ਵਾਸਤੇ ਕੀ ਪ੍ਰਬੰਧ ਕਰਕੇ ਬੈਠੀਆਂ ਹੋਈਆਂ ਸੀ। ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਉੱਥੇ ਯੂ ਟਰਨ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਆ, ਕਿਆ ਇਹ ਜਥੇਬੰਦੀਆਂ ਨੂੰ ਪਹਿਲਾਂ ਪਤਾ ਨਹੀਂ ਸੀ ਲੱਗਣਾ ਚਾਹੀਦਾ? ਤੁਸੀਂ ਇਹ ਸੋਚੋ, ਅੱਗੇ ਪਾਇਲਟ ਜਿਪਸੀ ਜਾ ਰਹੀ ਆ, ਪਿੱਛੇ ਸਾਰੇ ਲੋਕ ਜਾ ਰਹੇ ਆ, ਪਹਿਲਾਂ ਕੌਣ ਪਹੁੰਚੂਗਾ ਯੂ ਟਰਨ ਤੇ? ਪਾਇਲਟ ਜਿਪਸੀ ਕੇ ਪਿੱਛੇ ਵਾਲੇ ਲੋਕ? ਪਾਇਲਟ ਜਿਪਸੀ ਪਹੁੰਚੇ। ਤੇ ਪਾਇਲਟ ਜਿਪਸੀ ਨੂੰ ਪਹਿਲਾਂ ਪਤਾ ਨਹੀਂ ਲੱਗ ਜਾਣਾ ਚਾਹੀਦਾ ਸੀਗਾ ਕਿ ਅੱਗੇ ਤੋਂ ਉਹਨਾਂ ਨੇ ਯੂ ਟਰਨ ਬੰਦ ਕਰ ਦਿੱਤੀ ਆ, ਤੇ ਉਹਨਾਂ ਨੂੰ ਉਦੋਂ ਕਾਲ ਨਹੀਂ ਦੇ ਦੇਣੀ ਚਾਹੀਦੀ ਸੀ ਕਿ ਵਾਪਸ ਚੱਲ ਪੋ, ਹੈ ਨਾ। ਉੱਥੇ ਗਲਤ ਵੜੈਚ ਹੋਣਾ ਦੀ ਗੱਡੀਆਂ ਪਹਿਲਾਂ ਕਿੱਦਾਂ ਨਿਕਲ ਗਈਆਂ, ਉਹ ਪਹਿਲਾਂ ਕਿੱਥੇ ਪਹੁੰਚ ਗਏ? ਇਹਦਾ ਮਤਲਬ ਆ ਪਹਿਲਾਂ ਉਹਨਾਂ ਤੋਂ ਅੱਗੇ ਕੋਈ ਹੋਰ ਸੀਗਾ। ਸੋ ਇਹ ਮਿਸਕੈਲਕੂਲੇਟਡ ਡੀਡ ਸੀਗੀਆਂ। ਕਰਨਾ ਇਹ ਚਾਹੀਦਾ ਸੀਗਾ ਕਿ ਚਾਹੇ ਕੋਈ ਗਲਤ ਚਾਹੇ ਕੋਈ ਸਹੀ, ਆਪਣੇ ਲੋਕਾਂ ਨਾਲ ਖੜਨਾ ਚਾਹੀਦਾ ਸੀ। ਸਿਰਫ ਇੱਕ ਦੀਪ ਸਿੱਧੂ, ਸਿਰਫ ਇੱਕ ਪੰਧੇਰ ਸਾਹਿਬ, ਪੰਨੂ ਹੋਣੀ ਜਾਂ ਜਿਹੜੇ ਉਦੋਂ ਕੇ ਸਾਹਿਬ, ਸਿਰਫ ਇਹ ਲੋਕ ਨਹੀਂ ਆ। ਚਲੋ ਇੱਕ ਮਿੰਟ ਲਈ ਮੰਨ ਵੀ ਲਈਏ ਕਿ ਦੀਪ ਸਿੱਧੂ ਗੱਦਾਰ ਆ, ਜਿਹੜੇ ਬਾਕੀ ਲੋਕ ਆ ਉਹ ਤਾਂ ਤੁਹਾਡੇ ਕਹੇ ਤੇ ਆਏ ਆ, ਤੁਹਾਡੇ ਸੱਦੇ ਤੇ ਆਏ, ਤੁਸੀਂ ਉਹਨਾਂ ਤੋਂ ਵੀ ਪੱਲਾ ਝਾੜ ਦਿੱਤਾ। ਇੱਥੇ ਇੱਕ ਸਵਾਲ ਮੇਰਾ ਵੀ ਆਉਂਦਾ ਹੈਗਾ ਕਿ ਮੰਨ ਲਓ ਕਿ ਦੀਪ ਸਿੱਧੂ ਨੇ ਇੱਕ ਪੂਰੀ ਸਾਜ਼ਿਸ਼ ਰਚੀ ਹੈਗੀ ਆ, ਥੋੜੀ ਦੇਰ ਲਈ ਆਪਾਂ ਮੰਨ ਕੇ ਚੱਲਦੇ ਹਾਂ, ਤੇ ਉਹ ਉੱਥੇ ਜਾ ਕੇ ਸਾਰੇ ਬੰਦਿਆਂ ਨੂੰ, ਇੰਨੇ ਸਾਰੇ ਬੰਦਿਆਂ ਨੂੰ ਲੈ ਗਿਆ, ਪਰ ਵੱਡਾ ਸਵਾਲ ਇਹ ਹੈ ਕਿ ਜਿਸ ਨੌਜਵਾਨ ਜਿਹੜਾ ਹੈ ਉਹ ਸ਼ਹੀਦ ਹੁੰਦਾ ਹੈਗਾ, ਜਾਂ ਆਪਾਂ ਕਹਿ ਲਈਏ ਕਿ ਉਹਦੀ ਕੁਝ ਗੱਲਾਂ ਇਹ ਸਾਹਮਣੇ ਆ ਰਹੀਆਂ ਕਿ ਉਸਦੇ ਗੋਲੀ ਵੱਜੀ ਹੈਗੀ ਆ, ਜਾਂ ਗੋਲੀ ਵੱਜਣ ਕਰਕੇ ਟਰੈਕਟਰ ਉਲਟਿਆ ਹੈਗਾ, ਉਹ ਜਿਹੜਾ ਨੌਜਵਾਨ ਉੱਥੇ ਸ਼ਹੀਦ ਹੁੰਦਾ ਹੈ, ਹੁਣ ਉਹ ਤੇ ਆਉਂਦਾ ਹੈ ਗਾਜ਼ੀਪੁਰ ਬਾਰਡਰ ਤੋਂ। ਬਿਲਕੁਲ, ਗਾਜ਼ੀਪੁਰ ਬਾਰਡਰ ਤੇ ਵੀ ਫਿਰ ਇਹੀ ਬੰਦੇ ਗਏ ਹੋਣਗੇ ਉਹਨਾਂ ਨੂੰ ਵਰਗਲਾ ਕੇ ਲਾਲ ਕਿਲੇ ਤੇ ਲੈ ਕੇ ਆਉਣ ਲਈ ਜਾਂ ਸੈਂਟਰਲ ਦਿੱਲੀ 'ਚ ਲੈ ਕੇ ਆਉਣ ਲਈ। ਔਰ ਇਹਦੇ 'ਚ ਇੱਕ ਗੱਲ ਹੋਰ ਵੀ ਕਲੀਅਰ ਬੜੀ ਕਰਨੀ ਬਣਦੀ ਹੈਗੀ ਹੈ ਕਿ ਲਾਲ ਕਿਲੇ ਵਾਲੀ ਘਟਨਾ ਦੇ ਵਿੱਚ ਉਹ ਗੋਲੀ ਵਾਲਾ ਨਹੀਂ ਹੋਇਆ ਹੈਗਾ, ਕਿਉਂਕਿ ਪ੍ਰਚਾਰਿਆ ਸੋਸ਼ਲ ਮੀਡੀਆ ਤੇ ਇਹੀ ਜਾ ਰਿਹਾ ਕਿ ਲਾਲ ਕਿਲੇ ਤੇ ਜਾਣ ਕਰਕੇ ਜਿਹੜਾ ਹੈ ਇਹ ਕੰਮ ਹੋਇਆ। ਨਹੀਂ ਇਹ ਥੋੜਾ ਡਿਸਕ੍ਰਾਈਬ ਕਰੋ। ਬਿਲਕੁਲ ਨਹੀਂ, ਦੇਖੋ ਮੈਂ ਜਿੱਦਾਂ ਆਪਾਂ ਪਹਿਲਾਂ ਹੀ ਦੱਸ ਚੁੱਕੇ ਕਿ ਰੂਟ ਜਿਹੜੇ ਇਸ ਤਰੀਕੇ ਨਾਲ ਬਣਾਏ ਸੀ ਕਿ ਤਿੰਨਾਂ ਪਾਸਿਆਂ ਤੋਂ ਆਉਣਾ ਸੀ, ਫਿਰ ਉਹਨਾਂ ਨੇ ਯੂ ਟਰਨ ਲੈਣਾ ਸੀ, ਯੂ ਟਰਨ ਉਹਨਾਂ ਨੇ ਬੰਦ ਕਰ ਦਿੱਤੇ, ਹਰ ਕਿਸੇ ਨੂੰ ਇਨਰ ਮਤਲਬ ਹੁਣ ਉਹ ਜਿਹੜਾ ਗਾਜ਼ੀਪੁਰ ਵਾਲਾ ਰੂਟ ਆ ਉਹ ਇੱਕਦਮ ਦੂਰ ਹੈਗਾ, ਮਾੜਾ ਜਿਹਾ ਉਹ ਵੀ ਦੇਖ ਕੇ ਤੁਸੀਂ। ਗਾਜ਼ੀਪੁਰ ਵਾਲਾ ਜਿਹੜਾ ਰੂਟ ਹੈਗਾ ਆ ਉਹ ਹੈ ਤਾਂ ਆਬਵੀਅਸਲੀ ਦੂਰ, ਪਰ ਜਦੋਂ ਤੁਸੀਂ ਯੂ ਟਰਨ ਬੰਦ ਕਰ ਦੋਗੇ ਤੁਹਾਨੂੰ ਇਨਰ ਦਿੱਲੀ ਜਾਣਾ ਪਊਗਾ, ਤੇ ਉਹੀ ਫਿਰ ਇਨਰ ਦਿੱਲੀ ਗਏ। ਉਹ ਫਿਰ ਉਹਨਾਂ ਨੇ ਬਹੁਤ ਦੂਰ ਨਹੀਂ, ITO ਤੱਕ ਪਹੁੰਚੇ ਤੇ ਉੱਥੇ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਸਭ ਤੋਂ ਵੱਡੀ ਜਿਹੜੀ ਗੱਲ ਆ
ਉਹ ਜਿਹੜਾ ਉਹ ਟਰੈਕਟਰ ਸੀਗਾ ਉਹਦੇ 'ਚ ਤੁਸੀਂ ਦੇਖੋ ਤੇ ਉਹਦੇ ਤੇ ਝੰਡਾ ਲੱਗਾ, ਤਿਰੰਗਾ ਲੱਗਾ ਹੋਇਆ ਜੀ। ਉਹ ਮੁੰਡੇ ਨੇ ਜਿਹੜਾ ਔਰ ਉਹ ਤਿਰੰਗਾ ਉਹਨੇ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਲਾਇਆ ਕਿਸਾਨ ਅੱਛਾ ਫਿਰ ਤਿਰੰਗੇ, ਜੇ ਤੁਸੀਂ ਇਹ ਕਹਿ ਰਹੇ ਆ ਕਿ ਨਿਸ਼ਾਨ ਸਾਹਿਬ ਕਰਕੇ ਨੁਕਸਾਨ ਹੋ ਗਿਆ, ਉਹਨੇ ਤਾਂ ਤਿਰੰਗਾ ਲਾਇਆ ਸੀ, ਉਹਦਾ ਤਾਂ ਗੋਲੀ ਵੱਜਣੀ ਨਹੀਂ ਸੀ ਚਾਹੀਦੀ ਵਿਚਾਰੇ ਦੇ, ਹੈ ਨਾ। ਸਭ ਤੋਂ ਨਿਰਾਸ਼ਾ ਕਾਹਦੇ ਵਾਸਤੇ ਹੋਈ ਆ ਜੀ ਕਿ ਸਾਡਾ ਤਕਰੀਬਨ 200 ਬੰਦਾ ਸ਼ਹੀਦ ਹੋ ਗਿਆ ਪਿਛਲੇ ਕੁਝ ਸਮੇਂ ਦੇ ਵਿੱਚ ਜੀ। ਉਹਦੀ ਜ਼ਿੰਮੇਵਾਰੀ ਕਿਹਦੀ ਆ? ਕਿਸੇ ਦੀ ਨਹੀਂ। ਤੇ ਇਹ ਇੱਕ ਬੰਦਾ ਜਿਹੜਾ ਸ਼ਹੀਦ ਹੋਇਆ, ਬੇਸ਼ੱਕ ਸਾਡਾ ਉਹ ਭਰਾ ਸੀ, ਹੈ ਨਾ, ਔਰ ਸਾਨੂੰ ਬਕਾਇਦਾ ਓਨਾ ਹੀ ਅਫਸੋਸ ਆ, ਪਰ ਇਹਦੇ ਇੱਕ ਬੰਦੇ ਦੇ ਸ਼ਹੀਦ ਹੋਣ ਦੀ ਜ਼ਿੰਮੇਵਾਰੀ ਤੁਸੀਂ ਦੀਪ ਸਿੱਧੂ ਤੇ ਪਾ ਰਹੇ ਆ। ਕਿਆ ਅਸੀਂ 200 ਬੰਦਿਆਂ ਦੀ ਜ਼ਿੰਮੇਵਾਰੀ ਜਿਹੜੀ ਆ ਪੂਰੀਆਂ ਜਥੇਬੰਦੀਆਂ ਤੇ ਪਾਈਏ? ਮਤਲਬ ਇਹ ਇੱਕ ਫੈਕਟ ਹੈ ਜਿਹਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ 200 ਬੰਦੇ ਜਿਹੜੇ ਆਪਾਂ ਕਹਿ ਲਈਏ ਕਿ ਸ਼ਹੀਦ ਉੱਥੇ ਹੋਏ ਹੈਗੇ ਆ, ਉਹਦਾ ਜ਼ਿੰਮੇਵਾਰ ਤੇ ਜੇ ਆਪਾਂ ਕਹਿ ਲਈਏ ਕਿ ਅਕਾਲ ਪੁਰਖ ਕਹਿ ਦਿੰਦੇ ਆ ਜਾਂ ਮੋਦੀ ਸਰਕਾਰ ਕਹਿ ਦਿੰਦੇ ਆ, ਤੇ ਜਿਹੜਾ ਗੋਲੀ ਨਾਲ ਮਰਿਆ ਉਹ ਵੀ ਆਇਆ ਵੀ ਗਾਜ਼ੀਪੁਰ ਵਾਲੇ ਬੰਨੇ ਜਿੱਧਰ ਦੀਪ ਸਿੱਧੂ ਹੈਗਾ ਨਹੀਂ ਸੀ, ਤੇ ਫਿਰ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਦੀਪ ਸਿੱਧੂ ਤੇ ਆ। ਔਰ ਉਧਰ ਫਿਰ ਉਹੀ ਗੱਲ ਦੁਬਾਰਾ ਆਪਾਂ ਸ਼ੁਰੂ ਕਰਾਂਗੇ ਕਿ ਇੱਕੋ ਬੰਦਾ ਜਿਹਨੂੰ ਤੁਸੀਂ ਸਟੇਜ ਵੀ ਨਹੀਂ ਦਿੱਤੀ, ਕੋਈ ਸਟੇਜ ਵੀ ਨਹੀਂ ਦਿੱਤੀ ਉਹਨੂੰ, ਹੈ ਨਾ, 2 ਮਹੀਨਿਆਂ ਤੋਂ ਕੋਈ ਕਿਸੇ ਸਟੇਜ ਤੇ ਨਹੀਂ। ਔਰ ਫਿਰ ਉਹਦੇ 'ਚ ਇਹ ਆ ਜਾਂਦਾ ਕਿ ਟਿੱਕਰੀ ਵਾਲੇ ਫਿਰ ਜਿਹੜੇ ਲਾਲ ਕਿਲੇ ਤੇ ਪਹੁੰਚੇ ਉਹ ਵੀ ਫਿਰ ਦੀਪ ਸਿੱਧੂ ਲੈ ਕੇ ਟਿੱਕਰੀ ਵਾਲੇ, ਗਾਜ਼ੀਪੁਰ ਵਾਲੇ, ਕਿਉਂਕਿ ਉਹਨਾਂ ਨੇ ਰੂਟ ਹੀ ਇਸ ਤਰੀਕੇ ਨਾਲ ਬਣਾਇਆ ਸੀ, ਉਹ ਸਰਕਾਰੀ ਪਲਾਨ ਸੀ, ਸਰਕਾਰੀ ਟਰੈਪ ਸੀ, ਜਾਲ ਸੀਗਾ ਇੱਕ। ਦੇਖੋ ਇੱਕ ਗੱਲ ਹੋਰ ਸਮਝ ਲਈਏ, ਜਿਹੜਾ ਲਾਲ ਕਿਲਾ ਹੈ ਨਾ, ਉਹ ਕੋਈ ਮੈਰਿਜ ਪੈਲੇਸ ਨਹੀਂ ਹੈਗਾ, ਉਹ ਜੰਗਾਂ ਯੁੱਧਾਂ ਦਾ ਕਿਲਾ ਆ। ਜਿਹੜਾ ਉਹਦਾ ਦਰਵਾਜ਼ਾ ਹੈ ਇੱਕੋ ਗੇਟ ਆ, ਲਾਹੌਰੀ ਗੇਟ, ਜਿਹਨੂੰ ਅਗਰ ਤੁਸੀਂ ਖੋਲਣਾ ਜਾਂ ਤਾਂ ਉਹ ਤੋਪਾਂ ਨਾਲ ਟੁੱਟ ਸਕਦਾ ਆ ਜਾਂ ਕੋਈ ਆਪ ਆਪਣੀ ਮਰਜ਼ੀ ਨਾਲ ਖੋਲੇ। ਉਹ ਖੁੱਲਾ ਸੀ ਉਸ ਦਿਨ, ਇੰਨੀ ਵੱਡੀ ਪਰੇਡ ਅੰਦਰ। ਔਰ ਇਹਦੇ 'ਚ ਇੱਕ ਫੈਕਟ ਹੋਰ ਵੀ ਹੈ ਕਿ ਬਰਡ ਫਲੂ ਕਰਕੇ ਉਸ ਨੂੰ ਬੰਦ ਕੀਤਾ ਗਿਆ ਸੀ, ਉਸ ਨੂੰ ਜਿਹੜਾ ਹੈਗਾ ਨਾ ਉਹਨੂੰ ਬੰਦ ਕਰਕੇ ਰੱਖਿਆ ਗਿਆ ਸੀ, ਪਰ ਉਸ ਦਿਨ ਖੁੱਲਾ ਸੀ, ਉਸ ਦਿਨ ਉਹ ਖੁੱਲਾ ਸੀ। ਔਰ ਉਹ ਜਿਹੜਾ ਦਰਵਾਜ਼ਾ ਉਹ ਤੋੜ ਨਹੀਂ ਕੋਈ ਸਕਦਾ, ਇਹ ਪੋਸੀਬਲ ਹੀ ਨਹੀਂ ਆ, ਜਦ ਤੱਕ ਤੋਪ ਨਾ ਹੋਵੇ ਤਦ ਤੱਕ ਉਹ ਦਰਵਾਜ਼ਾ ਨਹੀਂ ਟੁੱਟਦਾ। ਉਹ ਜੰਗ ਵਾਸਤੇ ਕਿਲਾ ਬਣਾਇਆ ਹੋਇਆ ਹੈ, ਉਹਦਾ ਇੱਕੋ ਗੇਟ ਆ, ਬਕਾਇਦਾ ਜਦੋਂ ਉੱਥੋਂ ਦੀ ਜਾਣਾ ਹੁੰਦਾ ਉਹਨੂੰ ਖੋਲਦੇ ਆ। ਔਰ 26 ਜਨਵਰੀ ਦਾ ਇੰਨਾ ਇੰਪੋਰਟੈਂਟ ਦਿਨ ਹੋਵੇ ਤੇ ਉਹ ਇੰਜ ਹੀ ਖੁੱਲਾ ਪਿਆ ਸੀਗਾ। ਇਹ ਪ੍ਰੋਪਰ ਸਰਕਾਰੀ ਸਾਜ਼ਿਸ਼ ਸੀ ਜਿਹਦੇ ਵਿੱਚ ਸਾਡੇ ਸਾਰੇ ਜਿਹੜੇ ਬੱਚੇ ਆ ਉਹ ਫਸ ਗਏ, ਬੱਚੇ ਕਹਿ ਲੋ ਜਾਂ ਮੇਰੇ ਭਰਾ ਕਹਿ ਲੋ ਜਾਂ ਜੋ ਵੀ ਕਹਿ ਲੋ, ਸਾਰੇ ਉਹ ਫਸ ਗਏ, ਉਸ ਟਰੈਪ ਦੇ ਵਿੱਚ ਆ ਗਏ। ਇਸ ਚੀਜ਼ ਨੂੰ ਸਰਕਾਰੀ ਟਰੈਪ ਨਾ ਮੰਨ ਕੇ ਜਾਂ ਮੰਨ ਕੇ ਵੀ ਮੈਕਸਿਮਮ ਜਿਹੜਾ ਦਾਰਮੋਦਾਰ ਆ ਉਹ ਇੱਕ ਬੰਦੇ ਉੱਤੇ ਸੁੱਟ ਦੇਣਾ, ਇਹ ਮੈਨੂੰ ਲੱਗਦਾ ਕਿ ਬੜੀ ਕਾਇਰਾਨਾ ਜੀ ਹਰਕਤ ਆ, ਸੌਰੀ ਟੂ ਸੇ, ਪਰ ਇਹ ਮੈਨੂੰ ਕਾਇਰਾਨਾ ਲੱਗਦੀ ਆ। ਬਜਾਏ ਇਹਦੇ ਕਿ ਅਸੀਂ ਸਰਕਾਰ ਨੂੰ ਘੇਰਦੇ ਕਿ ਤੁਸੀਂ ਇਹ ਕੰਮ ਕੀਤਾ, ਅਸੀਂ ਆਪਣੇ ਇੱਕ ਨੌਜਵਾਨ ਦੇ ਗੋਲੀ ਮਾਰੀ ਹੈਗੀ ਆ। ਹਾਂਜੀ, ਤੁਸੀਂ ਸਾਡੇ ਔਰ ਉਹ ਨੌਜਵਾਨ ਪਰੇਡ ਦੇ ਵਿੱਚ ਸਰਕਾਰ ਦੇ ਦਿੱਤੇ ਹੋਏ ਰੂਟ ਦੇ ਉੱਤੇ ਗਿਆ ਸੀ, ਤਿਰੰਗਾ ਉੱਤੇ ਲੱਗਾ ਸੀ ਜੋ ਜੋਗਿੰਦਰ ਯਾਦਵ ਨੇ ਕਿਹਾ ਸੀ, ਔਰ ਫਿਰ ਵੀ ਉਹਦੇ ਜਿਹੜੀ ਹੈ ਉਹਦਾ ਟਰੈਕਟਰ ਉਲਟਦਾ ਹੈਗਾ। ਤੇ ਇਹਨੂੰ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ? ਇਹ ਸਵਾਲ ਜਿਹੜਾ ਹੈ ਤੁਹਾਡੇ ਉੱਤੇ ਹੈ। ਦਰਸ਼ਕਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਸਾਡਾ ਪ੍ਰੋਗਰਾਮ ਪੂਰਾ ਫੈਕਟ ਬੇਸ ਹੈ, ਅਸੀਂ ਇੱਦਾਂ ਇੱਥੇ ਬੈਠ ਕੇ ਨਹੀਂ ਹੈਗਾ ਕਿ ਕਿਸੇ ਦੀਆਂ ਆਪਾਂ ਵਡਿਆਈਆਂ ਕਰੀ ਜਾਈਏ ਜਾਂ ਕਿਸੇ ਦੀ ਆਪਾਂ ਕਹੀਏ ਕਿ ਪ੍ਰੋੜਤਾ ਕਰੀ ਜਾਈਏ। ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਹਾਂ, ਜਿਹੜਾ ਉੱਥੇ ਅੰਦੋਲਨ ਚੱਲ ਰਿਹਾ ਹੈ ਉਹਦੀ ਸਵੈ ਪੜਚੋਲ ਕਰਨੀ ਬਣਦੀ ਹੈ, ਔਰ ਅਸੀਂ ਉਹਦੀ ਸਵੈ ਪੜਚੋਲ ਕਰਾਂਗੇ ਵੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਘਟਨਾ ਨਾ ਵਾਪਰੇ। ਔਰ ਐਜ਼ ਜੇ ਆਪਾਂ ਕਹਿ ਲਈ ਨਾ ਕਿ ਅਸੀਂ ਕਿਸੇ ਨੂੰ ਦੱਸ ਦਈਏ ਕਿ ਆਹ ਗਲਤ ਹੋ ਰਿਹਾ ਹੈਗਾ, ਹੁਣ ਇਹਨੂੰ ਜਿਹੜਾ ਹੈਗਾ ਅੱਗੇ ਹੁਣ ਕਿਸਾਨ ਲੀਡਰਾਂ ਨੇ, ਕਿਉਂਕਿ ਲੀਡਰਸ ਹੀ ਇਸ ਨੂੰ ਲੀਡ ਕਰ ਰਹੇ ਨੇ, ਉਹਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਣਾ ਥਿੰਕ ਟੈਂਕ ਤੁਸੀਂ ਇੰਨਾ ਜ਼ਿਆਦਾ ਹੋਰ ਸਟਰੋਂਗ ਕਰੋ ਔਰ ਜਿਹੜੇ ਆਪਣੇ ਪਾੜੇ ਹੈ ਉਸ ਨੂੰ ਖਤਮ ਕਰੋ। ਜਿਹੜੇ ਲੋਕ ਨੇ ਆਪਣੇ ਲੋਕਾਂ ਦੇ ਖਿਲਾਫ ਨਾ ਭੁਗਤੋ, ਸਰਕਾਰ ਦੇ ਖਿਲਾਫ ਹੋ ਕੇ ਬਿੱਲ ਰੱਦ ਕਰਾਓ। ਆਪਣਾ ਡਿਕਟੇਟਰਸ਼ਿਪ ਜਿਹੜਾ ਰਵੱਈਆ ਹੈ ਉਹ ਛੱਡਣਾ ਪਵੇਗਾ, ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸੰਘਰਸ਼ ਫੇਲ ਹੋ ਗਿਆ, ਜੇ ਅਸੀਂ ਪੁਰਾਣੇ ਸੰਘਰਸ਼ਾਂ ਦਾ ਇਤਿਹਾਸ ਦੇਖਦੇ ਹਾਂ ਤੇ ਕਈਆਂ ਦੇ ਨਾਮ ਜਿਹੜੇ ਕਾਲੇ ਅੱਖਰਾਂ ਦੇ ਨਾਲ ਲਿਖੇ ਗਏ ਹਨ, ਲੋਕਾਂ ਨੂੰ ਪਤਾ ਹੈ ਕਿਹੜਾ ਬੰਦਾ ਚੰਗਾ ਸੀ, ਕਿਹੜਾ ਬੰਦਾ ਮਾੜਾ ਸੀ, ਕਿਹਨੂੰ ਵਿਕਟਿਮ ਬਣਾਇਆ ਗਿਆ, ਕਿਸ ਨੂੰ ਆਪਾਂ ਕਹਿ ਲਈਏ ਕਿ ਵਿਲਨ ਬਣਾਇਆ ਗਿਆ, ਕਿਸ ਨੂੰ ਹੀਰੋ ਬਣਾਇਆ ਗਿਆ। ਇਹ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਹੋਵੇਗਾ, ਇਤਿਹਾਸ ਦਾ ਇੱਕ ਹਿੱਸਾ ਹੋਵੇਗਾ। ਜੀ ਕਿਰਨ ਜੀ, ਜਿਹੜੀ ਅਗਲੀ ਗੱਲ ਆ ਜਿਹੜੀ ਆਪਾਂ ਇਹ ਬਾਰ-ਬਾਰ ਕਰ ਰਹੇ ਹਾਂ ਕਿ ਉਹ ਸਭ ਤੋਂ ਵੱਡੀ ਜਿਹੜੀ ਇੱਕ ਅਫਸੋਸਨਾਕ ਗੱਲ ਆ, ਉਹ ਮੈਨੂੰ ਜਿਹੜਾ ਸਾਨੂੰ ਸਾਡੀ, ਮੈਂ ਇਹਨੂੰ ਕੀ ਵਰਡ ਦੇਵਾਂ, ਮੇਰੇ ਕੋਲ ਅੱਖਰ ਨਹੀਂ ਹੈ ਉਹ ਜਿਹੜਾ ਆਪਣੇ ਆਪ ਨੂੰ ਮੈਂ ਡਿਫਾਈਨ ਕਰ ਸਕਾਂ। ਸਾਡੀ ਕਮੀਨਗੀ ਕਹਿ ਲਈਏ ਕਿੰਨੀ ਆ ਕਿ ਸਾਨੂੰ ਅਜੇ ਤੱਕ ਉਸ ਬੱਚੇ ਦਾ ਜਿਹੜਾ ਸ਼ਹੀਦ ਹੋ ਗਿਆ ਉਹਦੀ ਉਮਰ 26 ਸਾਲ ਸੀ ਜੀ, ਆਸਟ੍ਰੇਲੀਆ ਤੋਂ ਗਿਆ ਸੀ, ਨਵਾਂ ਉਹਦਾ ਵਿਆਹ ਹੋਇਆ, ਸਾਨੂੰ ਉਹਦਾ ਨਾਮ ਵੀ ਕਿਸੇ ਨੂੰ ਪੂਰਾ ਨਹੀਂ ਪਤਾ, ਕੋਈ ਉਹਨੂੰ ਨਵਦੀਪ ਸਿੰਘ ਕਹੀ ਜਾਂਦਾ, ਕੋਈ ਨਵਰੀਤ, ਕੋਈ ਰਵਨੀਤ, ਪਤਾ ਨਹੀਂ ਕੀ। ਉਹਦੇ ਦਾਦਾ ਜੀ ਜਿਹੜੇ ਕਿ ਸੰਘਰਸ਼ ਦੇ ਵਿੱਚ ਸੀ ਪਹਿਲੇ ਦਿਨ ਤੋਂ, ਉਹਨਾਂ ਦਾ ਬਿਆਨ ਸੀਗਾ ਕਿ ਤੁਸੀਂ ਮੇਰੇ ਪੋਤਰੇ ਦੀ ਸ਼ਹੀਦੀ ਰੋਲ ਦਿੱਤੀ। ਤੁਸੀਂ ਇਹ ਸੋਚੋ ਕਿ ਅਸੀਂ ਸਾਰੇ ਦੇਣਦਾਰ ਹਾਂ ਉਸ ਚੀਜ਼ ਦੇ। ਰਾਜੇਵਾਲ ਸਾਹਿਬ ਹੁਣੀ ਕਹਿ ਦੇਣ ਜਾਂ ਬਾਕੀ ਜਥੇਬੰਦੀਆਂ ਕਹਿ ਦੇਣ ਕਿ ਸਾਡਾ ਕੁਝ ਨਹੀਂ, ਪਰ ਅਸੀਂ ਸਾਰੇ ਦੇਣਦਾਰ, ਅਸੀਂ ਆਨਸਰੇਬਲ ਆ। ਉਹਨਾਂ ਦੇ ਹੀ ਨਹੀਂ, ਜਿਹੜੇ 200 ਹੋਰ ਸ਼ਹੀਦ ਹੋਏ ਹੈਗੇ ਉਹਨਾਂ ਦੇ ਵੀ ਸ਼ਹੀਦ ਹੋਏ, ਹਰ ਇੱਕ ਬੰਦੇ ਦੇ, ਜਿਹੜੇ ਅੱਜ ਫੜੇ ਵੀ ਗਏ ਆ। ਜੇ ਦੀਪ ਸਿੱਧੂ ਵੀ ਆ ਤੇ ਅਸੀਂ ਉਹਦੇ ਵੀ ਦੇਣਦਾਰ ਆ। ਅਸੀਂ ਅੰਡਰ ਕੁਐਸਚਨ ਆ
ਜੇ ਮੰਨ ਲਓ ਕਿ ਦੀਪ ਸਿੱਧੂ ਜਿਹੜਾ ਹੈ ਉਹਨੇ ਗੜਬੜ ਕਰ ਦਿੱਤੀ ਤਾਂ ਫਿਰ ਵੀ ਸਾਡੇ ਉੱਤੇ ਜ਼ਿੰਮੇਵਾਰੀ ਆ ਕਿ ਅਸੀਂ ਕਿੱਦਾਂ ਨਹੀਂ ਸੰਭਾਲ ਸਕੇ। ਜ਼ਿਆਦਾ ਬੰਦੇ ਕਿਹਦੇ ਕੋਲ ਸੀ, ਟਾਈਮ ਕਿਹਦੇ ਕੋਲ ਸੀ, ਸਟੇਜ ਕਿਹਦੇ ਕੋਲ ਸੀ। ਜਿਵੇਂ ਤੁਸੀਂ ਪਹਿਲਾਂ ਕਿਹਾ ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ, ਹਰ ਇੱਕ ਬਾਰਡਰ ਦੇ ਉੱਤੇ ਉਹ ਹਵਾ ਸੀਗਾ ਕਿ ਜਿਹੜਾ ਹਰ ਪਾਸੇ ਫੈਲ ਗਿਆ ਹੈ ਨਾ। ਉਹ ਕੋਈ ਇੱਕ ਬੰਦਾ ਸੀ, ਉਹ ਬੰਦਾ ਸੀ ਇੱਕ, ਔਰ ਇੱਕੋ ਜਗ੍ਹਾ ਦੇ ਉੱਤੇ ਇੱਕ ਸਟੇਜ ਤੇ ਉਹ ਚੜਿਆ, ਬਾਕੀ ਸਾਰੇ ਕਿੱਦਾਂ ਸਿਰਫ ਇੱਕ 20-25 ਮਿੰਟ ਲਈ ਉੱਥੇ ਚੜਿਆ। ਠੀਕ ਹੈ, ਉਹਨੇ ਵੀ ਕੁਝ ਗਲਤੀਆਂ ਕੀਤੀਆਂ ਹੋਣਗੀਆਂ, ਆਪਾਂ ਸਾਡਾ ਉਹਦੇ ਨਾਲ ਕੋਈ ਉਹ ਨਹੀਂ ਹੈਗਾ ਕਿ ਅਸੀਂ ਉਹਦਾ ਪੱਖ ਲੈ ਕੇ ਚੱਲਦੇ ਹਾਂ, ਪਰ ਅਸੀਂ ਇੱਥੇ ਗੱਲ ਫੈਕਟਸ ਦੀ ਕਰਨੀ ਹੈ, ਜੋ ਤੱਥ ਸਾਹਮਣੇ ਰੱਖਣੇ ਆ ਤਾਂ ਕਿ ਅਸਲ ਗੱਲ ਹੋਵੇ। ਕਿਉਂਕਿ ਬਹੁਤ ਸਾਰੀ ਇੱਕ ਸੋਸ਼ਲ ਮੀਡੀਆ ਤੇ ਨਾ ਆਪਾਂ ਕਹਿ ਦਈਏ ਕਿ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਮੋਦੀ ਭਗਤ ਹੁੰਦੇ ਆ, ਹਵਾ ਚੱਲ ਪੈਂਦੀ ਹੈ ਨਾ ਜਿਹੜੀ, ਉਸੇ ਤਰੀਕੇ ਦੇ ਨਾਲ ਇੱਥੇ ਵੀ ਬਹੁਤ ਸਾਰੇ ਇਦਾਂ ਦੇ ਭਗਤ ਹੋ ਜਾਂਦੇ ਆ ਜਾਂ ਅਗੇਂਸਟ ਹੋ ਜਾਂਦੇ ਆ। ਉਹਨਾਂ ਨੂੰ ਇਦਾਂ ਲੱਗੇਗਾ ਕਿ ਅਸੀਂ ਕਿਸੇ ਦੇ ਪੱਖ ਦੀ ਗੱਲ ਕਰਦੇ ਹਾਂ, ਉਹ ਛੱਡੇ ਤਾਂ ਇਹ ਵੀ ਗੱਦਾਰ ਆ, ਇਹ ਵੀ ਗੱਦਾਰ ਆ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਮੈਨੂੰ ਕਹਿਣਾ ਚਾਹਣ ਤੇ ਤੁਹਾਡੀ ਮਰਜ਼ੀ ਆ, ਬਿਕਾਜ਼ ਕੋਈ ਫਰਕ ਨਹੀਂ ਪੈਂਦਾ। ਸਾਡੀ ਲੜਾਈ ਕਿਹਦੇ ਨਾਲ ਆ, ਅਸੀਂ ਇਹ ਸਮਝ ਲਈਏ ਸਾਡਾ ਦੁਸ਼ਮਣ ਕਿਹੜਾ ਹੈ, ਆਰਐਸਐਸ ਜੀ। ਆਰਐਸਐਸ ਜਿਹੜੀ ਹੈ ਨਾ ਉਹ ਕੋਈ ਐਵੇਂ ਆਰਗੇਨਾਈਜੇਸ਼ਨ ਨਹੀਂ ਹੈਗੀ, ਬੜੇ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਕਰ। ਉਹਨਾਂ ਦਾ ਜ਼ੋਰ ਹੀ ਜਿਹੜਾ ਉਹ ਲੀਡਰ ਪੈਦਾ ਕਰਨ ਤੇ ਲੱਗਾ ਹੋਇਆ ਅਜੇ ਤੱਕ। ਤੁਸੀਂ ਇੱਕ ਮੋਦੀ ਨੂੰ ਸਾਈਡ ਤੇ ਕਰੋ, ਉਹ ਤੁਹਾਡੇ ਕਿੰਨੇ ਹੋਰ ਮੋਦੀ ਖੜੇ ਕਰ ਦੇਣਗੇ, ਹੈ ਨਾ। ਅਡਵਾਨੀ ਸੀ, ਅਡਵਾਨੀ ਪਾਸੇ ਹੋਇਆ, ਤੁਹਾਨੂੰ ਲੱਗਾ ਕਿ ਸ਼ਾਇਦ ਇਹਨਾਂ ਕੋਲ ਕੋਈ ਹੋਰ ਲੀਡਰ ਨਹੀਂ ਹੋਊਗਾ। ਅਟਲ ਬਿਹਾਰੀ ਵਾਜਪਾਈ, ਫਿਰ ਪਿੱਛੇ ਮੋਦੀ, ਮੋਦੀ ਦੇ ਪਿੱਛੇ ਜੋਗੀ, ਹੈ ਨਾ, ਅਮਿਤ ਸ਼ਾਹ, ਇਹ ਸਾਰੇ ਆਰਐਸਐਸ ਦੀ ਬ੍ਰਾਂਚ ਚੋਂ ਨਿਕਲੇ ਹੋਏ ਆ, ਹੈ ਨਾ। ਔਰ ਇਹਨਾਂ ਕੋਲ ਹੋਰ ਪਤਾ ਨਹੀਂ ਕਿੰਨੇ ਕਿਹੋ ਜਿਹੇ ਲੋਕ ਆ ਜਿਹੜੇ ਹਰ ਇੱਕ ਤਰੀਕੇ ਦੇ ਪੈਂਤਰੇ ਵਰਤ ਸਕਦੇ ਆ, ਜਿਨ੍ਹਾਂ ਨੂੰ ਆਪਾਂ, ਇੱਕ ਹੁੰਦਾ ਲੀਡਰ ਤੇ ਇੱਕ ਹੁੰਦਾ ਜਿਹੜਾ ਕਾਈਆਂ ਲੀਡਰ, ਜਿਹਨੂੰ ਹਿੰਦੀ ਦਾ ਵਰਡ ਆ ਇਹ, ਹੈ ਨਾ, ਜਿਹੜਾ ਬੜੇ ਕਮੀਨੇਪਨ ਦੇ ਨਾਲ ਵੀ ਕੰਮ ਕਰ ਲੈਂਦਾ। ਸ਼ਾਤਰ ਲੋਕ ਜਿਹੜੇ, ਹੈ ਨਾ। ਤਾਂ ਅਸੀਂ ਉਹਨਾਂ ਨਾਲ ਲੜ ਰਹੇ ਹਾਂ, ਤੇ ਜੇ ਤੁਸੀਂ ਆਪਣੇ ਲੋਕਾਂ ਨੂੰ ਪਾੜਦੇ ਹੋਗੇ ਤਾਂ ਫਿਰ ਤਾਂ ਕਿਤੇ ਨਹੀਂ ਜਾ ਸਕਦੇ ਆਪਾਂ। ਹੁਣ ਆਪਣੇ ਲੋਕਾਂ ਦੇ ਵਿੱਚੋਂ ਮਤਲਬ ਸਿਰਫ ਇੱਕ ਦੀਪ ਸਿੱਧੂ ਨਹੀਂ, ਕੱਲ ਰਾਜੇਵਾਲ ਸਾਹਿਬ ਹੋਣਾ ਨੇ ਲੱਖੇ ਸਿਧਾਣੇ ਵਾਸਤੇ ਵੀ ਜਿਹੜਾ ਸਟੇਜ ਦੇ ਉੱਤੇ, ਜਾਂ ਜਿਹੜੀ ਉਹਨਾਂ ਦੀ ਸਟੇਜ ਆ ਉਹਦੇ ਉੱਤੇ ਮੁਰਦਾਬਾਦ ਦੇ ਨਾਅਰੇ ਲੱਗੇ ਆ। ਮੈਂ ਕਿਤੇ ਇਹ ਵੀ ਸੁਣਿਆ, ਹੁਣ ਮੈਨੂੰ ਮੈਂ ਇਹਦੀ ਫੈਕਟ ਚੈੱਕ ਨਹੀਂ ਕੀਤਾ, ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ, ਪਰ ਰਾਜੇਵਾਲ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੇ ਹਰਿਆਣੇ ਦੇ ਲੋਕ ਆ, ਮੈਕਸਿਮਮ ਜਿਹੜੀ ਅਰਾਜਕਤਾ ਹੈ ਉਹਨਾਂ ਨੇ ਫੈਲਾਈ ਆ। ਅੱਛਾ, ਹੁਣ ਇਹ ਮੈਨੂੰ ਇਹਦਾ ਫੈਕਟ ਨਹੀਂ ਪਤਾ, ਕਿਉਂਕਿ ਕੁਝ ਚੀਜ਼ਾਂ ਇੰਝ ਹੀ ਆ ਜਾਂਦੀਆਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ। ਜੇ ਇਹ ਗੱਲ ਉਹਨਾਂ ਨੇ ਕਹੀ ਆ ਤੇ ਬਹੁਤ ਮੰਦਭਾਗੀ ਗੱਲ ਆ, ਕਿਉਂਕਿ ਹਰਿਆਣੇ ਵਾਲੇ ਸਾਡੇ ਨਾਲ ਪਹਿਲੇ ਦਿਨ ਤੋਂ ਖੜੇ ਸੀ ਜੀ। ਕੱਲ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਵੀ ਬੇਅਦਬੀ ਕੀਤੀ, ਹੁਣ ਤਾਂ ਉਹ ਬੜੇ ਸਿਸਟਮੈਟਿਕ ਤਰੀਕੇ ਨਾਲ ਤੁਹਾਡੇ ਸਾਹਮਣੇ ਆਉਣਗੇ। ਫਿਰ ਅੱਜ ਅੱਛਾ, ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਇਹ ਇੱਕਦਮ 26 ਜਨਵਰੀ ਤੋਂ ਬਾਅਦ ਗਤੀਵਿਧੀਆਂ ਹੋਣ ਲੱਗ ਗਈਆਂ, ਕਿਉਂ ਹੋਣ ਲੱਗ ਗਈਆਂ? ਪਹਿਲਾਂ ਉਹਨਾਂ ਨੇ ਟਕੈਤ ਸਾਹਿਬ ਹੋਣਾ ਵਾਲੇ ਪਾਸੇ ਗਾਜ਼ੀਪੁਰ ਬਾਰਡਰ ਤੇ ਗਏ ਜੀ, ਉੱਥੇ ਉਹਨਾਂ ਨੇ ਪੂਰੀ ਫੋਰਸ ਲਾ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਟਕੈਤ ਸਾਹਿਬ ਖੜ ਗਏ। ਔਰ ਮੈਂ ਬੜੀ ਥੈਂਕਫੁਲ ਹਾਂ ਉਸ ਬੰਦੇ ਨੂੰ ਕਿ ਉਹਨਾਂ ਦਾ ਕੀ ਸੀਗਾ, ਉਹਨਾਂ ਨੇ ਕਿਹਾ ਕਿ ਜਿਹੜੇ ਟਰੈਕਟਰ ਆਏ ਉਹ ਮੇਰੇ ਕਹਿਣ ਤੇ ਆਏ ਆ। ਮਤਲਬ ਜ਼ਿੰਮੇਵਾਰੀ ਤਾਂ ਲੈ ਲਈ ਨਾ ਉਹਨਾਂ ਨੇ, ਇਹ ਤਾਂ ਨਹੀਂ ਕਹਿਤਾ ਕਿ ਫਲਾਣੇ ਬੰਦੇ ਦੇ ਕਹਿਣ ਤੇ ਇਹ ਸਾਡੇ ਨਹੀਂ ਆ ਜੀ, ਇਹ ਤਾਂ ਸਰਦਾਰ ਆਏ, ਸਾਡੇ ਨਹੀਂ ਹੈਗੇ, ਕਹਿ ਸਕਦੇ ਸੀ ਉਹ ਜੀ। ਔਰ ਉਹਨਾਂ ਨੇ ਟਕੈਤ ਸਾਹਿਬ ਦੇ ਸਾਹਮਣੇ ਜਦੋਂ ਉਹਨਾਂ ਨੂੰ ਲਾਠੀਆਂ ਮਾਰਨੀਆਂ ਸ਼ੁਰੂ ਕੀਤੀਆਂ, ਉਹ ਸਰਦਾਰਾਂ ਨੂੰ ਵੱਜਣ ਡੀਆਂ ਸੀ। ਟਕੈਤ ਸਾਹਿਬ ਆਰਾਮ ਨਾਲ ਕਹਿੰਦੇ ਵੀ ਇਹ ਸਾਡੇ ਬੰਦੇ ਹੀ ਨਹੀਂ, ਹੈ ਨਾ, ਇਹ ਤਾਂ ਜੀ ਇਹ ਸ਼ਰਾਰਤੀ ਅਨਸਰ ਆ, ਪਰ ਉਹ ਕਹਿੰਦੇ ਕਿ ਇਹ ਟਰੈਕਟਰ ਮੈਂ ਬੁਲਾਏ ਆ, ਮੇਰੇ ਬੁਲਾਇਆ ਆਏ ਆ, ਤੇ ਜੇ ਤੁਸੀਂ ਇਹਨਾਂ ਨੂੰ ਕੁਝ ਕਹੋਗੇ ਮੈਨੂੰ ਗੋਲੀ ਮਾਰੋ। ਐਂਡ ਦੈਟ ਇਜ਼ ਹਾਊ ਅ ਲੀਡਰ ਸ਼ੁੱਡ ਬੀ। ਲੀਡਰ ਇਦਾਂ ਦਾ ਹੁੰਦਾ ਆ, ਇਹ ਥੋੜੀ ਕਿ ਮਾੜੀ ਜਿੰਨੀ ਕੋਈ ਪਵੇ ਤੇ ਬਾਅਦ ਚ ਭੱਜ ਜਾਓ, ਹੈ ਨਾ। ਮਤਲਬ ਉਹ ਕੱਲੇ ਟਕੈਤ ਸਾਹਿਬ ਤੁਸੀਂ ਕਹਿ ਸਕਦੇ ਕਿ ਬੱਤੀਆਂ ਤੇ ਭਾਰੀ ਪੈ ਗਏ। ਬੱਤੀਆਂ ਤੇ ਬਿਲਕੁਲ ਉਹਨਾਂ ਨੇ ਕੱਲ ਇੱਕ, ਬੇਸ਼ੱਕ ਉਹ ਬਾਅਦ ਚ ਰੋ ਹੀ ਪਏ, ਹੈ ਨਾ, ਭਾਵੁਕ ਹੁੰਦਾ ਹੈ ਬੰਦਾ, ਪਰ ਉਸ ਇੱਕ ਰੋਣ ਦੇ ਨਾਲ ਸਾਡੇ ਵਰਗਿਆਂ ਨੇ ਇੱਥੋਂ ਜਿਹੜੇ ਬੈਠੇ ਆ ਉਹਨਾਂ ਨੂੰ ਬਕਾਇਦਾ ਫੋਨ ਕਰਕੇ ਲੋਕਾਂ ਨੂੰ ਕਿਹਾ ਕਿ ਵਾਪਸ ਚੱਲੋ, ਉੱਥੇ ਚੱਲੋ, ਹੈ ਨਾ। ਬਿਲਕੁਲ ਸਟ੍ਰੈਟਜੀ ਵੀ ਹੁੰਦੀ ਹੈ ਕਈ ਵਾਰ ਕਿ ਕਿੱਦਾਂ ਮਤਲਬ ਕਿਸੇ ਨਾ ਕਿਸੇ ਅਲੱਗ-ਅਲੱਗ ਆਪਾਂ ਕਹਿ ਲਈ ਕਿ ਪੜਾਵਾਂ ਚੋਂ ਜਿਹੜਾ ਸੰਘਰਸ਼ ਲੰਘਦਾ ਹੈਗਾ, ਜਾਂ ਉਸ ਦੇ ਅਲੱਗ-ਅਲੱਗ ਪੜਾਵ ਹੁੰਦੇ ਆ ਜੀ। ਬਿਲਕੁਲ ਜਦੋਂ ਉਹਨਾਂ ਨੇ ਦੇਖ ਲਿਆ ਕਿ ਬੰਦੇ ਵਾਪਸ ਆ ਰਹੇ ਆ, ਇਮੀਡੀਏਟਲੀ ਉੱਥੋਂ ਜਿਹੜੀ ਆ ਫੋਰਸ ਵਾਪਸ ਚਲੇਗੀ ਜੀ। ਹੁਣ ਉਹਦੇ ਹੀ 16 ਬਟਾਲੀਅਨ ਤੋਂ 6 ਹੀ ਰਹਿ ਗਈਆਂ ਉੱਥੇ। ਉਹਦੇ ਪੈਰਲਲ ਇੱਕ ਹੋਰ ਘਟਨਾ ਵੇਖੋ, ਕੱਲ ਵੀ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ ਇੱਕ ਖਾਸ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਉਹਨਾਂ ਦੇ ਸਟੇਜ ਦੇ ਉੱਪਰ ਅਟੈਕ ਕੀਤਾ ਜੀ। ਸਾਡੇ ਵਾਲਿਆਂ ਨੇ ਕੁਝ ਨਹੀਂ ਬੋਲਿਆ, ਇਧਰੋਂ ਦੂਜੇ ਵਾਲਿਆਂ ਨੇ। ਔਰ ਅੱਜ ਉਹ ਜ਼ਿਆਦਾ ਬੰਦੇ ਲੈ ਕੇ ਆ ਗਏ। ਕੱਲ 50 ਲੈ ਕੇ ਆਏ ਸੀ, ਅੱਜ 500 ਲੈ ਕੇ ਆਏ ਸੀ, ਕੱਲ 1000 ਲੈ ਕੇ ਆਉਣਗੇ। ਫਿਰ ਜਦੋਂ 5000 ਲੈ ਕੇ ਆ ਗਏ, ਫਿਰ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਟੇਜ ਹੈ ਤੁਹਾਡੇ ਵਾਲੀ ਆ ਜਾਂ ਸਰਕਾਰ ਵਾਲੀ ਆ ਜਾਂ ਕੀ ਹੈ। ਹਜੇ ਉਹ ਤੁਹਾਡਾ ਟੈਸਟ ਕਰਦੇ ਆ ਕਿ ਤੁਸੀਂ ਭਲਾ ਕਿੰਨਾ ਕੁ ਬੋਲਦੇ ਹੋ, ਕਿੰਨਾ ਕੁ ਬੋਲਦੇ ਹੋ। ਤੁਸੀਂ ਕੱਲ ਨਹੀਂ ਬੋਲੇ 50 ਬੰਦਿਆਂ ਦੇ ਨਾਲ, ਖੈਰ 50 ਬੰਦਿਆਂ ਨੂੰ ਉਹਨਾਂ ਨੇ ਆਪੇ ਭਜਾ ਦਿੱਤਾ, ਓਕੇ, ਉਹ ਚਲੇ ਗਏ।
ਅੱਜ ਉਹ 400-500 ਬੰਦਾ ਲੈ ਕੇ ਆ ਗਏ, ਪੁਲਿਸ ਵਾਲੇ ਉਹਨਾਂ ਦੇ ਨਾਲ ਆ। ਤੁਸੀਂ ਆਪਣੀ ਸਟੇਜ ਤੋਂ ਇਹ ਬਿਆਨ ਦੇ ਦਿੱਤਾ ਕਿ ਇਹ ਜਿਹੜੀ ਸਟੇਜ ਆ ਉਹ ਸਾਡੀ ਨਹੀਂ ਹੈਗੀ, ਮਤਲਬ ਇਹ ਸਟੇਜ ਤੋਂ ਇਹਨਾਂ ਨੇ ਬਿਆਨ ਦੇ ਦਿੱਤਾ। ਹਾਂ, ਜੋ ਸਾਹਮਣੇ ਆਇਆ ਆ। ਅੱਗੇ ਮੈਨੂੰ ਫਿਰ ਅਗੇਨ ਮੈਂ ਜਦ ਤੱਕ ਮੇਰੇ ਕੋਲ ਕੋਈ ਉਹਨਾਂ ਦੀ ਆਪਣਾ ਵਰਬਲ ਨਹੀਂ ਆਉਂਦਾ ਤਦ ਤੱਕ ਨਹੀਂ, ਪਰ ਇਹ ਗੱਲ ਹੋਈ ਆ ਜਿੱਥੋਂ ਤੱਕ ਬੜੇ ਜਿਹੜੇ ਭਰੋਸੇਯੋਗ ਸੂਤਰ ਹੁੰਦੇ ਉਹਨਾਂ ਤੋਂ ਪਤਾ ਲੱਗਾ ਕਿ ਉਹਨਾਂ ਨੇ ਬਕਾਇਦਾ ਉਹ ਜਿਹੜੇ ਬਾਕੀ ਸਿੰਘੂ ਬਾਰਡਰ ਵਾਲੇ ਬੈਠੇ ਸੀ ਉਹਨਾਂ ਨੂੰ ਮਨਾ ਕਰ ਦਿੱਤਾ ਉਸ ਪਾਸੇ ਜਾਣ ਤੋਂ, ਕਿਉਂਕਿ ਉਹ ਦੂਜੀ ਆ। ਮੰਨ ਲਿਆ ਕਿ ਜਿਹੜੇ ਉੱਥੋਂ ਦੇ ਲੀਡਰ ਆ, ਹੋ ਸਕਦਾ ਤੁਹਾਡੀ ਉਹਨਾਂ ਨਾਲ ਮਤਭੇਦ ਹੋਵੇ, ਉੱਥੇ ਆਮ ਜਨਤਾ ਵੀ ਬੈਠੀ ਆ, ਉੱਥੇ ਬੱਚੇ ਬੈਠੇ ਆ, ਬਜ਼ੁਰਗ ਬੈਠੇ ਆ, ਤੇ ਜੇ ਤੁਸੀਂ ਅੱਜ ਉਹਨਾਂ ਵਾਸਤੇ ਆਵਾਜ਼ ਨਹੀਂ ਚੱਕ ਰਹੇ, ਹੋਣਾ ਇਹ ਚਾਹੀਦਾ ਸੀਗਾ ਕਿ ਤੁਸੀਂ ਸਾਰੇ ਜਿਹੜੇ ਆ ਉਸ ਪਾਸੇ ਆਵਾਜ਼ ਚੱਕਦੇ, ਹੈ ਨਾ। ਤੁਸੀਂ ਸਰਕਾਰ ਦੀ ਨੱਕ 'ਚ ਦਮ ਕਰ ਦਿੰਦੇ ਕਿ ਤੁਸੀਂ ਸਾਡੇ ਲੋਕਾਂ ਨੂੰ ਕਿੱਦਾਂ ਮਾਰ ਰਹੇ ਆ, ਪਰ ਇਹ ਤੁਸੀਂ ਨਹੀਂ ਕੀਤਾ। ਗੱਲ ਫਿਰ ਉੱਥੇ ਅਖੀਰ ਤੇ ਜੇ ਆਪਾਂ ਥੋੜਾ ਜਿਹਾ ਦੇਖਣਾ ਹੋਵੇ ਤੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿਉਂਕਿ ਜਿਹੜੇ ਤੁਹਾਡੇ ਲੀਡਰ ਜਿਹੜੇ ਨੇ ਉਹਨਾਂ ਨੇ ਹੀ ਜਿਹੜਾ ਆਪਾਂ ਕਹਿ ਲਈਏ ਕੁਝ ਕਰਨਾ ਹੁੰਦਾ ਹੈ। ਆਮ ਲੋਕਾਂ ਨੇ ਇਨਕਲਾਬ ਅੱਜ ਆਪਾਂ ਜੇ ਕਹਿ ਰਹੇ ਹਾਂ ਤੇ ਆਮ ਲੋਕਾਂ ਦੀ ਵਜ੍ਹਾ ਨਾਲ ਕਹਿ ਰਹੇ ਹਾਂ। ਆਮ ਲੋਕ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਆਮ ਲੋਕ ਉੱਥੇ ਗਾਜ਼ੀਪੁਰ ਦੇ ਵਿੱਚ ਬੈਠੇ ਹੋਏ ਨੇ, ਤੇ ਜੇ ਤੁਹਾਡੇ ਕੋਲ ਕੋਈ ਚੰਗਾ ਲੀਡਰ ਨਹੀਂ ਹੈ, ਜੇ ਤੁਹਾਨੂੰ ਕੋਈ ਸਾਂਭਣ ਵਾਲਾ ਨਹੀਂ ਹੈ, ਸਹੀ ਡਾਇਰੈਕਸ਼ਨ ਦੇਣ ਵਾਲਾ ਨਹੀਂ ਹੈ, ਜਾਂ ਤੁਹਾਡਾ ਲੀਡਰ ਸਰਕਾਰ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਹੈ, ਤੇ ਫਿਰ ਇਹ ਕਿੱਧਰ ਨੂੰ ਗੱਲ ਜਾਂਦੀ ਹੈ, ਇਹ ਤੁਸੀਂ ਆਪ ਹੀ ਸੋਚ ਲਵੋ। ਥੋੜਾ ਜਿਹਾ ਆਪਾਂ ਦੁਬਾਰਾ ਉਸੇ ਪ੍ਰਕਰਨ ਦੇ ਵਿੱਚ ਆ ਜਾਂਦੇ ਹਾਂ ਕਿ ਨਿਸ਼ਾਨ ਸਾਹਿਬ ਜਿਹੜਾ ਚੜਾਇਆ ਗਿਆ ਤੇ ਨਾਲ ਕਿਸਾਨੀ ਝੰਡਾ ਜਿਹੜਾ ਚੜਾਇਆ ਗਿਆ, ਉਸ ਨੂੰ ਤੁਸੀਂ ਕਿੰਨਾ ਠੀਕ ਜਾਂ ਗਲਤ ਮੰਨਦੇ ਹੈਗੇ ਆ? ਕੀ ਵਿਚਾਰ ਨੇ ਤੁਹਾਡੇ ਉਹਦੇ ਬਾਰੇ? ਹਾਂਜੀ, ਵੇਖੋ, ਪਹਿਲੀ ਗੱਲ ਤੇ ਜਿਹੜੀ ਨਿਸ਼ਾਨ ਸਾਹਿਬ ਦੀ ਗੱਲ ਆ ਨਾ, ਮੈਂ ਤੁਹਾਡਾ ਸਵਾਲ ਥੋੜਾ ਜਿਹਾ ਬਦਲ ਦੂੰਗੀ, ਕਿਉਂਕਿ ਇਹਨੂੰ ਮੈਂ ਸਹੀ ਜਾਂ ਗਲਤ ਦੇ ਵਿੱਚ ਨਹੀਂ ਲੈ ਕੇ ਜਾ ਸਕਦੀ। ਉਹਦਾ ਕਾਰਨ ਕੀ ਆ? ਕਿਉਂਕਿ ਨਿਸ਼ਾਨ ਸਾਹਿਬ ਜਿਹੜਾ ਨਾ ਉਹ ਸਾਡੀ ਰੂਹ ਆ ਜੀ। ਕਿਤੇ ਵੀ ਨਿਸ਼ਾਨ ਸਾਹਿਬ ਚੜੇ ਹੋਣ ਤਾਂ ਮੈਂ ਇਹ ਨਹੀਂ ਕਹਿ ਸਕਦੀ ਵੀ ਇਹ ਗਲਤ ਹੋਇਆ, ਕਿਉਂਕਿ ਨਿਸ਼ਾਨ ਸਾਹਿਬ ਮੇਰੇ ਲਈ ਸਰਵੋੱਚ ਆ, ਸਭ ਕੁਝ ਸਹੀ ਆ। ਜਿੱਥੇ ਨਿਸ਼ਾਨ ਸਾਹਿਬ ਜੇ ਕੋਈ ਖੂਨ ਦੀ ਆਖਰੀ ਬੂੰਦ ਵੀ ਕਵੇ ਨਾ ਕਿ ਇਹ ਦੇ ਦੇ, ਤੇ ਨਿਸ਼ਾਨ ਸਾਹਿਬ ਝੂਲਦੇ ਰਹਿਣਗੇ ਤਾਂ 1 ਮਿੰਟ ਨਹੀਂ ਲੱਗੂਗਾ, ਕਿਉਂਕਿ ਉਹ ਹੈ ਤਾਂ ਅਸੀਂ ਹਾਂ, ਕਿਉਂਕਿ ਉਹ ਸਾਡਾ ਨਿਸ਼ਾਨ ਆ। ਉਹ ਨਿਸ਼ਾਨ ਸਾਹਿਬ ਆ, ਕੋਈ ਝੰਡਾ ਨਹੀਂ ਆ, ਹੈ ਨਾ। ਝੰਡੇ ਝੁੰਡੇ ਚੱਲਦੇ ਝੁਲਦੇ ਰਹਿੰਦੇ ਆ, ਉਤਰਦੇ ਰਹਿੰਦੇ ਆ, ਪਰ ਨਿਸ਼ਾਨ ਆ ਉਹ ਸਾਡਾ। ਇਸ ਕਰਕੇ ਉਹ ਝੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਕੇ, ਇਸ ਕਰਕੇ ਉਹਦੇ ਵਾਸਤੇ ਮੈਂ ਸਹੀ ਗਲਤ ਨਹੀਂ ਕਹਿ ਸਕਦੀ, ਉਹ ਸਹੀ ਆ। ਇਹ ਜ਼ਰੂਰ ਆਪਾਂ ਟਿੱਪਣੀ ਕਰ ਸਕਦੇ ਆ ਕਿ ਕਿਆ ਉਹ ਜ਼ਰੂਰੀ ਸੀ। ਤਾਂ ਇੱਥੇ ਆ ਕੇ ਮੈਂ ਕਹੂੰਗੀ ਕਿ ਨਿਸ਼ਾਨ ਸਾਹਿਬ ਉੱਥੇ ਚਲਾਉਣਾ ਜ਼ਰੂਰੀ ਨਹੀਂ ਸੀ ਇਸ ਟਾਈਮ ਦੇ ਉੱਤੇ। ਕਾਰਨ ਦੇਖੋ, ਜਿਹੜਾ ਫਿਰ ਉਹੀ ਗੱਲ ਆ ਜਾਂਦੀ, ਨਿਸ਼ਾਨ ਆ ਉਹ ਸਾਡੀ ਜਿੱਤ ਦਾ ਨਿਸ਼ਾਨ ਆ ਜੀ। ਆਪਾਂ ਉੱਥੇ ਚਲਾ ਦਿੱਤਾ, ਆਪਾਂ ਉੱਥੋਂ ਵਾਪਸ ਆ ਗਏ, ਉਸ ਤੋਂ ਬਾਅਦ ਉਹ ਕੋਈ ਗੁਟਕਾ ਖਾਣ ਵਾਲਾ, ਕੋਈ ਬੀੜੀ ਪੀਣ ਵਾਲਾ ਜਿਹੜਾ ਉਹਨੂੰ ਲਾਊਗਾ, ਹੈ ਨਾ। ਔਰ ਫਿਰ ਤੁਹਾਨੂੰ ਕੀ ਲੱਗਦਾ ਕਿ ਉਹ ਲਾ ਕੇ ਮੱਥੇ ਨਾਲ ਲਾ ਕੇ ਬੜੇ ਪਿਆਰ ਨਾਲ ਸੰਭਾਲ ਕੇ ਰੱਖਣਗੇ? ਨਾ, ਉਹ ਏਦਾਂ ਲਾਉਣਗੇ, ਥੱਲੇ ਸਿੱਟ ਦੇਣਗੇ, ਹੈ ਨਾ। ਅਸੀਂ ਉਹਨਾਂ ਨੂੰ ਆਪਣਾ ਨਿਸ਼ਾਨ, ਦੇਖੋ ਜੋ ਸਾਡੀ ਕੀਮਤੀ ਚੀਜ਼ ਹੁੰਦੀ ਹੈ ਨਾ, ਉਹਨੂੰ ਅਸੀਂ ਸਭ ਤੋਂ ਜ਼ਿਆਦਾ ਸੰਭਾਲ ਕੇ ਰੱਖਦੇ ਹਾਂ। ਅਸੀਂ ਉਹ ਐਸੇ ਲੋਕਾਂ ਦੇ ਹੱਥਾਂ 'ਚ ਦੇ ਆਏ ਜਿਹੜਾ ਸਾਨੂੰ ਪਤਾ ਕਿ ਉਹਨਾਂ ਨੇ ਉਹਦੀ ਬੇਅਦਬੀ ਹੀ ਕਰਨੀ ਆ, ਹੈ ਨਾ। ਸੋ ਇਸ ਕਰਕੇ, ਔਰ ਦੂਜੀ ਗੱਲ, ਉਹ ਜ਼ਰੂਰੀ ਕਿਉਂ ਨਹੀਂ ਸੀ? ਕਿਉਂਕਿ ਨਾ ਤਾਂ ਉਹਦੇ ਨਾਲ ਬਿੱਲ ਵਾਪਸ ਹੋ ਸਕਦੇ ਸੀ ਨਿਸ਼ਾਨ ਝੂਲਣ ਦੇ ਨਾਲ ਜੀ, ਨਾ ਹਾਂ ਜੇ ਪੁਰਾਣਾ ਸਮਾਂ ਹੁੰਦਾ ਤੇ ਵਾਕਈ ਨਿਸ਼ਾਨ ਝੁਲਾਉਣ ਦੇ ਨਾਲ ਪਤਾ ਲੱਗ ਜਾਂਦਾ ਕਿ ਲਾਲ ਕਿਲਾ ਸਾਡਾ ਹੋ ਗਿਆ ਜੀ, ਹੁਣ ਮੋਦੀ ਬਾਹਰ ਕੱਢ ਦੋ, ਫਿਰ ਗੱਲ ਹੋਰ ਸੀ। ਇਦਾਂ ਦਾ ਕੰਮ ਹੈ ਨਹੀਂ, ਹੈ ਨਾ। ਸੋ ਉਹ ਜਿਹੜਾ ਨਿਸ਼ਾਨ ਝੁਲਾਉਣਾ, ਇੱਕ ਠੀਕ ਆ, ਮੈਂ ਸਮਝਦੀ ਹਾਂ ਕਿ ਉਹਨਾਂ ਦਾ ਇੱਕ ਇਮੋਸ਼ਨਲ ਫੈਸਲਾ ਸੀ। ਬਿਲਕੁਲ, ਆਪਾਂ ਕਹਿ ਲਈਏ ਕਿ ਜੋ ਪਿਛਲੇ ਆਪਾਂ ਕਹਿ ਲਈਏ ਕਿ 40 ਸਾਲਾਂ ਦੇ ਵਿੱਚ ਜਾਂ ਆਜ਼ਾਦੀ ਤੋਂ ਬਾਅਦ ਜਿਹੜੇ ਪੰਜਾਬ ਦੇ ਨਾਲ ਧੱਕੇ ਹੋਏ ਨੇ, ਉਹ ਜਿਹੜਾ ਨੌਜਵਾਨਾਂ ਵੱਲੋਂ ਇੱਕ ਗੁੱਸਾ ਸੀ, ਇੱਕ ਗੁਬਾਰ ਸੀ, ਜਿਹੜਾ ਆਪਾਂ ਕਹਿ ਲਈਏ ਕਿ ਨਿਕਲਣਾ ਕਿਤੇ ਹੋਰ ਚਾਹੀਦਾ ਸੀ, ਤੇ ਉਹ ਜਿਹੜਾ ਲਾਲ ਕਿਲੇ ਦੇ ਵਿੱਚ ਉਹ ਨਿਕਲ ਗਿਆ। ਉਹ ਜਿਹੜੇ ਆਪਾਂ ਜਜ਼ਬਾਤ ਕਹਿ ਲਈਏ ਨਾ, ਜਦੋਂ ਉੱਥੇ ਲੋਕ ਸਨ, ਕਿਉਂਕਿ ਅਸੀਂ ਤੇ ਲੋਕਾਂ ਨਾਲ ਉੱਥੇ ਗੱਲਬਾਤ ਕੀਤੀ, ਉਹ ਕਹਿੰਦੇ ਕਿ ਉਸ ਟਾਈਮ ਮਾਹੌਲ ਹੀ ਹੋਰ ਸੀ। ਉਸ ਟਾਈਮ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਕਿ ਆਹ ਸਹੀ ਹੋ ਰਿਹਾ, ਆ ਸਹੀ ਟਾਈਮ ਤੇ ਹੋ ਰਿਹਾ, ਜਾਂ ਕਿਸ ਤਰ੍ਹਾਂ ਹੋ ਰਿਹਾ। ਉੱਥੇ ਤੁਹਾਡੀ ਉਹ ਜਿਹੜੀ ਪਹਿਲੇ ਵਾਲੀ ਗੱਲ ਹੈ ਨਾ, ਉਹ ਸਾਹਮਣੇ ਆਉਂਦੀ ਹੈ ਕਿ ਹਾਂਜੀ ਅਸੀਂ ਤਾਂ ਉੱਥੇ ਨਿਸ਼ਾਨ ਸਾਹਿਬ ਚੁਲਾ ਦਿੱਤਾ ਜੀ। ਹੁਣ ਇਸੇ ਕਰਕੇ ਲੀਡਰ ਦੀ ਜ਼ਰੂਰਤ ਆ। ਜਦੋਂ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੀਗਾ ਕਿ ਲਾਲ ਕਿਲੇ ਪਹੁੰਚ ਗਏ ਆ, ਤੇ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਨੂੰ ਪਹਿਲੀਆਂ ਦੇ ਵਿੱਚ ਉੱਥੇ ਪਹੁੰਚ ਜਾਣਾ ਚਾਹੀਦਾ ਸੀ, ਹੈ ਨਾ, ਕਿ ਸਾਡੇ ਮੁੰਡੇ ਉੱਥੇ ਪਹੁੰਚ ਗਏ ਤਾਂ ਕਿ ਉਹਨਾਂ ਨੂੰ ਜ਼ਾਬਤੇ 'ਚ ਰੱਖ ਦੇ। ਹੁਣ ਇੰਨੀ ਗੱਲ ਉੱਥੇ ਕੋਈ ਲੀਡਰ ਹੀ ਉਹਨਾਂ ਨੂੰ ਦੱਸ ਸਕਦਾ ਸੀਗਾ ਕਿ ਵੀ ਅਸੀਂ ਜੇ ਆਪਣਾ ਨਿਸ਼ਾਨ ਸਾਹਿਬ ਚੁਲਾ ਵੀ ਦਿੰਨੇ ਆ ਨਾ, ਤੇ ਆਪਾਂ ਇੱਥੋਂ ਗਏ ਨਹੀਂ ਤੇ ਇਹਨਾਂ ਨੇ ਲਾਇਆ ਨਹੀਂ, ਉਹ ਸਦਾ ਸਾਡੇ ਸਾਹਮਣੇ ਲਾ ਦੇਣ। ਤੇ ਨਿਸ਼ਾਨ ਜਦੋਂ ਚੁਲਾ ਦੇਈਦਾ, ਫਿਰ ਉਹਨੂੰ ਲੱਥਣ ਨਹੀਂ ਦੇਈਦਾ। ਤੇ ਆਪਾਂ ਉਹ ਐਸੀ ਜਗ੍ਹਾ ਦੇ ਉੱਤੇ ਐਸੇ ਲੋਕਾਂ ਦੇ ਵਿੱਚ ਚੁਲਾ ਕੇ ਆ ਗਏ ਕਿ ਜਿਹੜੇ ਸਾਨੂੰ ਪਤਾ ਕਿ ਲਾਉਣਗੇ ਵੀ, ਉਹਦੀ ਬੇਅਦਬੀ ਵੀ ਕਰਨਗੇ। ਪਤਾ ਨਹੀਂ ਉਹਨਾਂ ਦੇ ਵਿੱਚੋਂ ਕਿਸੇ ਨੇ ਸਿਗਰਟ ਪੀ ਕੇ ਹੱਥ ਧੋਤੇ ਹੋਣੇ ਆ, ਨਹੀਂ ਧੋਤੇ ਹੋਣੇ, ਉਹਨਾਂ ਨੇ ਨਿਸ਼ਾਨ ਸਾਹਿਬ ਨੂੰ ਕਿੱਦਾਂ ਲਾਇਆ ਹੋਣਾ ਆ।
ਇਸ ਕਰਕੇ ਉਹ ਜਿਹੜਾ ਜ਼ਰੂਰੀ ਨਹੀਂ ਸੀ ਮੇਰੇ ਹਿਸਾਬ ਨਾਲ। ਬਾਕੀ ਨਿਸ਼ਾਨ ਸਾਹਿਬ ਤਾਂ ਹਮੇਸ਼ਾ ਸਹੀ ਆ, ਉਹ ਗਲਤ ਨਹੀਂ ਹੋ ਸਕਦੇ, ਚੜ੍ਹਦੀ ਕਲਾ ਚ, ਤੇ ਜ਼ਰੂਰੀ ਨਹੀਂ ਸੀਗਾ, ਉਹ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਐਡੇ ਛੋਟੇ ਨਿਸ਼ਾਨ ਸਾਹਿਬ ਹੈ ਨਹੀਂ ਕਿ ਕਿਸੇ ਵੀ ਝੰਡੇ ਤੋਂ ਥੱਲੇ ਹੋਣ। ਬਿਲਕੁਲ। ਔਰ ਨਿਸ਼ਾਨ ਸਾਹਿਬ ਜੇ ਆਪ ਪਹਿਲਾਂ ਦੱਸ ਕੇ ਆਏ ਕਿ 2014 ਦੇ ਟਾਈਮ ਤੇ ਉਸੇ ਹੀ ਜਗ੍ਹਾ ਤੇ ਜਿਹੜਾ ਹੈ ਲਾਲ ਕਿਲੇ ਦੇ ਉੱਤੇ ਉਸੇ ਹੀ ਜਗ੍ਹਾ ਤੇ ਮਨਾਉਂਦਿਆਂ ਹੋਇਆਂ ਦਿੱਲੀ ਫਤਿਹ ਦਿਵਸ ਮਨਾਉਂਦਿਆਂ ਹੋਇਆ ਜੇ 3 ਨਿਸ਼ਾਨ ਸਾਹਿਬ ਉੱਥੇ ਝੂਲ ਸਕਦੇ ਆ, ਤੇ ਫਿਰ ਅੱਜ ਵਾਲੇ ਦਾ ਵੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਗਲਤ ਹੋਇਆ ਜਾਂ ਸਹੀ ਹੋਇਆ। ਤੇ ਇਸ ਨੂੰ ਜਿਹੜੀ ਰੰਗਤ ਦਿੱਤੀ ਗਈ ਜਾਂ ਇਸ ਨੂੰ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ, ਇੱਕ ਤਰ੍ਹਾਂ ਦਾ ਆਪਾਂ ਕਹਿ ਲਈ ਕਿ ਕਰੈਕਟਰ ਅਸੈਸੀਨੇਸ਼ਨ ਜਿਸ ਤਰੀਕੇ ਨਾਲ ਪੰਜਾਬੀ ਮੀਡੀਆ ਨੇ ਕੀਤਾ ਹੈਗਾ ਦੀਪ ਸਿੱਧੂ ਨਾਲ, ਉਸੇ ਤਰੀਕੇ ਦੇ ਨਾਲ ਭਾਰਤੀ ਮੀਡੀਆ ਨੇ ਸਿੱਖਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ। ਇਹਨੂੰ ਤੁਸੀਂ ਕਿਸ ਪੱਖ ਤੋਂ ਦੇਖਦੇ ਹੋ? ਦੇਖੋ, ਉਹ ਉਹਨਾਂ ਦਾ ਇੱਕੋ ਇੱਕ ਉਹਨਾਂ ਦਾ ਹਥਿਆਰ ਆ। ਤੁਸੀਂ ਜੋ ਮਰਜ਼ੀ ਕਹੀ ਜਾਓ ਕਿ ਉਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ, ਜਾਂ ਅਸੀਂ ਤਾਂ ਜੀ ਕਾਮਰੇਡ ਆ, ਜਾਂ ਅਸੀਂ ਕਾਮਰੇਡ ਨਹੀਂ ਹੈਗੇ, ਅਸੀਂ ਕੁਝ ਹੋਰ ਆ। ਜਦੋਂ ਉਹਨਾਂ ਤੁਹਾਡੀ ਪੱਗ ਵੇਖਣੀ ਆ ਨਾ, ਤਾਂ ਉਹਨਾਂ ਤੁਹਾਨੂੰ ਸਿੱਖ ਹੀ ਸਮਝਣਾ। ਔਰ ਜਦੋਂ ਤੁਹਾਨੂੰ ਉਹਨਾਂ ਨੇ ਸਿੱਖ ਸਮਝਣਾ, ਤਾਂ ਉਹਨਾਂ ਨੇ ਸਮਝਣਾ ਕਿ ਇਹ ਜਿਹੜਾ ਨਾ, ਇਹ ਇਸੇ ਪਰਟੀਕੂਲਰ ਵਿਚਾਰਧਾਰਾ ਦਾ ਬੰਦਾ ਆ। ਹੁਣ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ, ਉਹਨਾਂ ਨੂੰ ਪਤਾ ਨਹੀਂ ਕਿ ਉਹ ਨਿਸ਼ਾਨ ਸਾਹਿਬ ਆ ਖਾਲਿਸਤਾਨ ਦਾ ਝੰਡਾ ਨਹੀਂ ਆ? ਤੁਹਾਨੂੰ ਝੰਡਾ ਹਮੇਸ਼ਾ ਜਿਹੜਾ ਉਹ 4 ਕੋਣਾ ਹੁੰਦਾ ਆ, ਝੰਡੇ ਦੀ ਨਿਸ਼ਾਨੀ ਹੁੰਦੀ ਆ। ਕਿਸੇ ਵੀ ਨੇਸ਼ਨ ਦਾ ਝੰਡਾ ਜਿਹੜਾ ਉਹ 4 ਕੋਣਾ ਹੁੰਦਾ ਆ, ਜਿਹੜਾ 3 ਕੋਣਾ ਵਾਲਾ ਹੁੰਦਾ ਆ ਉਹ ਝੰਡਾ ਨਹੀਂ ਹੁੰਦਾ ਕਿਸੇ ਨੇਸ਼ਨ ਦਾ। ਇੰਨੀ ਗੱਲ ਬੇਸਿਕ ਗੱਲ ਆ ਇਹ, ਕਿ ਉਹਨਾਂ ਨੂੰ ਪਤਾ ਨਹੀਂ ਹੋਊਗੀ, ਬੇਸ਼ੱਕ ਪਤਾ ਹੈ ਉਹਨਾਂ ਨੂੰ, ਪਰ ਉਹਨਾਂ ਨੇ ਤੁਹਾਨੂੰ ਤੁਹਾਡੀ ਵਿੱਚ ਹੰਟਿੰਗ ਕਰਨੀ ਆ ਉਹਨਾਂ ਨੇ। ਮਤਲਬ ਜਿਹੜੀ ਤੁਹਾਡੇ ਆਪਾਂ ਕਹਿ ਲੈਨੇ ਕਿ ਦਿਮਾਗਾਂ ਦੇ ਨਾਲ ਖੇਡਿਆ ਗਿਆ, ਆਪਾਂ ਦੇਖਿਆ ਕਿ ਉਹਦਾ ਇਫੈਕਟ ਵੀ ਹੋਇਆ। ਜਿਹੜੇ ਆਪਣੇ ਲੋਕ ਨੇ ਉਹ ਕਹਿ ਰਹੇ ਨੇ ਕਿ ਗਲਤ ਹੋਇਆ, ਔਰ ਨੈਰੇਟਿਵ ਕੰਸਟਰਕਟ ਕੀਤਾ। ਤੁਸੀਂ ਇਸ ਨੂੰ 84 ਦੇ ਨੈਰੇਟਿਵ ਦੇ ਨਾਲ ਲਾਉਣਾ ਸ਼ੁਰੂ ਕਰ ਦਿਓ। 84 ਦੇ ਵਿੱਚ ਸਾਡੇ ਕੋਲ ਆਪਣਾ ਮੀਡੀਆ ਨਹੀਂ ਸੀ, ਜੋ ਉਹ ਸਾਨੂੰ ਦਿਖਾ ਰਹੇ ਸੀ ਸਾਨੂੰ ਉਹੀ ਠੀਕ ਲੱਗ ਰਿਹਾ ਸੀ। ਬਹੁਤ ਸਾਰੇ ਐਸੇ ਘਰ, ਐਸੇ ਪਰਿਵਾਰ ਵੀ ਨੇ ਜਿਹੜੇ ਅੱਜ ਵੀ ਇਹ ਕਹਿੰਦੇ ਜੋ ਦਰਬਾਰ ਸਾਹਿਬ ਚ ਹੋਇਆ ਠੀਕ ਹੋਇਆ, ਕਿਉਂਕਿ ਭਿੰਡਰਾਂ ਵਾਲਾ ਜਿਹੜਾ ਸੀ ਉਹ ਤੇ ਉੱਥੇ ਮੱਲ ਕੇ ਬੈਠੇ ਸੀ ਤੇ ਪਤਾ ਨਹੀਂ ਕੀ ਹੋ ਰਿਹਾ ਸੀ, ਕਿਉਂਕਿ ਇੱਕ ਨੈਰੇਟਿਵ ਕੰਸਟਰਕਟ ਕਰ ਦਿੱਤਾ ਗਿਆ। ਸਾਡੇ ਲੋਕ 2 ਹਿੱਸਿਆਂ ਚ ਵੰਡੇ ਗਏ, ਇੱਕ ਕਹਿੰਦੇ ਆ ਮਾੜਾ ਹੋਇਆ, ਇੱਕ ਕਹਿੰਦੇ ਆ ਚੰਗਾ ਹੋਇਆ ਜੀ। ਔਰ ਅੱਜ ਵਾਲੀ ਘਟਨਾ ਚ ਵੀ ਇਦਾਂ ਹੀ ਹੋਇਆ, ਔਰ ਅੱਜ ਵਾਲੀ ਘਟਨਾ ਵਿੱਚ ਵੀ ਇਦਾਂ ਹੀ ਹੋਇਆ। ਹੁਣ ਜਿਹੜੇ ਤੇ ਨਾ ਖਰੇ ਦਾ ਮਤਲਬ ਇਹ ਆ ਕਿ ਜਿਹੜੇ ਇੱਕ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਆ, ਉਹ ਵਿਚਾਰਧਾਰਾ ਖਾਲਸਾਈ ਵਿਚਾਰਧਾਰਾ ਆ, ਜਿਨ੍ਹਾਂ ਵਾਸਤੇ, ਜਿੱਦਾਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਨਿਸ਼ਾਨ ਸਾਹਿਬ ਜਿੱਥੇ ਵੀ ਹੈ ਤਾਂ ਮੈਂ ਉਹਨੂੰ ਕਹੂੰਗੀ ਉਹ ਝੂਲਦੇ ਔਰ ਠੀਕ ਹੈ, ਉਹ ਗਲਤ ਹੋ ਹੀ ਨਹੀਂ ਸਕਦਾ ਜੀ। ਹਾਂ, ਸਮਾਂ ਸਹੀ ਹੈ ਜਾਂ ਗਲਤ ਹੋ ਸਕਦਾ, ਸਮੇਂ ਦੀ ਗੱਲ ਆਪਾਂ ਕਰ ਸਕਦੇ। ਇਸੇ ਤਰੀਕੇ ਨਾਲ ਕੁਝ ਲੋਕ ਆ ਜਿਨ੍ਹਾਂ ਨੂੰ ਲੱਗਦਾ ਕਿ ਦਰਬਾਰ ਸਾਹਿਬ ਆ ਨਾ, ਫੌਜਾਂ ਦਾ ਜਾਣਾ ਗਲਤ ਸੀ, ਦੈਟਸ ਇਟ, ਪੀਰੀਅਡ। ਤੇ ਕੁਝ ਲੋਕ ਜਿਹੜੇ ਆ ਉਹ ਕਹਿੰਦੇ ਨਹੀਂ, ਭਲਾ ਵੇਖੋ ਕਿਉਂ ਸੀ, ਕਿਵੇਂ ਸੀ, ਉਹ ਨੈਰੇਟਿਵ ਦੇ ਵੱਲ ਜਾਂਦੇ ਹੁੰਦੇ ਆ। ਤੇ ਇਹ ਜਿਹੜਾ ਨੈਰੇਟਿਵ ਕੰਸਟਰਕਟ ਹੋ ਗਿਆ ਨਾ, ਉਹਨੇ ਤੁਹਾਨੂੰ ਬਕਾਇਦਾ ਤੁਹਾਡਾ ਅਸੈਸੀਨੇਸ਼ਨ ਕੀਤਾ ਆ, ਆਈਡੀਓਲੋਜੀਕਲ ਅਸੈਸੀਨੇਸ਼ਨ। ਔਰ ਟਕੈਤ ਸਾਹਿਬ ਨੇ ਕੱਲ ਜਿਹੜੀ ਇੱਕ ਗੱਲ ਕੀਤੀ, ਉਹਨਾਂ ਨੇ ਇਹੀ ਕਿਹਾ कि एक सिख बिरादरी के पीछे तुम सारे पड़ गए, ये उस बंदे दे वर्डिंग सीगी, है ना, कि उनको बदनाम करना शुरू कर दो, क्योंकि उन्हां कोल होर कोई तरीका ही नहीं आ। और उन्हां नूं ये भी पता है, मैं पहला कह हटी कि जिहड़ी RSS है ना, साडे वांगू काम नहीं करदी। कुछ क साडे विचों इमोशनल है, कुछ क साडे विचों कुर्सी दे भुखे है, कुछ क साडे विचों जिहड़े आ ਉਹ ਆਪਣੀ ਉਹਨਾਂ ਦੀ ਇੱਕ ਵੱਖਰੀ ਲੈ ਆ, ਹੈ ਨਾ, ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਾ ਲਈਏ ਬਸ। ਉਹ ਬੜੇ ਤਰੀਕੇ ਨਾਲ ਗੱਲ ਕਰਦੇ ਆ, ਬੜੇ ਉਹਨਾਂ ਨੇ ਕੁਝ ਬੰਦੇ ਰੱਖੇ ਆ ਜਿਹੜੇ ਗੱਲ ਕਰਨਗੇ, ਬਾਕੀ ਸਿਰਫ ਸੁਣਨਗੇ। ਉਹਨਾਂ ਨੂੰ ਬਕਾਇਦਾ ਪਤਾ ਆ ਕਿ ਸਿੱਖਾਂ ਨੂੰ ਮਰਵਾਉਣ ਵਾਸਤੇ ਸਿੱਖ ਹੀ ਕਾਰਗਰ ਹੋ ਸਕਦੇ ਆ, ਹੋਰ ਕੋਈ ਨਹੀਂ। ਜੇ ਉਹ ਬਿਨਾਂ ਇਹ ਨੈਰੇਟਿਵ ਕੰਸਟਰਕਟ ਕੀਤੇ ਸਾਡੇ ਉੱਤੇ ਗੋਲੀ ਚਲਾਉਣ, ਜਾਂ ਜਿੱਦਾਂ ਅੱਜ ਤੱਕ ਕਿਉਂ ਨਹੀਂ ਉਹ ਖਾਲੀ ਕਰਾਉਣ ਆ ਗਏ, 26 ਜਨਵਰੀ ਤੋਂ ਬਾਅਦ ਹੀ ਕਿਉਂ ਆਏ, ਇਹਦੇ ਪਿੱਛੇ ਇੱਕ ਰੀਜ਼ਨ ਹੋਰ ਵੀ ਹੈਗਾ। ਬਟ ਇਹ ਜਿਹੜਾ ਇੰਪੋਰਟੈਂਟ ਰੀਜ਼ਨ ਆ ਉਹ ਇਹ ਆ ਕਿ ਉਹਨਾਂ ਨੇ ਪਹਿਲਾਂ ਇੱਕ ਨੈਰੇਟਿਵ ਕੰਸਟਰਕਟ ਕੀਤਾ, ਸਾਰੀ ਦੁਨੀਆ ਨੂੰ ਦਿਖਾਇਆ ਕਿ ਦੇਖੋ ਇਹ ਤਾਂ ਖਾਲਿਸਤਾਨੀ ਆ, ਹੈ ਨਾ। ਔਰ ਖਾਲਿਸਤਾਨੀ ਹੋਣਾ ਇਹਨਾਂ ਨੇ ਇੱਕ ਗਾਲ ਵਾਂਗੂ ਬਣਾ ਦਿੱਤਾ। ਸਾਡੇ ਆਪਣੇ ਲੋਕ ਵੀ ਇੱਕ ਦੂਜੇ ਨੂੰ ਕਹਿੰਦੇ ਚੱਲ ਪਰੇ ਖਾਲਿਸਤਾਨੀ, ਜਿੱਦਾਂ ਖਾਲਿਸਤਾਨੀ ਹੋਣਾ ਗਾਲ ਹੋਵੇ। ਉਹਨਾਂ ਨੂੰ ਕਹੋ ਹਾਂ ਕਿ ਤੂੰ ਹਿੰਦੂ ਰਾਸ਼ਟਰ ਵਾਲਾ ਆ, ਉਹ ਮੰਨਦੇ ਹੀ ਨਹੀਂ, ਉਹ ਕਹਿੰਦੇ ਹਾਂ ਹਮ ਹੈ, ਔਰ ਉਹ ਬੜੇ ਪ੍ਰਾਊਡਲੀ ਬੋਲਦੇ ਆ। ਸਾਡੇ ਅੰਦਰ ਹੀਨ ਭਾਵਨਾ ਆ। ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਇਹਦੀ ਹੋਰ ਦੇਵਾਂਗੀ ਤੁਹਾਨੂੰ। ਅਸੀਂ ਇੰਨੇ ਕੁ ਜ਼ਿਆਦਾ ਹੀਨ ਭਾਵਨਾ ਦੇ ਸ਼ਿਕਾਰ, ਇਨਫੀਰੀਅਰਿਟੀ ਕੰਪਲੈਕਸ ਦੇ ਸ਼ਿਕਾਰ ਲੋਕ ਆ ਨਾ। ਪਿੱਛੇ ਜੇ ਇੱਕ ਗੱਲ ਹੋਈ ਸੀ, ਨੈਸ਼ਨਲ ਮੀਡੀਆ ਨੇ ਚਲਾ ਦਿੱਤਾ, ਪਤਾ ਨਹੀਂ ਕਿਸੇ ਗਰੇਵਾਲ ਨੇ ਕਿਹਾ ਸੀ, ਜਿਹੜਾ BJP ਵਾਲਾ ਆ ਜਿਹੜਾ ਗਰੇਵਾਲ, ਉਹਨੇ ਕਿਹਾ ਸੀਗਾ ਕਿ ਇਹ ਜਿਹੜੇ ਲੀਡਰ ਹੈ, ਉਹ ਤਾਂ ਜਿਹੜੇ ਯੂਨੀਅਨ ਲੀਡਰ ਹੈ, ਜਿਹੜੇ ਜਥੇਬੰਦੀਆਂ ਦੇ, ਇਹ 5 ਸਟਾਰ ਹੋਟਲਾਂ 'ਚ ਜਾ ਕੇ ਰਹਿੰਦੇ ਆ। ਸਾਡੇ ਸਾਰੇ ਲੋਕ ਇਸ ਚੀਜ਼ ਨੂੰ ਡਿਫੈਂਡ ਕਰਨ ਲੱਗ ਗਏ। ਕੋਈ ਉਹਨਾਂ ਦੇ ਟੈਂਟਾਂ ਦੇ ਵਿੱਚ ਕਮਰੇ ਦਿਖਾਉਣ ਲੱਗ ਗਿਆ, ਮੀਡੀਆ ਵੀ।
ਬਕਾਇਦਾ ਉਹਨਾਂ ਦੇ ਕਿਸੇ ਕੋਈ ਟਕੈਤ ਸਾਹਿਬ ਦੇ ਕਮਰੇ ਵੱਲ ਚਲਾ ਗਿਆ ਜੀ, ਦਿਖਾਓ ਤੁਸੀਂ ਕਿੱਥੇ ਰਹਿੰਦੇ ਆ। ਕੋਈ ਗੁਰਾਹਾਂ ਸਾਹਿਬ ਦੇ ਕਿਹਾ ਦੇਖੋ ਜੀ 5 ਸਟਾਰ 'ਚ ਨਹੀਂ ਰਹਿੰਦੇ। ਕੋਈ ਕੁਝ ਬੋਲਣ ਲੱਗ ਗਿਆ, ਕੋਈ ਕਹਿਣ ਲੱਗ ਗਿਆ ਕਿ ਨਹੀਂ ਜਿਸ ਤਰੀਕੇ ਨਾਲ ਵੀ। ਪਰ ਮੈਂ ਉੱਥੇ ਇਹ ਸੋਚਦੀ ਸੀਗੀ ਕਿ ਅਸੀਂ ਇਹ ਜਵਾਬ ਕਿਉਂ ਨਹੀਂ ਦੇ ਸਕਦੇ ਕਿ ਭਾਈ ਜਿਹੜਾ ਤੁਹਾਡਾ ਆ, ਇੱਕ ਧੜੀ ਪਾਰ ਹੈ ਨਾ, ਇੱਕ ਜਿਹੜਾ ਆ ਉਹਦੇ ਉੱਤੇ ਗੋਦਰਾ ਕਾਂਡ ਵਰਗਾ ਸੰਗੀਨ ਇਲਜ਼ਾਮ ਹੈ ਨਾ, ਔਰ ਉੱਥੇ ਕੀ ਨਹੀਂ ਹੋਇਆ ਜੀ ਜੀ। ਉਹ ਜਦੋਂ ਆਪਣੇ ਵਾਸਤੇ ਇੱਕ ਚਾਰਟਰਡ ਪਲੇਨ ਵੱਖਰੇ ਲੈ ਸਕਦੇ ਆ, ਇੰਨੇ ਮਹਿੰਗੇ ਕੱਪੜੇ ਪਾ ਸਕਦੇ ਆ, ਚਾਹ ਵੇਚਣ ਵਾਲਾ ਬੰਦਾ ਇਹੋ ਜਿਹਾ, ਉਹ ਕਰੋੜਾਂ ਦੇ ਮਤਲਬ ਆਪਾਂ ਡਿਫੈਂਸਿਵ ਜ਼ਿਆਦਾ ਹੋ ਜਾਂਦੇ ਆ। ਸਾਡੇ ਜਿਹੜੇ ਲੋਕ ਆ ਜਿਹੜੇ ਸਾਡੇ ਜਥੇਬੰਦੀਆਂ ਦੇ ਹੁਣ ਆਹ ਜਿਹੜੇ ਦਰਸ਼ਨਪਾਲ ਸਿੰਘ ਉਹ ਡਾਕਟਰ ਨੇ, ਰਾਜੇਵਾਲ ਉਗਰਾਹਾਂ ਸਾਹਿਬ ਜਿਹੜੇ ਉਹ ਐਕਸ ਸਰਵਿਸਮੈਨ ਨੇ, ਸਾਡੇ ਜਿਹੜੇ ਲੀਡਰ ਆ ਕਿਉਂ ਨਾ ਉਹ 5 ਸਟਾਰ ਹੋਟਲ 'ਚ ਰਹਿਣ। ਤੇ ਜੇ ਅਸੀਂ ਉਹਨਾਂ ਨੂੰ 5 ਸਟਾਰ ਹੋਟਲ ਨਹੀਂ ਦੇ ਪਾ ਰਹੇ ਤੇ ਸਾਡੀ ਕਮੀ ਆ। ਸਾਨੂੰ ਬਕਾਇਦਾ ਚਾਹੀਦਾ ਸੀਗਾ, ਉਦੋਂ ਮੇਰਾ ਇਹ ਜਵਾਬ ਸੀ ਕਿ ਸਾਨੂੰ ਬਕਾਇਦਾ ਚਾਹੀਦਾ ਸੀਗਾ ਕਿ ਅਸੀਂ ਮੀਡੀਆ ਨੂੰ ਇਕੱਠਾ ਕਰਦੇ ਉਹਨਾਂ ਨੂੰ ਕਹਿੰਦੇ ਕਿ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਇਹ ਆਈਡੀਆ ਦੇ ਦਿੱਤਾ, ਕਿਉਂਕਿ ਸਾਡੇ ਜਿਹੜੇ ਲੀਡਰ ਆ ਉਹ ਡਿਜ਼ਰਵ ਕਰਦੇ ਆ 5 ਸਟਾਰ ਹੋਟਲ, ਸਾਡੇ ਵਾਸਤੇ ਲੜਾਈ ਲੜ ਰਹੇ ਆ। ਇਹ ਸਾਨੂੰ ਕਹਿਣਾ ਚਾਹੀਦਾ ਸੀ, ਪਰ ਨਹੀਂ, ਸਾਡੇ 'ਚ ਆਪਣਾ ਇਨਫੀਰੀਓਰਿਟੀ ਕੰਪਲੈਕਸ ਭਰਿਆ ਹੋਇਆ। ਸਾਨੂੰ ਲੱਗਦਾ ਕਿ ਜਿਹੜਾ ਬੰਦਾ ਗੱਡੀ 'ਚੋਂ ਨਿਕਲ ਰਿਹਾ ਨਾ ਉਹ ਚੰਗਾ ਨਹੀਂ ਹੋ ਸਕਦਾ, ਜਿਹੜਾ ਬੰਦਾ ਵਧੀਆ ਕੱਪੜੇ ਪਾ ਕੇ ਬੈਠਾ ਉਹ ਚੰਗਾ ਨਹੀਂ ਹੋ ਸਕਦਾ, ਉਹ ਵਿਕਿਆ ਹੋਇਆ ਹੋਊਗਾ, ਹੈ ਨਾ। ਕੋਈ ਕਿਸੇ ਕੋਲੋਂ ਵੀ ਪੁੱਛ ਲਓ, ਫਲਾਣਾ ਬੰਦਾ ਉਹ ਚੰਗਾ ਨਹੀਂ ਹੈ, ਕਿਉਂ? ਉਹ ਵਿਕਿਆ ਹੋਇਆ RSS ਦਾ, ਕਿਉਂ? ਕਿਉਂਕਿ ਤੂੰ ਉਹਦੀ ਪ੍ਰਾਪਰਟੀ ਵੇਖ। ਅਸੀਂ ਇਹ ਮੰਨ ਲਿਆ ਆ ਕਿ ਸਾਨੂੰ ਜੇ ਅਸੀਂ ਚੰਗੇ ਆ ਨਾ, ਸਾਨੂੰ ਗਰੀਬੜੇ ਜੇ ਔਰ ਬਿਲਕੁਲ ਸਾਨੂੰ ਜਿਹੜਾ ਵੀ ਆਵੇ ਤੇ ਕੁੱਟ ਕੇ ਚੱਲ ਜੇ ਇਹੋ ਜਿਹੇ ਹੋਣਾ ਪਊਗਾ। ਇੰਜ ਨਹੀਂ ਹੁੰਦਾ, ਇਦਾਂ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਨਹੀਂ। ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਦੇ ਜੀਵਨ ਵੱਲ ਵੀ ਦੇਖਦੇ ਆ ਤੇ ਆਪਾਂ ਦੇਖਿਆ ਕਿ ਉਹਨਾਂ ਨੂੰ ਜੇ ਆਪਾਂ ਕਹੀਏ ਕਿ ਜਿੱਥੇ ਕੰਡਿਆਂ ਦੀ ਸੇਜ ਤੇ ਨੇ ਤੇ ਉੱਥੇ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਦੀਵਾਨ ਲੱਗਦਾ ਹੈ ਤੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਦੀ ਹਾਤੀ, ਕਿਸ ਤਰੀਕੇ ਦਾ ਜਿਹੜਾ ਉਦੋਂ ਦਾ ਮਾਹੌਲ ਕਿੱਦਾਂ ਦਾ ਹੋਵੇਗਾ, ਜੇ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ, ਇਸ ਤੋਂ ਵੀ ਪਰੇ ਦਾ ਹੋਵੇਗਾ। ਔਰ ਉਹ ਕਲਗੀ ਲਾ ਕੇ ਬੈਠਦੇ ਸੀ, ਹੈ ਨਾ। ਉਹਨਾਂ ਨੇ ਬਕਾਇਦਾ ਉਹਨਾਂ ਦੇ ਕੋਲ ਜਿਹੜਾ ਉਹਨਾਂ ਦੇ ਆਭੂਸ਼ਣ ਵੀ ਦੇਖੋ ਜੇ ਤੁਸੀਂ ਉਹਨਾਂ ਦੇ, ਤੇ ਬੜੇ ਉਹ ਮਹਿੰਗੇ ਸਾਰਾ ਕੁਝ ਸੀਗਾ। ਜੇ ਘੋੜੇ ਸੀ ਉਹਨਾਂ ਦੇ ਬੜੇ ਮਹਿੰਗੇ ਸੀ, ਤੇ ਸਾਨੂੰ ਤਾਂ ਬਾਦਸ਼ਾਹਤ ਬਖਸ਼ੀ ਆ। ਪਤਾ ਨਹੀਂ ਸਾਡੇ 'ਚ ਇਨਫੀਰੀਓਰਿਟੀ ਕੰਪਲੈਕਸ ਕਿਉਂ ਆ ਗਿਆ। ਅਸੀਂ ਆਪਣੇ ਲੋਕਾਂ ਦੇ ਵਿੱਚ ਗਲਤੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਆ, ਔਰ ਹਰ ਬੰਦਾ ਹੀ ਸਾਡੇ ਲਈ ਵਿਕਿਆ ਹੁੰਦਾ ਆ। ਥੋੜਾ ਇਨਫੀਰੀਓਰਿਟੀ ਕੰਪਲੈਕਸ ਨੂੰ ਜੇ ਆਪਾਂ ਹੋਰ ਸਰਲ ਸ਼ਬਦਾਂ ਦੇ ਵਿੱਚ ਸਮਝਾਉਣਾ ਹੋਵੇ ਤੇ ਇਨਫੀਰੀਓਰਿਟੀ ਕੰਪਲੈਕਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕਿਸੇ ਨੂੰ ਵੇਖਦੇ ਆ ਨਾ ਤਾਂ ਸਾਨੂੰ ਲੱਗਦਾ ਆ ਕਿ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਅਸੀਂ ਹਮੇਸ਼ਾ ਸਾਨੂੰ ਲੱਗਦਾ ਜਿਹੜਾ ਸੱਚਾ ਬੰਦਾ ਨਾ ਉਹ ਗਰੀਬ ਹੋਊਗਾ। ਗਰੀਬ ਤੋਂ ਮੇਰਾ ਮਤਲਬ ਮੈਂ ਵੇਖੋ ਗਰੀਬ ਸਾਰੀ ਦੁਨੀਆ ਹੀ ਗਰੀਬ ਆ, ਆਪਾਂ ਵੀ ਗਰੀਬ ਆ, ਸਿਰਫ ਇੱਕੋ ਹੀ ਅਮੀਰ ਆ, ਉਹ ਪਰਮਾਤਮਾ ਆ। ਪਰ ਸਾਨੂੰ ਇੰਝ ਲੱਗਦਾ ਕਿ ਉਹਦੇ ਜੇ ਕੱਪੜੇ ਪਾਟੇ ਹੋਏ ਆ, ਉਹਦੇ ਕੋਲ ਵਿਚਾਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈਗੀ, ਫਿਰ ਅਸੀਂ ਉਹਨੂੰ ਮੰਨਦੇ ਆ ਵੀ ਇਹ ਠੀਕ ਆ। ਹੁਣ ਅਸੀਂ ਉਦੋਂ ਜਦੋਂ ਸਾਡੇ ਲੋਕਾਂ ਨੇ ਸਾਨੂੰ ਇਹ ਜਵਾਬ, ਫਿਰ ਮੈਂ ਉਸੇ ਗੱਲ ਤੇ ਆਉਂਗੀ, ਸਾਨੂੰ ਉਹਨਾਂ ਦੇ ਜਿਹੜੇ ਉਹ ਜਿਸ ਤਰੀਕੇ ਦੇ ਜਿਸ ਹਾਲਾਤਾਂ 'ਚੋਂ ਰਹਿ ਰਹੇ ਆ, ਸਾਨੂੰ ਉਹ ਦਿਖਾਉਣ ਦੀ ਬਜਾਏ ਇਕੱਠੇ ਹੋ ਕੇ ਇੱਕ ਕਾਨਫਰੰਸ ਕਰਨੀ ਚਾਹੀਦੀ ਸੀ। ਇਹ ਕਹਿਣਾ ਚਾਹੀਦਾ ਸੀਗਾ ਕਿ ਬਿਲਕੁਲ ਅਸੀਂ ਉਹਨਾਂ ਨੂੰ 5 ਸਟਾਰ ਹੋਟਲ 'ਚ ਰੱਖਾਂਗੇ। ਐਡੀ ਢੀਠ ਸਰਕਾਰ ਨਾਲ, ਮਤਲਬ ਜ਼ਰੂਰਤ ਵਾਲੀ ਗੱਲ ਜਿਹੜੀ ਆ ਉਹ ਨਹੀਂ ਆਪਾਂ ਦਿਖਾਉਂਦੇ ਹੈਗੇ, ਉਹਦੀ ਜਿਹੜੀ ਪ੍ਰੋਬਲਮ ਜਿਹੜੀ ਆ ਉਹ ਹੈਗੀ ਹਾਂ, ਐਡੀ ਢੀਠ ਸਰਕਾਰ ਨਾਲ ਉਹ ਮੱਥਾ ਮਾਰਦੇ ਆ ਵਿਚਾਰੇ। 8-8 ਘੰਟੇ ਉਹ ਬੈਠੇ ਰਹਿੰਦੇ ਉਹਨਾਂ ਨਾਲ, ਉਹ ਇੰਨੇ ਸਾਰੇ ਪੂਰਾ ਇੱਕ ਲਾਅ ਲਸ਼ਕਰ ਲੈ ਕੇ ਆਉਂਦੇ ਆ, ਵਿੱਚ IAS IPS ਆਫੀਸਰਸ ਹੁੰਦੇ ਆ ਤੇ ਵਿੱਚ ਤੋਮਰ ਸਾਹਿਬ ਹੁੰਦੇ ਆ। ਉਹਨਾਂ ਦੇ ਨਾਲ ਮੱਥਾ ਮਾਰਨ ਤੋਂ ਬਾਅਦ ਉਹਨਾਂ ਨੂੰ 8 ਘੰਟੇ ਦੀ ਪ੍ਰੋਪਰ ਨੀਂਦ ਚਾਹੀਦੀ ਆ। ਔਰ ਸਾਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਉਹਨਾਂ ਨੂੰ 5 ਸਟਾਰ ਹੋਟਲ ਵੀ ਦੇਵਾਂਗੇ, ਉੱਥੇ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਦੇਵਾਂਗੇ, ਪ੍ਰੋਪਰ ਉਹਨਾਂ ਦੀ ਰੋਟੀ ਪਾਣੀ ਦਾ ਧਿਆਨ ਰੱਖਾਂਗੇ, ਕਿਉਂਕਿ ਸਾਡੇ ਲਈ ਇੰਪੋਰਟੈਂਟ ਲੋਕ ਆ। ਪਰ ਅਸੀਂ ਨਹੀਂ ਕਿਹਾ। ਬਿਲਕੁਲ ਜੀ। ਤੇ ਜਿਵੇਂ ਕਿ ਆਪਾਂ ਕਹਿ ਲਈਏ ਕਿ ਜਿਵੇਂ ਕਿ ਬੀਬੀ ਜੀ ਹੋਣਾ ਨੇ ਦੱਸਿਆ ਕਿ ਨਵੰਬਰ 84 ਦੇ ਵਿੱਚ ਵੀ ਇਸੇ ਤਰੀਕੇ ਦਾ ਹੀ ਇੱਕ ਮਾਹੌਲ ਸਿਰਜਿਆ ਗਿਆ ਸੀ। ਇੱਕ ਤਰੀਕੇ ਦੇ ਨਾਲ ਨੈਗੇਟਿਵ ਇੱਕ ਵੇਵ ਜਿਹੜੀ ਹੈ ਆਪਣੇ ਲੋਕਾਂ ਨੂੰ ਹੀ ਵਰਗਲਾ ਲਿਆ ਜਾਂਦਾ ਹੈ। ਜਦੋਂ ਅਸੀਂ ਪਹਿਲਿਆਂ ਸਮਿਆਂ ਦੀ ਗੱਲ ਕਰਦੇ ਹਾਂ ਤੇ ਜਿੰਨੀ ਵਾਰ ਵੀ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਨੇ, ਉਹ ਜਦੋਂ ਹਮਲੇ ਹੁੰਦੇ ਨੇ ਤੇ ਕੌਮ ਇੱਕ ਪਾਸੇ ਇਕੱਠੀ ਹੋ ਜਾਂਦੀ ਹੈ। ਕੌਮ ਦੇ ਵਿੱਚ ਵੱਖ-ਵੱਖ ਭਾਵੇਂ ਧੜੇ ਨੇ, ਵੱਖ-ਵੱਖ ਮਿਸਲਾਂ ਨੇ, ਵੱਖ-ਵੱਖ ਲੋਕ ਨੇ, ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੁਸ਼ਮਣ ਦਾ ਜਿਹੜਾ ਸਾਹਮਣਾ ਕਰਦੇ ਨੇ, ਔਰ ਉਹਦਾ ਜਿਹੜਾ ਆਪਾਂ ਨਤੀਜਾ ਖਾਲਸਾ ਰਾਜ ਅਸੀਂ ਭੁਗਤ ਕੇ ਆਏ ਹਾਂ। ਇਹ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ। ਤੇ ਜੇ ਆਪਾਂ ਕਹਿ ਲਈਏ ਕਿ ਅਜੋਕੇ ਸਮਿਆਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਦੋਂ ਬਾਹਰੀ ਹਮਲਾਵਰ ਆਉਂਦਾ ਹੈ, ਜਦੋਂ ਹਮਲਾ ਸਾਡੇ ਤੇ ਹੁੰਦਾ ਹੈ ਤੇ ਅਸੀਂ ਆਪਣਿਆਂ ਨਾਲ ਹੀ ਲੜਨਾ ਸ਼ੁਰੂ ਕਰ ਦਿੰਦੇ ਹਾਂ, ਆਪਣਿਆਂ ਨੂੰ ਹੀ ਗਦਾਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਇਦਾਂ ਦਾ ਮਾਹੌਲ ਅਸੀਂ ਆਪ ਸਿਰਜ ਦੇਵਾਂਗੇ ਤੇ ਫਿਰ ਉਸ ਦੇ ਨਾਲ ਜਿਹੜਾ ਹੈ ਅਸੀਂ ਆਪਣਿਆਂ ਦਾ ਹੀ ਨੁਕਸਾਨ ਕਰਾਂਗੇ। ਤੇ ਹੁਣ ਆਪਾਂ ਥੋੜਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਕਿਉਂਕਿ ਆਪਾਂ ਇਹ ਵੀ ਵਿਚਾਰ ਲਿਆ ਕੀ ਹੋਇਆ, ਕਿਉਂ ਹੋਇਆ, ਕਿਵੇਂ ਪ੍ਰਚਾਰੇ ਗਏ, ਸਾਰੀਆਂ ਗੱਲਾਂ ਆਪਣੀਆਂ ਹੋ ਗਈਆਂ। ਹੁਣ ਥੋੜਾ ਜਿਹਾ ਸਰਕਾਰ ਵਾਲੇ ਬੰਨੇ ਵੀ ਆ ਜਾਈਏ ਕਿ ਸਰਕਾਰ ਕੀ ਇਹ ਬਿਲਸ ਨੂੰ ਜਾਂ ਇਹ ਜੋ ਐਕਟ ਬਣ ਚੁੱਕਾ ਹੈ ਇਸ ਨੂੰ ਵਾਪਸ ਲਵੇਗੀ ਤੇ ਕਿਉਂ ਨਹੀਂ ਲਵੇਗੀ, ਔਰ ਧਰਨੇ ਨੂੰ ਜਿਹੜਾ ਚੁਕਾਉਣਾ ਹੈ ਸਰਕਾਰ ਦੇ ਲਈ ਕਿੰਨਾ ਕੁ ਜ਼ਰੂਰੀ ਹੋ ਚੁੱਕਿਆ ਹੈ। ਜੀ ਦੇਖੋ, ਜਿਹੜੀ ਤਾਂ ਗੱਲ ਹੈਗੀ ਆ ਨਾ ਕਿ ਕਿਆ ਇਹ ਵਾਪਸ ਲਊਗੀ ਸਰਕਾਰ। ਦੇਖੋ, ਜਿਹੜਾ ਮੋਦੀ ਗਵਰਨਮੈਂਟ ਦਾ ਇੱਕ ਏਜੰਡਾ ਆ, ਉਹ ਏਜੰਡਾ ਉਹਨਾਂ ਦਾ
ਆਲ ਓਵਰ ਦ ਵਰਲਡ ਵਾਲਾ, ਹੈ ਨਾ। ਜੇ ਤੁਸੀਂ ਨਾਜ਼ੀ ਜਰਮਨੀ ਦੀ ਤੁਸੀਂ ਪੜ੍ਹਨਾ ਸ਼ੁਰੂ ਕਰੋ, ਜਿਹੜਾ ਹਿਟਲਰ ਦਾ ਟਾਈਮ ਜੀ, ਤਾਂ ਬਕਾਇਦਾ ਉਹ ਆਰੀਅਨ ਰੇਸ ਨੂੰ ਬੜਾ ਸੁਪੀਰੀਅਰ ਮੰਨਦਾ ਰਿਹਾ ਆ। ਉਹ ਆਪ ਮੰਨਦਾ ਰਿਹਾ ਕਿ ਉਹ ਵੀ ਆਰੀਅਨ ਰੇਸ ਦਾ ਹਿੱਸਾ ਆ। ਇਹ ਲੋਕ ਵੀ ਮੰਨਦੇ ਆ ਕਿ ਆਰੀਅਨ ਰੇਸ ਦਾ ਹਿੱਸਾ ਆ ਜੀ। ਸੋ ਇਹਨਾਂ ਦੇ ਵਿੱਚ ਬੜੇ ਸਾਰੇ ਪੈਰਲਲਸ ਹੈਗੇ ਆ। ਹੁਣ ਗੱਲ ਕੀ ਆ ਕਿ ਇਹਨਾਂ ਨੇ ਜਿਹੜੀ GATT ਜਿਹਨੂੰ ਗੈਟ ਬੋਲ ਦਿੰਦੇ ਆ, ਜਿਹੜਾ WHO ਦੇ ਵਿੱਚ WHO ਬੋਲਦੀ ਪਈ ਆ, ਜਿਹੜਾ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਦੇ ਵਿੱਚ ਇਹ ਸਾਈਨ ਕਰ ਚੁੱਕਾ ਆ, ਹੈ ਨਾ। ਕਿ ਔਰ ਉਹਦੇ ਵਿੱਚ ਹੈ ਕਿ ਉਹ ਇੱਕ ਬੜਾ ਲੰਬਾ ਚੌੜਾ ਇੱਕ ਵੱਖਰਾ ਪੁਆਇੰਟ ਆ, ਬਟ ਉਹਦੇ ਵਿੱਚ ਹੈ ਇਹ, ਕਿਉਂਕਿ ਇੰਡੀਅਨ ਗਵਰਨਮੈਂਟ ਅਜੇ ਤੱਕ ਇਸ ਗੱਲ ਤੇ ਅੜੀ ਹੋਈ ਸੀਗੀ ਕਿ ਸਾਡੇ ਜਿਹੜੇ ਲੋਕ ਆ ਉਹ ਬਹੁਤ ਸਾਰੇ ਬਿਲੋ ਪੋਵਰਟੀ ਲਾਈਨ ਰਹਿ ਰਹੇ ਆ, ਇਸ ਕਰਕੇ ਸਾਨੂੰ ਉਹਨਾਂ ਦੇ ਵਾਸਤੇ ਸਬਸਿਡਾਈਜ਼ਡ ਫੂਡ ਦੇਣਾ ਜ਼ਰੂਰੀ ਆ ਜੀ। ਤੇ ਇਸ ਕਰਕੇ ਅਮਰੀਕਾ ਦੇ ਨਾਲ ਹਮੇਸ਼ਾ ਤੋਂ ਸਾਡੀ ਬਣੀ ਨਹੀਂ, ਇੰਡੀਅਨ ਗਵਰਨਮੈਂਟ ਦੀ ਬਣੀ ਨਹੀਂ ਜੀ, ਕਿਉਂਕਿ ਅਮਰੀਕਾ ਹਮੇਸ਼ਾ ਇਹ ਬੋਲਦਾ ਰਿਹਾ ਕਿ ਜ਼ਿਆਦਾ ਸਬਸਿਡੀ ਦਿੰਦੇ ਆ। ਹੁਣ ਪ੍ਰੋਬਲਮ ਕੀ ਆ ਕਿ ਉੱਥੇ ਅਗਰ 2% ਮੰਨ ਲਓ ਕਿ ਜੇ 100 ਰੁਪਈਆ ਆ ਜੀ, ਅਮਰੀਕਾ ਦੇ ਵਿੱਚ 2% ਕਿਸਾਨ ਆ, 100 ਰੁਪਈਏ ਨੂੰ 2% ਕਿਸਾਨਾਂ 'ਚ ਵੰਡਣਾ ਆ ਤੇ ਇੱਕ ਪਾਸੇ 80% ਕਿਸਾਨਾਂ 'ਚ ਵੰਡਣਾ ਆ। ਆਪੇ ਹਿਸਾਬ ਲਾ ਲਓ ਕਿ ਕਿੰਨਾ ਕਿਸੇ ਕੋਲ ਸ਼ੇਅਰ ਆਊਗਾ ਜੀ। ਇਸ ਗੱਲ ਨੂੰ ਅਜੇ ਤੱਕ ਇੰਡੀਅਨ ਗਵਰਨਮੈਂਟ ਸਮਝਾਉਂਦੀ ਰਹੀ ਆ। ਮੋਦੀ ਸਾਹਿਬ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਅਸੀਂ ਇਹ ਸਬਸਿਡੀ ਜਿਹੜੀ ਆ ਖਤਮ ਕਰ ਦਾਂਗੇ। ਇਸ ਕਰਕੇ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਹੈ ਨਾ ਉਹ ਤਾਂ ਬਣਿਆ ਆ ਕਿਉਂਕਿ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸਾਰਾ ਕੁਝ ਇੱਕ ਪਾਸੇ ਹੋਲਡ ਹੋ ਜਾਊਗਾ, ਜਿਹੜੀਆਂ ਜਦੋਂ ਸਰਕਾਰ ਨੇ ਖਰੀਦਣਾ ਹੀ ਨਹੀਂ ਤੇ ਫਿਰ ਉਹ ਜਿਹੜਾ 2 ਰੁਪਏ ਆਟਾ ਦਾਲ ਮਿਲੂਗੀ ਉਹ ਕਿੱਥੋਂ ਮਿਲੂਗੀ, ਉਹ ਬੰਦ ਹੋ ਜਾਊਗੀ, ਉਹ ਹੌਲੀ ਹੌਲੀ ਬੰਦ ਕਰ ਦੇਣਗੇ। ਕਿਉਂਕਿ ਅਸੀਂ ਜਦੋਂ ਪੱਤਰਕਾਰਾਂ ਦਾ ਵੀ ਦੇਖਦੇ ਆ ਨਾ ਜਿਹੜੇ ਸੁਲਝੇ ਹੋਏ ਨੇ ਨੈਸ਼ਨਲ ਟੀਵੀ ਚੈਨਲਾਂ ਤੇ, ਉਹਨਾਂ ਨੇ ਵੀ ਇਹ ਕਿਹਾ, ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਆਟਾ ਦਾਲ ਬੰਦ ਕਰਨਾ ਚਾਹੁੰਦੇ ਆ ਔਰ ਫਿਰ ਕਰਨਗੇ ਕੀ ਕਿ ਉਹਦਾ ਤੁਹਾਨੂੰ ਪੈਸੇ ਦੇ ਦਿਆ ਕਰਨਗੇ, ਜਿੱਦਾਂ 1000 ਰੁਪਈਆ ਤੁਹਾਡੇ ਅਕਾਊਂਟ 'ਚ ਆ ਗਿਆ ਔਰ ਉਹਨੇ ਪੈਸਿਆਂ ਦੇ ਨਾਲ ਤੁਸੀਂ ਉਹੀ ਜਿਹੜੇ ਆਪਾਂ ਕਹਿ ਲਈਏ ਕਿ ਅਡਾਨੀ ਤੇ ਦੂਜੇ ਅੰਬਾਨੀਆਂ ਦੇ ਮਾਲਸ ਦੇ ਵਿੱਚ ਜਾ ਕੇ ਉਹ ਚੀਜ਼ਾਂ ਖਰੀਦਿਆ ਕਰੋਗੇ ਜਿਨ੍ਹਾਂ ਦੀ ਕੀਮਤ ਜਿਹੜੀ ਹੈ ਉਹ ਸਰਕਾਰ ਨਾਲੋਂ ਦਿੱਤੇ ਨਾਲੋਂ ਕਿਤੇ ਆਪਾਂ ਕਹੇ ਕਿ ਵੱਧ ਹੋਵੇਗੀ ਔਰ ਸਮਾਨ ਜਿਹੜਾ ਹੈ ਬਹੁਤ ਜ਼ਿਆਦਾ ਘੱਟ ਹੋਏਗਾ। ਬਿਲਕੁਲ ਇਹ ਔਰ ਇਹ ਜਿਹੜਾ ਉਦੋਂ ਪ੍ਰਚਾਰਿਆ ਹੀ ਜਾਏਗਾ ਕਿ ਅਸੀਂ ਤਾਂ ਲੋਕਾਂ ਨੂੰ ਜਿੰਨੇ ਪੈਸੇ ਕਹੇ ਸੀ ਦੇ ਰਹੇ ਹਾਂ, ਪਰ ਉਹ ਵੀ ਹੌਲੀ ਹੌਲੀ ਬੰਦ ਕਰ ਦੇਣਗੇ। ਉਹ ਵੀ ਹੌਲੀ ਹੌਲੀ ਬੰਦ ਕਰ ਦੇਣਗੇ ਕਿਉਂਕਿ ਜਿਹੜਾ ਵਰਲਡ ਆਰਡਰ ਚੱਲ ਰਿਹਾ ਨਾ ਇਸ ਟਾਈਮ ਦੇ ਉੱਤੇ, ਉਹ ਕੁਝ ਕੁ ਲੋਕਾਂ ਨੂੰ ਅਮੀਰ ਬਣਾਉਂਦਾ ਔਰ ਬਾਕੀ ਸਾਰਿਆਂ ਨੂੰ, ਜਿਹਨੂੰ ਮਾਡਰਨ ਸਲੇਵਰੀ ਕਹਿੰਦੇ ਆ, ਉਹਨਾਂ ਸਾਰਿਆਂ ਨੂੰ ਗੁਲਾਮ ਬਣਾਉਂਦਾ ਚੱਲ ਰਿਹਾ ਆ ਜੀ, ਹੈ ਨਾ। ਤੁਸੀਂ ਮੈਂ ਅਸੀਂ ਸਾਰੇ ਜਿਹੜੇ ਬੈਠੇ ਆ ਇੱਕ ਜਗ੍ਹਾ ਦੇ ਉੱਤੇ, ਸਾਨੂੰ ਹੌਲੀ ਹੌਲੀ ਪਤਾ ਲੱਗੂਗਾ ਕਿ ਅਸੀਂ ਇਸ ਟਰੈਪ ਦੇ ਵਿੱਚ ਜਾ ਰਹੇ ਹਾਂ। ਹੁਣ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਗਵਰਨਮੈਂਟ ਆ ਨਾ, ਨਹੀਂ ਤੇ ਹਜੇ ਤੱਕ ਉਹਨਾਂ ਨੇ ਰਿਪੀਲ ਕਰ ਦੇਣੇ ਸੀ, ਕੋਈ ਵੱਡੀ ਗੱਲ ਨਹੀਂ ਸੀਗੀ, ਹੈ ਨਾ। ਪਰ ਉਹਨਾਂ ਨੇ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਕਿਹਾ ਹੋਇਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਕੰਪਲਾਈ ਕਰਾਂਗੇ ਜੀ, ਤੇ ਫਿਰ ਤੁਸੀਂ ਸਾਡੇ ਕੋਲ ਜਿਹੜਾ ਇਨਵੈਸਟਮੈਂਟ ਆ ਉਹ ਭੇਜੋ, ਤਾਂ ਉਹਨੂੰ ਉਹਦੇ ਤੋਂ ਪਿੱਛੇ ਨਹੀਂ ਹਟ ਸਕਦੇ, ਹੈ ਨਾ। ਇਹ ਇੱਕ ਵੱਡੀ ਕਾਰਨ ਆ। ਦੂਜੀ ਗੱਲ ਜਿਹੜੀ ਆ, ਹੁਣ ਜਿਹੜਾ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀਗਾ ਇਹ ਪ੍ਰੋਟੈਸਟ, 26 ਜਨਵਰੀ ਤੱਕ ਇਹ ਕੁਝ ਕਰ ਨਹੀਂ ਸੀ ਸਕਦੇ ਕਿਉਂਕਿ ਇਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਸਾਡੇ ਕੋਲ ਕੋਈ ਆ ਜਾਊਗਾ, ਹੈ ਨਾ। ਬੋਰਿਸ ਜੌਨਸਨ ਦਾ ਮਨਾ ਹੋ ਗਿਆ, ਫਿਰ ਇਹਨਾਂ ਨੇ, ਮੈਨੂੰ ਹੁਣ ਨਾਮ ਵੀ ਉਹਦਾ, ਸਰੀਨਮ ਜਿਹੜਾ ਛੋਟੇ ਜਿਹੇ ਕੰਟਰੀ ਦਾ ਉਹਦੇ ਚ 5 ਲੱਖ ਉਹਦੀ ਪੂਰੀ ਜਿਹੜੀ ਆਬਾਦੀ ਆ, ਹੈ ਨਾ, ਉਹਨੂੰ ਵੀ ਬੁਲਾਇਆ, ਫਿਰ ਉਹਨਾਂ ਦਾ ਵੀ ਕੈਂਸਲ ਹੋ ਗਿਆ। ਫਾਈਨਲੀ ਹੁਣ ਇਹਨਾਂ ਨੂੰ ਆਪਣਾ ਹਿਸਾਬ ਨਾਲ ਇਹਨਾਂ ਨੇ ਸਾਨੂੰ ਸਾਈਡਲਾਈਨ ਕਰਨਾ ਕਿਉਂ ਕਰਨਾ, ਦੇਖੋ ਇਹਨੂੰ ਸਮਝਣਾ ਬੜਾ ਜ਼ਰੂਰੀ ਆ ਜੀ। ਜੇ ਇਹ ਹੁਣ ਇਸ ਟਾਈਮ ਦੇ ਉੱਪਰ ਨਹੀਂ ਨਾ ਚੇਂਜ ਕਰਦੇ ਤਾਂ ਹੋਣਾ ਕੀ ਆ ਕਿ ਜਿਹੜਾ ਬਜਟ ਅੱਜ ਤੋਂ ਇਜਲਾਸ ਸ਼ੁਰੂ ਹੋ ਗਿਆ ਜੀ, 1 ਫਰਵਰੀ ਨੂੰ ਨਾ ਬਜਟ ਪੇਸ਼ ਕਰਨਾ ਹੈ। ਮੈਨੂੰ ਜਿੱਥੋਂ ਤੱਕ ਅੰਦਾਜ਼ਾ ਹੈ, ਜਾਂ ਪਤਾ ਨਹੀਂ ਸਹੀ ਨਿਕਲੇ ਗਲਤ ਨਿਕਲੇ, ਟੈਕਸ ਰਿਬੇਟ ਉਹਨਾਂ ਨੇ ਬਿਲਕੁਲ ਮੈਨੂੰ ਲੱਗਦਾ ਕਿ ਐਰਕੀ ਉਹਨਾਂ ਨੇ ਟੈਕਸ ਸਲੈਬ ਚੁੱਕ ਦੇਣੀ ਆ, ਉਹਨਾਂ ਨੇ ਵੱਡੀ ਕਰ ਦੇਣੀ ਆ। ਉਹ ਉਹਨਾਂ ਨੂੰ ਲੋਕਾਂ ਨੂੰ ਦੱਸਣਾ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ, ਪਰ ਉਹਨਾਂ ਨੇ ਹੋਰ ਬਹੁਤ ਚੀਜ਼ਾਂ ਦੇ ਉੱਤੇ ਰੁਕਾਵਟਾਂ ਲਾ ਦੇਣੀਆਂ ਆ, ਜਿਹਦੇ ਕਰਕੇ ਜਿਹੜਾ ਆਮ ਬੰਦਾ ਹੈ, ਕਾਮਨ ਮੈਨ, ਉਹਦੇ ਲਈ ਬਹੁਤ ਵੱਡੀ ਪ੍ਰੋਬਲਮ ਬਜਟ ਜਿਹੜਾ ਉਹ ਪੇਸ਼ ਕਰੂਗਾ। ਐਂਡ ਦੈਟ ਇਜ਼ ਵਾਈ ਜਦੋਂ ਆਮ ਬੰਦੇ ਦੇ ਢਿੱਡ ਦੇ ਉੱਤੇ ਲੱਤ ਵੱਜੀ ਨਾ, ਫਿਰ ਉਹਨਾਂ ਨੂੰ ਲੱਗਣਾ ਕਿ ਇਹ ਪ੍ਰੋਟੈਸਟ ਸਹੀ ਆ, ਐਂਡ ਦੈਨ ਹੋ ਸਕਦਾ ਕਿ ਇੱਕ ਬਹੁਤ ਵੱਡੀ ਮਾਸ ਮੂਵਮੈਂਟ ਹੋਰ ਬਣ ਜੇ। ਔਰ ਉਹ ਮਾਸ ਮੂਵਮੈਂਟ ਅਗਰ ਇਸ ਪ੍ਰੋਟੈਸਟ ਦੇ ਨਾਲ ਲੱਗ ਗਈ ਜੀ ਤਾਂ ਸਰਕਾਰ ਦਾ ਜਾਣਾ ਤੈਅ ਆ। ਇੱਥੇ ਆਪਾਂ ਇੱਕ ਗੱਲ ਹੋਰ ਵੀ ਜਿਹੜੀ ਮਿਸ ਕੀਤੀ ਹੈਗੀ ਆ, ਉਹਦੇ ਤੇ ਵੀ ਗੱਲ ਕਰਨੀ ਬਣਦੀ ਹੈਗੀ ਆ ਕਿ ਦਿੱਲੀ ਦਾ ਜਿਹੜਾ ਹੈਗਾ ਸਾਰਾ ਸਿਸਟਮ ਉਹ ਆਉਂਦਾ ਗ੍ਰਹਿ ਮੰਤਰਾਲੇ ਦੇ ਹੱਕ ਦੇ ਵਿੱਚ, ਠੀਕ ਹੈ। ਤੇ ਜੇ ਇਹ ਸਾਰਾ ਫੇਲੀਅਰ ਹੈਗਾ, ਇੱਥੇ ਸਰਕਾਰ ਦਾ ਵੀ ਤੇ ਫੇਲੀਅਰ ਹੈ। ਕਿਉਂ ਨਹੀਂ ਸਰਕਾਰ ਨੂੰ ਸਵਾਲ ਪੁੱਛੇ ਗਏ ਕਿ ਭਾਈ ਇਹ ਤੁਹਾਡੇ ਹੁੰਦਿਆਂ ਕਿੱਦਾਂ ਇੰਨਾ ਹੋ ਗਿਆ? ਜੇ ਮੰਨ ਲਓ ਕਿ ਥੋੜਾ ਜਿਹਾ ਆਪਾਂ ਚੇਂਜ ਕਰ ਦਈਏ, ਥੋੜੇ ਆਪਾਂ ਡਾਈਮੈਂਸ਼ਨਸ ਚੇਂਜ ਕਰ ਦਈਏ, ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਗ੍ਹਾ ਤੇ ਮੰਨ ਲਓ ਕਾਂਗਰਸ ਦੀ ਸਰਕਾਰ ਹੋਵੇ ਤੇ ਗ੍ਰਹਿ ਮੰਤਰੀ ਇੱਥੇ ਕੋਈ ਉਹਨਾਂ ਦਾ ਹੋਵੇ,
ਤੇ ਉਦੋਂ ਇਦਾਂ ਦੀ ਘਟਨਾ ਵਾਪਰੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਅਸਤੀਫੇ ਤੱਕ ਗੱਲ ਇਹੀ ਮੀਡੀਆ ਲੈ ਕੇ ਜਾਂਦਾ? ਬਿਲਕੁਲ ਲੈ ਕੇ ਜਾਂਦਾ, ਪਰ ਵੇਖੋ ਜੀ ਨੈਸ਼ਨਲ ਮੀਡੀਆ ਨੇ ਤੁਹਾਡੀ ਗੱਲ ਨਹੀਂ ਸੁਣਨੀ। ਇਹ ਵੀ ਕਦੀ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਅੱਜ ਤਾਂ ਆਪਣਾ ਬਹੁਤ ਟਾਈਮ ਹੋ ਗਿਆ ਗੱਲ ਕਰਾਂਗੇ, ਅਸੀਂ ਅਕਸਰ ਇਹ ਕਹਿ ਦਿੰਦੇ ਕਿ ਮੀਡੀਆ ਵਿਕਿਆ ਹੋਇਆ ਆ। ਬੇਸਿਕਲੀ ਉਹ ਵਿਕਿਆ ਹੋਇਆ ਨਹੀਂ ਆ। ਜੇ ਉਹ ਵਿਕਿਆ ਹੁੰਦਾ ਨਾ ਤੇ ਫਿਰ ਤੁਸੀਂ ਵੀ ਖਰੀਦ ਲੈਂਦੇ। ਜੀ ਜੀ। ਉੱਥੇ ਕਾਸਟ ਸਿਸਟਮ ਔਰ ਕਲਾਸ ਸਿਸਟਮ ਕੰਮ ਕਰਦਾ ਆ ਜੀ। ਇਹ ਸਾਨੂੰ ਸਮਝਣਾ ਪਊਗਾ। ਜਿਹੜੇ ਉਹਨਾਂ ਦੇ ਉੱਪਰ ਬੈਠੇ ਆ ਨਾ, ਉਹ ਇੱਕ ਖਾਸ ਕਾਸਟ ਦੇ ਔਰ ਖਾਸ ਤਰ੍ਹਾਂ ਦੇ ਲੋਕ ਆ ਜਿਹੜੇ ਬੈਠੇ ਹੋਏ ਆ। ਸੋ ਇਹ ਸਾਡੀ ਬੜੀ ਮਿਸਕਨਸੈਪਸ਼ਨ ਆ ਕਿ ਉਹ ਖਰੀਦਿਆ ਹੋਇਆ। ਖੈਰ, ਜਿਹੜੇ ਹੈ ਹੀ ਉਹਨਾਂ ਦੇ, ਉਹ ਉਹਨਾਂ ਦੇ ਵੱਲ ਦੀ ਗੱਲ ਨਹੀਂ ਕਰਨਗੇ। ਪ੍ਰੈਸ ਕਾਨਫਰੰਸ ਉਹ ਕਰਦੇ ਨਹੀਂ ਤਾਂ ਕਿ ਤੁਸੀਂ ਜਾ ਕੇ ਗੱਲ ਕਰ ਸਕੋ, ਸਵਾਲ ਨਾ ਪੁੱਛ ਸਕੋ ਤੁਸੀਂ। ਪ੍ਰੈਸ ਕਾਨਫਰੰਸ ਉਹਨਾਂ ਦੀ ਹੁੰਦੀ ਨਹੀਂ, ਮਨ ਕੀ ਬਾਤ ਹੁੰਦੀ ਆ ਤੇ ਉਹਦੇ ਵਿੱਚੋਂ ਇੱਕ ਮੋਨੋਲੋਗ ਜਿਹਾ ਦੇ ਕੇ ਚੱਲਦੇ ਬੰਦੇ ਆ, ਕੱਲੇ ਬੋਲ ਕੇ, ਕੱਲੇ ਤਾੜੀਆਂ ਤੇ ਚਲੋ ਜੀ ਬਸ। ਤੇ ਜਦੋਂ ਕਿਤੇ ਉਹਨਾਂ ਦੀ ਕਾਨਫਰੰਸ ਵੀ ਹੁੰਦੀ ਤੇ ਅੱਗੇ ਉਹਨਾਂ ਦੇ ਪੇਡ ਬੰਦੇ ਬੈਠੇ ਹੁੰਦੇ ਆ, ਬੜੀ ਵਾਰੀ ਪ੍ਰੂਵ ਹੋ ਚੁੱਕਾ। ਸੋ ਉਹਨਾਂ ਨੂੰ ਸਵਾਲ ਕਰੇ ਕਿਹੜਾ? ਸਵਾਲ ਕਰਨ ਨੂੰ ਕੋਈ ਹੈ ਹੀ ਨਹੀਂ। ਪਰ ਜਿਹੜਾ ਇੱਥੇ ਆਪੋਜੀਸ਼ਨ ਹੈਗਾ, ਕਿਉਂਕਿ ਆਪੋਜੀਸ਼ਨ ਨੇ ਪਿਛਲੀ ਵਾਰੀ, ਤੁਹਾਨੂੰ ਲੱਗਦਾ ਆਪੋਜੀਸ਼ਨ ਬੈਠੀ ਆ? ਹੈਗੀ ਆ ਆਪੋਜੀਸ਼ਨ? ਤੁਹਾਨੂੰ ਦਿਖਦੀ ਆ ਆਪੋਜੀਸ਼ਨ? ਦੇਖੋ, ਇਹ ਸਾਰੇ ਇੱਕੋ ਹੀ ਆ। ਇਹਨੂੰ ਸਮਝ ਲਈਏ, ਅੱਜ ਸਮਝ ਲਈਏ, ਕੱਲ ਸਮਝ ਲਈਏ। ਬੀਜੇਪੀ, ਕਾਂਗਰਸ, ਆਪ, ਇਹ ਤਿੰਨੋਂ ਇੱਕੋ ਹੀ ਪਾਰਟੀ ਆ, ਹੈ ਨਾ। ਇਹਨਾਂ ਦਾ ਵੇ ਆਫ ਵਰਕਿੰਗ ਵੇਖੋ ਤੇ ਸਿਸਟਮ ਸਾਰਾ ਉਹੀ ਹੈ। ਯੈਸ, ਇਹਨਾਂ ਦੇ ਜਿਹੜੇ ਹੈਡ ਆ ਉਹਨਾਂ ਨੂੰ ਵੇਖੋ ਤੇ ਤੁਹਾਨੂੰ ਸਮਝ ਆਊਗਾ। ਬੜਾ ਕੁਝ ਇਹਨਾਂ ਵਿੱਚ ਡੀਕੋਡੀਫਾਈ ਕਰਨ ਨੂੰ ਹੈਗਾ, ਹੈ ਨਾ। ਉਹਨਾਂ ਨੇ ਇੱਕ ਦੂਜੇ ਵਾਸਤੇ ਕਦੀ ਨਹੀਂ ਬੋਲਣਾ ਔਰ ਹਮਾਮ 'ਚ ਸਭ ਨੰਗੇ ਆ, ਹੈ ਨਾ। ਕਾਂਗਰਸ ਦੇ ਤੇ ਆਪਣੇ ਇੰਨੇ ਕੁ ਛੇਦ ਆ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਢੱਕਣ ਨੂੰ ਰਾਹ ਨਹੀਂ ਲੱਭਦਾ। ਤੇ ਇਸ ਔਰ ਉਹਨਾਂ ਨੂੰ ਪਤਾ ਕਿ ਮੋਦੀ ਸਾਹਿਬ ਉਹਨਾਂ ਦੇ ਹੱਥ 'ਚ ਉਹਨਾਂ ਦੇ ਸਾਰੇ ਰਾਜ, ਨਹੀਂ ਤੇ ਹੁਣ ਤੱਕ ਕੋਈ ਕੁਝ ਬੋਲਦਾ ਹੀ ਨਾ। ਜੀ ਜੀ ਜੀ, ਬਿਲਕੁਲ। ਤੇ ਪ੍ਰੋਗਰਾਮ ਦੇ ਆਪਾਂ ਅਖੀਰ ਤੇ ਪਹੁੰਚ ਗਏ। ਅਖੀਰ ਤੇ ਕੋਈ ਤੁਸੀਂ ਮੋਰਚੇ ਨੂੰ ਲੈ ਕੇ, ਕਿਸਾਨ ਲੀਡਰਾਂ ਨੂੰ ਲੈ ਕੇ, ਚੱਲ ਰਹੇ ਮਾਹੌਲ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਹੋਰ ਇਸ ਅੰਦੋਲਨ ਨੂੰ, ਹੋਰ ਇਸ ਇਨਕਲਾਬ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ ਤਾਂ ਕਿ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ, ਸਰਕਾਰਾਂ ਦੀਆਂ ਚਾਲਾਂ ਕਾਮਯਾਬ ਨਾ ਹੋਣ? ਵੇਖੋ, ਜਿਹੜੀ ਮੇਰੀ ਸਿਰਫ ਇੱਕ ਅਪੀਲ ਜਥੇਬੰਦੀਆਂ ਤੋਂ ਆ, ਉਹ ਸਾਡੇ ਬਜ਼ੁਰਗ ਨੇ, ਉਹ ਸਾਡੇ ਬਹੁਤ ਸਿਆਣੇ ਲੋਕ ਨੇ। ਉਹਨਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਆ ਕਿ ਤੁਸੀਂ ਜਿਹੜੇ ਬੱਚੇ ਆ ਨਾ, ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਇਹ ਸੋਚੋ ਕਿ ਜੇ ਤੁਹਾਡਾ ਆਪਣਾ ਬੱਚਾ ਕੋਈ ਗਲਤੀ ਵੀ ਕਰ ਜਾਂਦਾ, ਮੰਨ ਲਈ ਉਹਨਾਂ ਨੇ ਗਲਤੀ ਕੀਤੀ ਆ, ਤਦ ਵੀ ਤਾਂ ਤੁਸੀਂ ਉਹਨੂੰ ਗਲੇ ਗੱਲ ਲਾਉਣਾ ਹੀ ਸੀ ਨਾ। ਤੁਸੀਂ ਇਹ ਸਮਝ ਕੇ ਆਪਣੇ ਬੱਚਿਆਂ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਔਰ ਜੋ ਵੀ ਹੋਇਆ ਉਹਦੇ ਉੱਤੇ ਉਹਨੂੰ, ਬੇਸ਼ੱਕ ਉਹਦੇ ਉੱਤੇ ਉਹਨਾਂ ਨੂੰ ਕਮਰੇ 'ਚ ਬਿਠਾ ਕੇ ਗਾਲਾਂ ਕੱਢੋ, ਆਪਾਂ ਆਪਣੇ ਬੱਚਿਆਂ ਨੂੰ ਕੱਢਦੇ ਹੀ ਆ, ਕੋਈ ਗੱਲ ਨਹੀਂ। ਪਰ ਓਪਨ ਸਟੇਜ ਤੋਂ ਐਸਾ ਕੋਈ ਵੀ ਚੀਜ਼ ਐਸੀ ਸਾਹਮਣੇ ਨਾ ਰੱਖੋ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਲੱਗੇ ਕਿ ਆਪਸ ਵਿੱਚ ਪਾਟੇ ਹੋਏ ਆ। ਦੂਸਰੀ ਗੱਲ, ਤੁਹਾਡੇ ਵਿੱਚ ਵੀ ਕਈ ਐਸੇ ਲੋਕ ਆ ਜਿਹੜੇ ਤੁਹਾਨੂੰ ਇੱਕ ਖਾਸ ਵਿਚਾਰਧਾਰਾ ਨੂੰ ਮੰਨਣ ਦੀ ਗੱਲ ਕਰਵਾ ਰਹੇ ਆ। ਇੱਥੇ ਮੇਰੀ ਜਿਹੜੀ ਮੁਰਾਦ ਆ ਉਹ ਕਾਮਰੇਡਾਂ ਤੋਂ ਬਿਲਕੁਲ ਨਹੀਂ ਆ। ਜੀ 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 ਜੀ, ਬਹੁਤ ਸਾਰੇ ਹੋਰ ਲੋਕ ਵੀ ਤੁਹਾਡੇ ਵਿੱਚ ਹੈਗੇ ਆ ਜਿਹੜੇ ਤੁਹਾਨੂੰ ਇੱਕ ਖਾਸ ਵਿਚਾਰਧਾਰਾ ਵੱਲ ਤੱਕ ਰਹੇ ਆ। ਉਹਨਾਂ ਤੋਂ ਵੀ ਥੋੜਾ ਜਿਹਾ ਸਾਵਧਾਨ ਰਹਿ ਕੇ ਆਪਣੇ ਲੋਕਾਂ ਦੇ ਨਾਲ ਖੜੋ, ਕਿਉਂਕਿ ਅੱਜ ਜੇ ਤੁਸੀਂ ਆਪਣੇ ਲੋਕਾਂ ਦੇ ਲਈ ਖੜਦੇ ਆ ਨਾ, ਕੱਲ ਨੂੰ ਜਿੱਦਾਂ ਅੱਜ ਟਕੈਤ ਸਾਹਿਬ ਦੇ ਸਿਰਫ 2 ਅਥਰੂ ਤੇ ਪੂਰਾ ਦਾ ਪੂਰਾ ਯੂਪੀ, ਗਾਜ਼ੀਪੁਰ ਬਾਰਡਰ ਜਿਹੜਾ ਹੈਗਾ ਪੂਰਾ ਫੁੱਲ ਹੋ ਗਿਆ, ਪੂਰਾ ਭਰ ਗਿਆ ਰਾਤ ਦੇ ਰਾਤ। ਤੁਹਾਡਾ ਸਟੇਚਰ ਇਹੋ ਜਿਹਾ ਹੋਣਾ ਚਾਹੀਦਾ ਆ ਕਿ ਸਾਡੇ ਰਾਜੇਵਾਲ ਸਾਹਿਬ ਦੀ ਇੱਕ ਬਿਆਨ ਆਵੇ ਤੇ ਪੰਜਾਬ ਸਾਰਾ ਉੱਥੋਂ ਇੱਥੇ ਆ ਜੇ। ਮੇਰੇ ਵਰਗੇ ਦਾ ਵੀ ਦਿਲ ਕਰੇ ਕਿ ਯੂਕੇ ਛੱਡ ਕੇ ਉੱਥੇ ਚੱਲੋ, ਹੈ ਨਾ। ਡੱਲੇਵਾਲ ਸਾਹਿਬ ਦਾ ਇੱਕ ਬਿਆਨ ਆਵੇ। ਸਾਨੂੰ ਇਸ ਤਰੀਕੇ ਨਾਲ, ਅਸੀਂ ਤੁਹਾਡੇ ਬੱਚੇ ਆ, ਗਲਤ ਆ ਸਹੀ ਆ ਉਹ ਗੱਲ ਬਾਅਦ ਦੀ ਆ, ਪਰ ਇੱਕ ਵਾਰੀ ਆਪਣੀ ਗਲਵੱਕੜੀ 'ਚ ਲੈ ਕੇ ਇਕੱਠੇ ਹੋ ਕੇ ਚੱਲੋ, ਕਿਉਂਕਿ ਏਕੇ ਤੋਂ ਬਿਨਾਂ ਤੁਹਾਨੂੰ ਉਹਨਾਂ ਨੇ ਦਿਨ ਨਹੀਂ ਲੱਗਣ ਦੇਣੇ ਖੇਰੂ ਹੋਣ ਦੇ ਵਿੱਚ। ਬਿਲਕੁਲ। ਔਰ ਆਪਾਂ ਦੇਖਿਆ ਹੈਗਾ ਕਿ ਕੱਲਾ ਫੇਲੀਅਰ ਇਹ ਨਹੀਂ ਹੈਗਾ ਕਿ ਉੱਥੇ ਲਾਲ ਕਿਲੇ ਤੇ ਗਏ, ਇਸ ਤੋਂ ਇਲਾਵਾ ਬਹੁਤ ਸਾਰੇ ਫੇਲੀਅਰ ਨੇ। ਜਦੋਂ ਉਹਨਾਂ ਨੇ ਦੇਖਿਆ ਹੋਵੇਗਾ, ਸਰਕਾਰਾਂ ਨੇ ਦੇਖਿਆ ਹੋਵੇਗਾ, ਇਹ ਤੇ ਆਪਣਿਆਂ ਦੇ ਹੀ ਗੱਲ ਪਈ ਜਾਂਦੇ ਆ। ਉਹਨਾਂ ਨੂੰ ਇੱਕ ਪਲੱਸ ਪੁਆਇੰਟ ਮਿਲਿਆ। ਜੇ ਆਪਾਂ ਕਹੀਏ ਕਿ ਕੱਲ 50 ਬੰਦੇ ਆਏ ਸੀ ਤੇ ਜੇ ਕਿਤੇ ਸਟੇਜ ਤੋਂ ਵੱਡੇ ਪੱਧਰ ਦਾ ਵਿਰੋਧ ਹੁੰਦਾ, ਅੱਜ 500 ਦੀ ਜ਼ਰੂਰਤ ਨਹੀਂ ਸੀ ਪੈਣੀ ਆਉਣ ਦੀ। ਬਿਲਕੁਲ। ਔਰ ਅੱਜ 500 ਆਇਆ, ਤੁਸੀਂ ਅੱਜ ਅਗਰ ਇਹ ਬਿਆਨ ਸੱਚ ਹੈ ਤੇ ਕਿ ਤੁਸੀਂ ਕਿਹਾ ਕਿ ਉਧਰ ਜਾਓ ਨਾ, ਸਾਡੇ ਲੋਕ ਨਹੀਂ ਹੈਗੇ, ਤਾਂ ਕੱਲ ਉੱਥੇ 1000 ਬੰਦਾ ਆਊਗਾ, ਫਿਰ 500 5000 ਆਊਗਾ। ਔਰ ਜਦੋਂ 5000 ਬੰਦਾ ਆਇਆ, ਪੁਲਿਸ ਨਾਲ ਰਲ ਕੇ ਉਹਨਾਂ ਤੁਹਾਡਾ ਸਟੇਜ ਵੀ ਖਾਲੀ ਕਰਾਉਣਾ ਆ। ਜੀ ਬਿਲਕੁਲ ਜੀ। ਔਰ ਇੱਥੇ ਏਕੇ ਦੀ ਜਿਹੜੀ ਲੋੜ ਹੈਗੀ ਆ, ਔਰ ਖਾਸ ਕਰਕੇ ਇੱਥੇ ਆਪਾਂ ਕਹਿ ਲਈਏ ਕਿ ਖਾਲਸਾ ਪੰਥ ਦਾ ਵੀ ਇਹਦੇ ਵਿੱਚ ਬਹੁਤ ਵੱਡਾ, ਕੱਲ ਅਸੀਂ ਆਪ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਉਸਾਰੂ ਰੋਲ ਉਸ ਕਲੈਸ਼ ਨੂੰ ਰੋਕਣ ਦੇ ਲਈ ਸ਼ਾਂਤਮਈ ਰੱਖਿਆ ਗਿਆ, ਉਹ ਵੀ ਕਿਤੇ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈਗੀ ਆ, ਕਿਉਂਕਿ ਉਹ ਵੀ ਖਾਲਸਾ ਪੰਥ ਦੀਆਂ ਹੀ ਫੌਜਾਂ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਹੈ। ਖਾਲਸਾ ਪੰਥ ਦੀਆਂ ਭਾਜੀ, ਖਾਲਸਾ ਪੰਥ ਦੀਆਂ ਹੀ ਫੌਜਾਂ ਨਹੀਂ, ਸਿਰਫ ਖਾਲਸਾ ਪੰਥ ਦੀ ਹੀ ਆਪਣੀ ਫੌਜ ਆ, ਉਹ ਹੋਰ ਕਿਸੇ ਦੀ ਹੈ ਵੀ ਨਹੀਂ। ਜੀ ਜੀ। ਆਰਐਸਐਸ ਵਾਲੇ ਲੱਖੋਂ ਦੀਆਂ ਕਾਪੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿੰਨੇ ਮਰਜ਼ੀ ਤਰਸ਼ੂਲ ਵੰਡ ਲੈਣ, ਪਰ ਉਹ ਜੋ ਜੁਰਤ, ਜੋ ਜਜ਼ਬਾ ਕਲਗੀਧਰ ਪਾਤਸ਼ਾਹ ਨੇ ਦਿੱਤਾ ਹੈ, ਉਹ ਕਿਸੇ ਹੋਰ ਦੇ ਵਿੱਚ ਨਹੀਂ ਆ ਸਕਦਾ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣ
ਦੀ ਲੋੜ ਹੈ। ਪ੍ਰੋਗਰਾਮ ਸਾਡਾ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਤੁਸੀਂ ਕਾਲ ਕਰਕੇ ਦੱਸਿਓ। ਸਟੂਡੀਓ ਦਾ ਸਾਡਾ ਨੰਬਰ ਹੈ 0121551101 ਤੇ ਇਸ ਦੇ ਨਾਲ ਤੁਸੀਂ ਈਮੇਲ ਵੀ ਕਰ ਸਕਦੇ ਹੋ। ਈਮੇਲ ਜਿਹੜੀ ਤੁਸੀਂ ਕਰਨੀ ਹੈ ਤੁਸੀਂ ਈਮੇਲ ਆਈਡੀ ਆਪਣੇ ਵਾਲੀ ਹੀ ਦੱਸ ਦਿਓ ਤਾਂ ਕਿ ਕਿਰਦਾਰੇ ਖਾਲਸਾ ਹਾਂਜੀ ਕਿਰਦਾਰੇ ਖਾਲਸਾ ਜਿਹੜਾ ਹੈਗਾ ਉਸੇ ਪ੍ਰੋਗਰਾਮ ਦੀ ਆਈਡੀ ਦੇ ਉੱਤੇ ਤੁਸੀਂ ਪਾ ਸਕਦੇ ਹੋ KIRDARE khalsa@akalchannel.tv ਤੁਸੀਂ ਇਹਦੇ ਤੇ ਈਮੇਲ ਕਰਕੇ ਸਾਨੂੰ ਦੱਸ ਸਕਦੇ ਹੋ। ਬਿਲਕੁਲ ਜੀ। ਤੇ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਦੇ ਹਾਂ ਕਿਰਨਪ੍ਰੀਤ ਕੌਰ ਹੋਣਾ ਦਾ, ਜਿਨ੍ਹਾਂ ਨੇ ਕਿ ਪ੍ਰੋਗਰਾਮ ਦੇ ਵਿੱਚ ਆ ਕੇ ਜਿਹੜੇ ਫੈਕਟ ਸੀ ਫੈਕਟ ਬੇਸ ਸਾਰੀ ਗੱਲਬਾਤ ਕੀਤੀ ਹੈ। ਅਸੀਂ ਇੱਥੇ ਕਿਸੇ ਦਾ ਵਿਰੋਧ ਨਹੀਂ ਕੀਤਾ, ਸਾਡੀ ਕਿਸੇ ਨਾਲ ਕੋਈ ਜਾਤੀ ਕੋਈ ਵੈਰ ਵਿਰੋਧ ਦੀ ਭਾਵਨਾ ਨਹੀਂ ਹੈ। ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤੀਆਂ ਕੀਤੀਆਂ ਹੋਣਗੀਆਂ ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 26 ਜਨਵਰੀ ਦਾ ਜਿਹੜਾ ਦਿਨ ਹੈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਸ ਨੂੰ ਵਰਤਿਆ ਗਿਆ, ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਇੱਕ ਐਂਟੀ ਨੈਸ਼ਨਲ ਦੀ ਕੈਂਪੇਨ ਜਿਹੜੀ ਹੈ ਮੀਡੀਆ ਵੱਲੋਂ ਚਲਾਈ ਗਈ, ਸਿੱਖਾਂ ਦਾ ਅਕਸ ਵਿਗਾੜਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ ਜੀ। ਤੇ ਜਿਹੜੇ ਉਹ ਨੌਜਵਾਨ ਆ ਕਿਉਂਕਿ ਬੈਨੀਫੀਸ਼ੀਅਰੀ ਨੌਜਵਾਨ ਆ, ਤੁਸੀਂ ਉਹਨਾਂ ਨੂੰ ਕਹਿ ਰਹੇ ਤੁਹਾਡੇ ਭਵਿੱਖ ਦੀ ਲੜਾਈ ਅਸੀਂ ਲੜ ਰਹੇ ਹਾਂ ਜੀ, ਔਰ ਤੁਸੀਂ ਬਕਾਇਦਾ